ਲਾਵਾਂਗੇ, ਗਲਤੀਆਂ ਤੁਹਾਡੀਆਂ 'ਚ ਵੀ ਹੈ ਨੇ, ਮੈਂ ਕਿਉਂ ਮੰਨਾਂਗਾ? ਕਿੱਥੇ ਕਿੱਥੇ ਗਲਤੀਆਂ ਨੇ ਉਹਨਾਂ 'ਚ ਦੱਸੋ ਭਲਾ, ਕਿੱਥੇ ਕਿੱਥੇ ਗਲਤੀਆਂ ਨੇ? ਬਸ ਜਿੱਥੇ ਮੇਰਾ ਦਿਲ ਕਰੇਗਾ ਮੈਂ ਉਹਨੂੰ ਗਲਤੀ ਕਵਾਂਗਾ। ਠੀਕ ਹੈ, ਸਾਰਾ ਹੀ ਮੈਨੂੰ ਲੱਗਦਾ ਜੇ ਤੁਸੀਂ ਖੋਲ ਕੇ ਇਹ ਪੜ੍ਹੀ ਨਹੀਂ ਅੱਜ ਖੋਲੋਗੇ ਸਾਰੀ ਡਾਕਟਰ ਗਲਤੀ ਮਾਸਟਰ ਸਾਹਿਬ ਮਸਲਾ ਹੀ ਤੁਸੀਂ ਕੋਈ ਜਿਸ ਨਹੀਂ ਹੈ। ਸ਼ਖਸੀਅਤ ਦੀ ਜਦੋਂ ਇਤਬਾਹ ਕਰਦੇ ਹੋ ਉਹਨੂੰ ਗਲਤੀ ਤੇ ਕੀ ਸਮਝਦੇ ਹੋ? ਜਦੋਂ ਇਸ ਹਜ਼ਰਤ ਈਸਾ ਸ਼ਖਸੀਅਤ ਦੀ ਅਲੈਹਿਸਲਾਮ ਆ ਜਾਣਗੇ ਤੇ ਜੋ ਕੁਝ ਉਹ ਕਹਿਣਗੇ ਅਸੀਂ ਉਹ ਵੀ ਮੰਨਾਂਗੇ। ਇਹ ਨਹੀਂ ਮੁਮਕਿਨ ਤੁਸੀਂ ਇੱਕ ਸ਼ਖਸੀਅਤ ਨੂੰ ਮੰਨ ਰਹੇ ਹੋ, ਉਸ ਸ਼ਖਸੀਅਤ ਨੂੰ ਮਾਸੂਮਨ ਅਲ ਖਤਾ ਨਹੀਂ ਮੰਨਦੇ ਕਿ ਕਿਸੇ ਨਬੀ ਕੋਲ ਉਸ ਨਬੀ ਕੋਲ ਗਲਤੀ ਵੀ ਹੁੰਦੀ? ਮਿਰਜ਼ਾ ਸਾਹਿਬ ਕਿਹਨਾਂ ਕੋਲੋਂ ਤੁਸੀਂ ਕਹਿ ਰਹੇ ਹੋ ਮਿਰਜ਼ਾ ਜਿੱਥੇ ਗਲਤੀ ਲੱਗੇਗੀ ਸਾਨੂੰ ਅਸੀਂ ਉਹ ਨਹੀਂ ਮੰਨਾਂਗੇ। ਤੁਹਾਨੂੰ ਸਮਝ ਨਹੀਂ ਆਈ। ਮੈਂ ਇਹਨਾਂ ਝਗੜਾ ਤੋਂ ਖਤਮ ਕਰ ਦਿੱਤਾ ਇਹਨਾਂ ਨੂੰ। ਮੈਂ ਈਸਾ ਨੂੰ ਮੰਨਣਾ ਚਾਹੁੰਦਾ ਹੈ। ਮਿਰਜ਼ਾ ਸਾਹਿਬ ਤੋਂ ਬਰਾਤ ਦਾ ਐਲਾਨ ਹੈ। ਮਿਰਜ਼ਾ ਸਾਹਿਬ ਤੋਂ ਬਰਾਤ ਦਾ ਐਲਾਨ ਹੈ? ਨਹੀਂ, ਮੈਨੂੰ ਕਿਸੇ ਵੀ ਚੀਜ਼ ਤੋਂ ਬਰਾਤ ਦਾ ਐਲਾਨ ਹੈ। ਮੈਂ ਤਾਂ ਸਿਰਫ ਹਜ਼ਰਤ ਈਸਾ अलैहिस्सलाम भी ਮੰਨਾਂਗਾ। ਉਹਨਾਂ ਨੇ ਕਿਹਾ ਮੇਰੇ ਪਾਸ ਇੱਕ ਨਬੀ ਆਏਗਾ ਇਸਮੋ ਅਹਿਮਦ ਹੋਏਗਾ, ਚਲੋ ਉਹਨੂੰ ਵੀ ਮੰਨ ਲਿਆ, ਮੈਂ ਕੁਰਾਨ ਨੂੰ ਵੀ ਮੰਨ ਲਿਆ। ਮਗਰ ਇਸ ਵਕਤ ਹਜ਼ਰਤ ਈਸਾ नहीं एक मिनट एक राम राम ਨਾਲ ਚਲਾਂਗੇ ਤੇ ਨਾਲ ਕੀ ਕਹਿੰਦਾ ਤਾਉਨ ਕਰਕੇ ਉਸਕੇ ਇਸਮੋ ਅਹਿਮਦ ਕੌਣ ਨੇ? ਤੁਸੀਂ ਆਰਾਮ ਨਾਲ ਚੱਲੋ, ਮੈਂ ਕਿਉਂ ਆਰਾਮ ਨਾਲ ਚੱਲਣਾ ਬਈ? ਨਹੀਂ ਇੱਕ ਤੁਸੀਂ ਹੁਣ ਪੇਸ਼ ਕੀਤੇ ਨੇ ਇਸਮੋ ਅਹਿਮਦ ਤੇ ਮਸਦਾਕ ਕੌਣ ਨੇ ਇਹਦਾ? ਰਸੂਲ ਕਰੀਮ ਸੱਲੱਲਾਹੁ ਅਲੈहि ਵਸੱਲਮ। ਪੱਕੀ ਗੱਲ ਹੈ? ਹਾਂ ਪੱਕੀ ਗੱਲ ਹੈ। और रसूल करीम सल्लल्लाहु अलैहि वसल्लम ਦੇ ਇਲਾਵਾ ਕੋਈ ਸ਼ਖਸ ਕਿਸੇ ਸ਼ਖਸ ਨੂੰ ਇਹਦਾ ਜੋ ਮਸਦਾਕ ਕੁਝ ਕਰੇ? ਮੈਨੂੰ ਪਤਾ ਸੀ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ। ठीक हो गया। और अगर नबी करीम सल्लल्लाहु अलैहि वसल्लम ਦੇ ਇਲਾਵਾ ਕੋਈ ਬੰਦਾ ਦਾਵਾ ਕਰੇ ਨਹੀਂ, ਕਿ ਸਵਾਲ ਤੁਸੀਂ ਕਰੀ ਜਾਓਗੇ। ਮਸਦਾਕ ਹੈ? ਨਹੀਂ, ਸਵਾਲ ਤੁਸੀਂ ਕਰੀ ਜਾਓਗੇ। ਮੈਂ ਤੁਸੀਂ ਤੁਹਾਨੂੰ ਸਵਾਲ ਕਰਨਾ ਕਰਨਾ ਕਿ ਜ਼ਿੰਦਾ ਨਬੀ ਮੌਜੂਦ ਹੈ, ਬਸ ਉਹਨੂੰ ਮੰਨੋ। ਜਿਹੜੇ ਫੌਤ ਹੋ ਗਏ ਫੌਤ ਹੋ ਗਏ, ਉਹਨਾਂ ਨੂੰ ਮੰਨੋ। ਨਾ ਉਹਨੂੰ ਉਸੇ ਤਰ੍ਹਾਂ ਮੰਨਣਾ ਹੈ ਨਾ ਕਿ ਜਿਸ ਤਰ੍ਹਾਂ ਅੱਲਾਹ ਦੇ ਰਸੂਲ ਨੇ ਦੱਸਿਆ। ਆਪਣੀ ਮਰਜ਼ੀ ਤਾਂ ਤੇ ਨਹੀਂ ਨਾ ਮੰਨ ਸਕਦੇ ਕਿ ਮੰਨ ਸਕਨੇ? ਤੁਸੀਂ ਆਪਣੀ ਮਰਜ਼ੀ ਕਰਦੇ ਹੋ ਨਾ। ਰਸੂਲ ਕਰੀਮ ਆਏ, ਉਹਨਾਂ ਨੇ ਤੁਹਾਨੂੰ ਤਾਲੀਮ ਦੇ ਦਿੱਤੀ, ਉਹ ਚਲੇ ਗਏ। ਇਸੇ ਤਰ੍ਹਾਂ ਜਿਵੇਂ ਹਜ਼ਰਤ ਈਸਾ ਪੁਰਾਣੇ ਵਾਲੇ ਚਲੇ ਗਏ, ਹਜ਼ਰਤ ਮੂਸਾ ਚਲੇ ਗਏ, ਸਾਰੇ ਚਲੇ ਗਏ ਨਾ। ਮੰਨਦੇ ਹੋ ਫਿਰ ਵੀ ਉਹਨਾਂ ਨੂੰ? ਹੁਣ ਇਸ ਵੇਲੇ ਜਿਹੜਾ ਮੌਜੂਦ ਹੈ ਉਹ ਤੋਂ ਅੱਖਾਂ ਕਿਉਂ ਬੰਦ ਕਰਦੇ ਹੋ? कौन मौजूद है? हजरत ईसा अलैहिस्सलाम। ठीक हो गया। तो किस तरह मानना है जरा से नहीं मान रहे? भाई उन्होंने नबी मनना है, बस गल खत्म। तुसी पहले ही मनते हो, बल्कि पहले ही मसीही हो तुसी लोग। ਇਹ ਤਾਂ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਅਸੀਂ ਤਾਂ ਮਸੀਹੀ ਨਹੀਂ ਹਾਂ। भैया तुसी हजरत ईसा अलैहिस्सलाम ਨੂੰ ਨਹੀਂ ਮੰਨਦੇ? ਈਸਾ अलैहिस्सलाम ਨੂੰ ਵੀ ਮੰਨਦੇ ਆ, ਮੂਸਾ अलैहिस्सलाम ਨੂੰ ਵੀ ਮੰਨਦੇ ਆ, ਇਬਰਾਹੀਮ अलैहिस्सलाम ਨੂੰ ਵੀ ਮੰਨਦੇ ਆ। ਅਸੀਂ ਸਾਰੇ ਨਬੀਆਂ ਨੂੰ ਮੰਨਦੇ, ਨਬੀਆਂ ਸਾਰਿਆਂ ਨੂੰ ਮੰਨਦੇ ਆ। ਕਜ਼ਾਬਾਂ ਨੂੰ ਕਜ਼ਾਬ ਮੰਨਦੇ ਆ, ਨਬੀਆਂ ਨੂੰ ਨਬੀ ਮੰਨਦੇ ਆ। ਪਰ ਬਾਕੀ ਸਾਰੇ ਫੌਤ ਹੋ ਗਏ। ਹੁਣ ਇਸ ਵੇਲੇ ਮੌਜੂਦ ਨਬੀ ਜਿਹੜੇ ਨੇ ਹਜ਼ਰਤ ਈਸਾ अलैहिस्सलाम ਨੇ। ਮਤਲਬ ਜਿਹੜੇ ਫੌਤ ਹੋ ਗਏ ਨੇ ਉਹਨਾਂ ਦਾ ਇਨਕਾਰ ਕਰ ਦੇਣਾ ਚਾਹੀਦਾ ਨਹੀਂ, ਕਦੋਂ ਪਹਿਲੇ ਕਦੋਂ ਇਨਕਾਰ ਕੀਤਾ ਸੀ ਜਿਹੜਾ ਹੁਣ ਕਰਨਾ ਹੈ? ਆਕ ਮਾਸਟਰ ਸਾਹਿਬ ਮਿਰਜ਼ਾ ਸਾਹਿਬ ਕਹਿੰਦੇ ਨੇ ਇਸਲਾਮ ਵੀ ਜ਼ਿੰਦਾ ਨੇ, ਇਲਿਆਸ ਅਲੈਹਿਸਲਾਮ ਵੀ ਜ਼ਿੰਦਾ ਨੇ। ਇਹ ਮਿਰਜ਼ਾ ਸਾਹਿਬ ਕਹਿੰਦੇ ਨੇ ਇਸ ਕੁਲੀਏ ਦੇ ਅਗਰ ਇਸ ਕਿ ਮੂਸਾ ਅਲੈਹਿਸਲਾਮ ਹਰ ਸਾਲ ਹਜ ਨੂੰ ਵੀ ਤਸ਼ਰੀਫ ਲੈ ਆਉਂਦੇ ਨੇ। ਮਿਰਜ਼ਾ ਸਾਹਿਬ ਨੂੰ ਵੀ ਛੱਡਣਾ ਪੜੇਗਾ ਕਿਉਂਕਿ ਉਹ ਵੀ ਫੌਤ ਹੋ ਗਏ ਨੇ। ਮਿਰਜ਼ਾ ਸਾਹਿਬ ਇਹ ਕਹਿੰਦੇ ਨੇ ਤੇ ਕਹਿੰਦੇ ਰਹਿਣ, ਮੈਨੂੰ ਕੀ। ਅੱਛਾ ਠੀਕ ਹੋ ਗਿਆ। ਇਹ ਤੁਹਾਡੇ ਹੀ ਮੁਸਲਮਾਨ ਨੇ ਜਿਹੜੇ ਕਿੰਨਾ ਕਹਿੰਦੇ ਪਏ ਨੇ ਨਾ। ਇਹ ਤੁਹਾਡੇ ਸ਼ੀਆ ਜਿਹੜੇ ਕੁਝ ਜੋ ਕੁਝ ਕਹਿੰਦੇ ਪਏ ਨੇ ਉਹ ਵੀ ਮੁਸਲਮਾਨ ਨੇ। ਤੁਹਾਡੇ ਵਹਾਬੀ ਜੋ ਕੁਝ ਕਹਿੰਦੇ ਨੇ ਉਹ ਵੀ ਮੁਸਲਮਾਨ ਨੇ। ਤੇ ਜਿਹੜੇ ਇਸ ਤਰ੍ਹਾਂ ਕਹਿੰਦੇ ਪਏ ਨੇ ਉਹ ਵੀ ਮੁਸਲਮਾਨ ਨੇ। ਪਹਿਲੇ ਮੁਸਲਮਾਨ ਹੀ ਸੀ ਨਾ। ਤੁਹਾਡੇ ਚੋਂ ਨਿਕਲ ਕੇ ਉਹਨਾਂ ਨੇ ਇਹ ਗੱਲਾਂ ਕੀਤੀਆਂ, ਇਹ ਸ਼ੋਸ਼ੇ ਛੋੜੇ, ਔਰ ਇਹ ਤੁਹਾਡੀਆਂ ਲੜਾਈਆਂ ਜਿਹੜੀਆਂ ਨੇ ਉਹ ਸ਼ੁਰੂ ਨੇ ਦਿੱਤੇ। ਤੇ ਮੈਂ ਤੇ ਬੜੇ ਸਕੂਨ ਨਾਲ ਜਿਹੜਾ ਨਾ ਇਸ ਵੇਲੇ ਇਹ ਸੋਚ ਰਿਹਾ ਕਿ ਹਜ਼ਰਤ ਈਸਾ अलैहिस्सलाम ਜ਼ਿੰਦਾ ਮੌਜੂਦ ਨੇ। ਮੈਂ ਉਹਨਾਂ ਨੂੰ ਮੰਨਣਾ ਹੈ। ਜਦੋਂ ਆਣਗੇ ਜੋ ਹੁਕਮ ਦੇਣਗੇ ਅਸੀਂ ਉਹ ਵੀ ਮੰਨਾਂਗੇ। ਗੱਲ ਖਤਮ। ਉਹ ਤੇ ਜਦੋਂ ਆਣਗੇ ਤੇ ਉਸ ਟਾਈਮ ਤੇ ਮੰਨਣਾ ਹੀ ਪਏਗਾ। ਖਲੀਫਾ ਰਾਬਿਦ ਇਸ ਵੇਲੇ ਮੌਜੂਦ ਹੈ, ਔਨ ਵੀਡੀਓ ਮੌਜੂਦ ਹੈ। ਉਹਨਾਂ ਨੇ ਬਿਆਨ ਦਿੱਤਾ ਕਿ ਹਜ਼ਰਤ ਈਸਾ अलैहिस्सलाम अगर तशरीफ ले आए, एक जिंदा नबी अगर तुसी दुनिया ते उतार नाम ही तशरीफ लाए, बायों की भी लड़ांगे, ਉਹਨਾਂ ਦੇ ਬਾयों की भी लड़ांगे। ਤੇ ਇਸ ਵੇਲੇ ਉਹ ਮੌਜੂਦ ਨੇ, ਜ਼ਿੰਦਾ ਮੌਜੂਦ ਨੇ। ਕੌਣ ਇਨਕਾਰ ਜ਼ਿੰਦਾ ਮੌਜੂਦ ਨੇ? ਤੇ ਖਲੀਫਾ ਰਾਬਿਦ ਦੇ ਕੌਲ ਦੇ ਮੁਤਾਬਿਕ ਤੁਹਾਨੂੰ ਸਭ ਤੋਂ ਪਹਿਲੇ ਅਹਿਮਦੀ ਨੂੰ ਬੈਠ ਕਰਨੀ ਪੈਣੀ। ਇਹ ਖਲੀਫਾ ਰਾਬਿਦ ਤੁਹਾਡੇ ਮੁਸਲਮਾਨਾਂ ਚੋਂ ਨਿਕਲੇ ਨਾ, ਮੈਨੂੰ ਇੱਥੇ ਜ਼ਿਕਰ ਨਾ ਕਰੋ। ਇਹ ਤੁਹਾਡੇ ਮੁਸਲਮਾਨਾਂ ਦੇ ਆਪਸ ਵਿੱਚ ਪੜ੍ਹੇ। ਮਨੋ ਤੇ ਇਹ ਮਹਿਸੂਸ ਹੋ ਰਿਹਾ ਕਿ ਤੁਸੀਂ ਤੇ ਅੱਜ ਅਹਿਮਦੀ ਤੋਂ ਬਰਾਤ ਦਾ ਐਲਾਨ ਕੀਤਾ। ਇਹ ਤੁਹਾਨੂੰ ਜੋ ਕੁਝ ਮਹਿਸੂਸ ਹੋ ਰਿਹਾ ਉਹਦਾ ਮੈਂ ਜ਼ਿੰਮੇਦਾਰ ਨਹੀਂ। ਤੁਹਾਡਾ ਪ੍ਰੋਬਲਮ ਹੈ, ਮੇਰਾ ਪ੍ਰੋਬਲਮ ਨਹੀਂ ਹੈ। ਨਹੀਂ ਮੈਂ ਖਲੀਫਾ ਰਾਬਿਦ ਦਾ ਤੁਹਾਨੂੰ ਕਾਲ ਪੇਸ਼ ਕਰ ਰਹੇ ਤੇ ਤੁਸੀਂ ਉਹਦੇ ਵੀ ਇਨਕਾਰੀ ਹੋ ਜਾਂਦੇ। ਖਲੀਫਾ ਰਾਬਿਦ ਕਾਕ ਮਾਸਟਰ ਸਾਹਿਬ ਕਾਫੀ ਪੀਓ, ਬਲੈਕ ਕਾਫੀ ਪੀਓ ਪਲੀਜ਼ ਤੁਸੀਂ। ਵੱਡੇ ਆਏ ਮੈਨੂੰ ਟਾਂਗੇ ਚੜ੍ਹ। ਖਲੀਫਾ ਰਾਬਿਦ ਕਹਿੰਦੇ ਤੇ ਮਿਰਜ਼ਾ ਸਾਹਿਬ ਇਹ ਕਹਿੰਦੇ। ਉਹ ਤੁਹਾਨੂੰ ਬਿਮਾਰੀ ਹੋ ਗਈ ਹੈ, ਬਿਮਾਰ ਹੋ ਗਏ ਹੋ ਤੁਸੀਂ ज़हनी तौर पे। सारा दिन यही मिर्जा साहब फलाने से में लिखा है, सफर नंबर फला, किताब नंबर फला, रूहानी खजाइन।
ਮੇਰਾ ਤਾਂ ਖਿਆਲ ਹੈ ਕਿ ਤੁਸੀਂ ਖਿਸਕ ਗਏ ਹੋ ਸਾਰੇ ਯਾਰ। ਚੁੱਪ ਕਰਕੇ ਉਸ ਨਬੀ ਨੂੰ ਮੰਨ ਲਓ ਜਿਹੜੇ ਆਸਮਾਨ ਤੇ ਇਸ ਵੇਲੇ ਜ਼ਿੰਦਾ ਮੌਜੂਦ ਨੇ, ਔਰ ਜਦੋਂ ਆਣਗੇ ਤਾਂ ਵੀ ਤੁਸੀਂ ਉਹਨਾਂ ਨੂੰ ਮੰਨਣਾ ਹੈ। ਗੱਲ ਮੁਕਾਓ ਵਿੱਚੋਂ। ਨਵੀਦ ਭਾਈ ਮਸਲਾ ਹੈ ਵੇ ਕਿ ਮਿਰਜ਼ਾ ਸਾਹਿਬ ਤੁਹਾਡੇ ਕਹਿੰਦੇ ਨੇ ਕਿ ਮੂਸਾ ਸਲਾਤੁ ਸਲਾਮ ਵੀ ਜਿੰਦਾ ਤੁਹਾਡੇ ਨੇ, ਤੁਹਾਡੇ ਮੇਰੇ ਨਹੀਂ ਹੈ, ਤੁਹਾਡੇ ਨੇ। ਇਹ ਤੁਹਾਡੇ ਮੁਸਲਮਾਨਾਂ ਦੇ ਫੱਡੇ ਨੇ ਆਪਸ ਵਿੱਚ। ਉਹ ਤੇ ਮੁਸਲਮਾਨ ਨਹੀਂ ਨਾ, ਮਿਰਜ਼ਾ ਸਾਹਿਬ ਨੂੰ ਤੇ ਅਸੀਂ ਮੁਸਲਮਾਨ ਕੁਰਾਨ ਹੈ, ਇੱਕ ਕੁਰਾਨ ਹੈ, ਇੱਕ ਰਸੂਲ ਹੈ, ਔਰ ਉਹਦੇ ਹਜ਼ਾਰਾਂ ਫੱਡੇ ਮੌਜੂਦ ਨੇ ਇੱਕ ਦੂਜੇ ਨਾਲ ਦਸਤੋ ਗਰੇਬਾਂ। ਕੋਈ ਵਹਾਬੀ ਹੈ, ਕੋਈ ਅਹਿਮਦੀ ਹੈ, ਕੋਈ ਚਕੜਾਲਵੀ ਹੈ, ਤੇ ਕੋਈ ਸ਼ੀਆ ਹੈ, ਤੇ ਫਲਾਣੇ। ਤੁਹਾਡੇ ਪਾਸ ਤੁਹਾਡੇ ਮਸਲੇ ਨੇ, ਮੇਰੇ ਮੱਥੇ ਕਿਉਂ ਲਾਈ ਜਾ ਰਹੇ ਹੋ? ਮਿਰਜ਼ਾ ਸਾਹਿਬ ਨੇ ਆ ਕਿਹਾ। ਅੱਛਾ ਬਈ, ਉਹ ਮੇਰੇ ਥੋੜਾ ਬਿਜ਼ੀ ਹੋ ਗਿਆ ਸੀ। ਮੈਂ ਕਿਹਾ ਇਹ ਜਿਹੜਾ ਟਾਕ ਮਾਸਟਰ ਸਾਹਿਬ ਨੂੰ ਗੱਲ ਪੇ ਦੱਸਦੇ ਹੋ ਬਈ, ਮਿਰਜ਼ਾ ਤਾਹਿਰ ਸਾਹਿਬ ਨੇ ਆਖਿਆ ਬਈ ਈਸਾ ਅਲੈਹਿਸਲਾਮ ਆ ਗਏ ਤੇ ਅਸੀਂ ਉਹਨਾਂ ਨੂੰ ਮੰਨਾਂਗੇ, ਉਹਨਾਂ ਦੇ ਅੱਗੇ ਵੀ ਰਿਕਾਰਡ ਮੌਜੂਦ ਹੈ। ਹਾਂਜੀ ਹਾਂਜੀ ਹਾਂਜੀ, ਅਸੀਂ ਉਹਨਾਂ ਤੇ ਸਭ ਤੋਂ ਪਹਿਲੇ ਇਮਾਨ ਲਿਆਵਾਂਗੇ, ਅਸੀਂ ਉਹਨਾਂ ਦੇ ਅੱਗੇ ਵੀ ਲੜਾਂਗੇ, ਪਿੱਛੇ ਵੀ ਲੜਾਂਗੇ। ਇਹ ਜਿਹੜਾ ਮਿਰਜ਼ਾ ਸਾਹਿਬ ਨੂੰ ਮੰਨਿਆ ਤੇ ਸਿਰਫ ਟਾਈਮ ਪਾਸ ਕਰਨ ਵਾਸਤੇ ਮੰਨਿਆ। ਜੇ ਈਸਾ ਅਲੈਹਿਸਲਾਮ ਆ ਗਏ ਤੇ ਉਹਨਾਂ ਨੂੰ ਅਸੀਂ ਮੰਨਾਂਗੇ ਤੇ ਉਹਨਾਂ ਦੇ ਅੱਗੇ ਪਿੱਛੇ ਹੋ ਕੇ ਲੜਾਂਗੇ, ਫਿਕਰ ਨਾ ਕਰੋ। ਨਹੀਂ, ਇਹ ਤਾਂ ਮਸੀਹ ਦੇ ਨਾਂ 'ਚ ਮੰਨਿਆ ਨਾ। ਮਿਰਜ਼ਾ ਸਾਹਿਬ ਨੇ ਕਿਹਾ ਕਿ ਕਿਆਮਤ ਤੱਕ ਮਸੀਹ ਆਂਦੇ ਰਹਿਣਗੇ, ਕਿਆਮਤ ਤੱਕ ਮਸੀਹ ਆਂਦੇ ਰਹਿਣਗੇ। और हो सकता वो भी हजरत ईसा अलैहिस्सलाम भी आ जाए। 10,000 ਤੋਂ ਜ਼ਿਆਦਾ ਮਸੀਲੇ ਮਸੀਹ ਆ। ਹਾਂ, ਔਰ ਮਿਰਜ਼ਾ ਸਾਹਿਬ ਨੇ ਆਪਣੇ ਸਿਰੇ ਤੋਂ ਇਹ ਭਾਰ ਲਾ ਕੇ ਦੱਸ ਦਿੱਤਾ ਇਹਨਾਂ ਨੂੰ ਕਿ ਬਈ ਉਹ ਜਲਾਲੀ ਮਸੀਹ ਵੀ ਆ ਸਕਦਾ ਹੈ ਜਿਸ ਤੇ ਹਦੀਸਾਂ ਦੇ ਖਵਾਸ ਪੂਰੇ ਉਤਰਦੇ ਹੋਣ। ਬਿਲਕੁਲ। और जो हदीसा पेश करोगे जमात अहमद साहब ने कि भाई है ते मिर्जा साहब ने पूरे कहते नहीं मिर्जा साहब ने को अहल मसीह दा थोड़ी दावा कीता है। मिर्जा साहब ने ते मसीह दा हुंदा दावा कीता, अहल भी आ जाएगा ਤੇ ਉਹ ਵਾਲੇ ਇਮਾਮ ਮਹਿਦੀ ਵੀ ਆ ਜਾਣਗੇ। ਤੇ ਜਿਹਨਾਂ ਦਾ ਸਪੈਸ਼ਨ ਕੋਈ ਅਗਲੇ ਦਿਨ ਉਹ ਕੀ ਕਹਿੰਦਾ ਹੈ, ਮੱਲਮ ਕਹਿਣ ਲੱਗਾ ਸੀ ਪਹਿਲੇ ਤੇ ਡੇਲੀ ਫੋਨ ਮਾਰਦਾ ਸੀ, ਫੈਸਲੇ ਦੇ ਬਾਅਦ ਘੁੰਡ ਕਰ ਗਿਆ। ਉਹਨੂੰ ਬੰਦਾ ਪੁੱਛੇ ਕਿ ਜਨਾਬ ਦੇਖਿਆ 313 ਭਾਈ, ਕਿਹੜੇ ਕਿਹੜੇ ਲੋਕ ਤੁਹਾਡੇ ਮੁਸਲਮਾਨਾਂ 'ਚ ਪੈਦਾ ਹੋ ਗਏ, ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਨੇ। ਨਹੀਂ ਇਹ ਜਨਾਬ, ਹਾਲਤ ਤੁਹਾਡੀ ਅੱਛਾ ਮੁਸਲਮਾਨਾਂ ਮੁਸਲਮਾਨ ਠੀਕ ਹੋ ਗਿਆ, ਆਜ਼ਤ ਵੀ ਯਾਨੀ ਕਿ ਮੁਸਲਮਾਨ ਠੀਕ ਹੋ ਗਿਆ। ਤੇ ਉਹ ਕਹਿ ਰਿਹਾ, ਉਹਨੂੰ ਬੰਦਾ ਪੁੱਛ ਰਿਹਾ ਕਿ ਇਮਾਮ ਮਹਿਦੀ ਸੇ ਤੇ ਹਦੀਸ ਮੌਜੂਦ ਹੈ ਕਿ ਖੁਰਾਸਾਨ ਤੋਂ ਉਹਨਾਂ ਦੀ ਫੌਜਾਂ ਮਦਦ ਕਰਨ ਜਾਣੀਆਂ। ਕਹਿੰਦੇ ਮਿਰਜ਼ਾ ਸਾਹਿਬ ਦਾ ਦਾਵਾ ਉਹ ਵਾਲੇ ਮਹਿਦੀ ਹੁੰਦਾ ਨਹੀਂ ਹੈ, ਉਹਨਾਂ ਦਾ ਦੂਸਰਾ ਮਹਿਦੀ ਹੁੰਦਾ ਹੈ, ਲੇਕਿਨ ਹੋ ਸਕਦਾ ਉਹ ਵਾਲਾ ਵੀ ਆ ਜਾਏ ਜਿਹਦੇ ਖੁਰਾਸਾਨ ਤੋਂ ਫੌਜਾਂ ਆਣਗੀਆਂ ਮਦਦ ਕਰਨ ਵਾਸਤੇ। यानी दावा भी कुछ सिद्धा नहीं कि बंदा फड़ सके, हर जगह चोर बुआ बनाया। ਬਿਲਕੁਲ ਬਿਲਕੁਲ, ਇਹ ਤੁਹਾਡੇ ਮੁਸਲਮਾਨਾਂ ਦੀ ਹਾਲਤ ਹੈ। ਔਰ ਜਾ ਕੇ ਇਸਮਾਈਲੀਆਂ ਦੀ ਵੀ ਖਬਰ ਲਓ, ਬੋਹਰੀ ਵਾਲਿਆਂ ਦੀ ਵੀ ਖਬਰ ਲਓ, ਔਰ ਉਹ ਕਿਹੜਾ ਉਹ ਬਿਹਾਈ ਵਗੈਰਾ ਉਹਨਾਂ ਦੀ ਵੀ ਖਬਰ ਲਓ। ਯਾਰ ਕੋਈ ਇੱਕ ਫੱਡਾ ਤੁਹਾਡੇ ਦੇ ਵਿੱਚ। ਸਾਡੇ ਨਾਲ ਸਾਡੇ ਅੱਗੇ ਸਿਰਫ ਮੁਸਲਮਾਨਾਂ ਦੀ ਗੱਲ ਕਰੋ, ਤੁਸੀਂ ਉਹਨਾਂ ਦੀ ਗੱਲਾਂ ਨਾ ਕਰੋ ਜਿਹੜੇ ਇਸਲਾਮ ਔਰ ਅਹਿਲੇ ਇਸਲਾਮ ਨੂੰ। ਮਤਲਬ ਸਿਰਫ ਵਹਾਬੀਆਂ ਦੀ ਗੱਲ ਕਰਾਂ, ਉਹੀ ਮੁਸਲਮਾਨ ਰਹਿ ਗਏ। ਅਸਲ ਇਹ ਮੈਂ ਤੁਹਾਡੀ ਗੱਲ ਸੁਣ ਕੇ ਨਾ ਪਿਛਲੀ ਸਾਰੀ ਆਈ ਸੋਚਦਾ ਸੀ ਪਿਆ ਕਿ ਵੇਖੋ ਕਿ ਤੁਸੀਂ ਬਾਕੀ ਤੇ ਗੱਲ ਜਿੰਨੀ ਗਲਤ ਪੇ ਕਰਦੇ ਹੋ ਜਾਂ ਸਹੀ ਪੇ ਕਰਦੇ ਹੋ, ਤੁਸੀਂ ਗਰੂਮਿੰਗ ਦੇਖੋ ਕੈਸੀ ਹੋਈ ਹੁੰਦੀ ਹੈ ਕਿ ਇਹ ਮੁਸਲਮਾਨ ਨੂੰ ਮੁਸਲਮਾਨ ਕਹੇ ਕਿ ਮੁਖਾਤਬ ਨਹੀਂ ਕਰਨਗੇ, ਇਹ ਵਾਬੀ ਬੋਲ ਰਿਹਾ ਹੈ, ਇਹ ਸੁन्नी ਬੋਲ ਰਿਹਾ ਹੈ, ਇਹ ਬਰੇਲਵੀ ਬੋਲ ਰਿਹਾ ਹੈ, ਇਹ ਦੇਵਬੰਦੀ ਬੋਲ ਰਿਹਾ। ਐਸੀ ਗਰੂਮਿੰਗ ਕੀਤੀ ਗਈ ਹੈ ਕਿ ਉਹਨੂੰ ਮੁਸਲਮਾਨ ਕਹਿ ਕੇ ਮੁਖਾਤਬ ਨਹੀਂ ਕਰਨਗੇ। ਨਹੀਂ ਤੇ ਇਹ ਤੁਸੀਂ ਕਿਉਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ? ਨਹੀਂ ਤੁਸੀਂ ਕਿਉਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ? ਤੁਹਾਡੀ ਨੂੰ ਜਿਹੜੀ ਗੱਲ ਪਸੰਦ ਨਹੀਂ ਆਉਂਦੀ, ਚਾਹੇ ਸ਼ੀਆ ਦੀ ਹੋਵੇ, ਬੋਹਰੀਆਂ ਦੀ ਹੋਵੇ, ਜਾਂ ਬਿਹਾਈਆਂ ਦੀ ਹੋਵੇ, ਜਾਂ ਅਹਿਮਦੀਆਂ ਦੀ ਹੋਵੇ, ਤੁਸੀਂ ਕਹਿੰਦੇ ਜੀ ਨਹੀਂ ਨਹੀਂ ਅਸੀਂ ਤੇ ਸਿਰਫ ਮੁਸਲਮਾਨਾਂ ਦੀ ਗੱਲ ਕਰਦੇ ਪਏ। ਤੇ ਫਿਰ ਮੈਂ ਕੀ ਸਮਝਾਂ ਕਿ ਮੁਸਲਮਾਨ ਸਿਰਫ ਵਹਾਬੀ ਨੇ? ਬੱਚੇ ਤੋਂ ਲੈ ਕੇ 75 ਸਾਲਾ ਸੀਨੀਅਰ ਸਿਟੀਜ਼ਨ ਤੱਕ ਸਭ ਦੀ ਐਸੀ ਗਰੂਮਿੰਗ ਕੀਤੀ ਗਈ ਹੈ ਕਿ ਜਦੋਂ ਇਹ ਤੁਹਾਨੂੰ ਮੁਖਾਤਬ ਕਰਨਗੇ ਜਾਂ ਤੁਹਾਡਾ ਜ਼ਿਕਰ ਕਰਨਗੇ ਨਾ, ਆਖਣਗੇ आज एक मौलवी से बात हुई वहाबी से, आज एक शिया आलमी दिन से बात हुई। यानी ਪਹਿਲਾਂ ਹੀ ਉਹਦੇ ਤਜ਼ਕਰਾ ਕਰਨਗੇ ਉਹਦੇ ਮਸਲਕ ਦਾ। ਕਿਉਂ? ਕਿਉਂਕਿ ਇਹ ਐਸੇ ਮਿਸ਼ਨ ਤੇ ਨੇ ਕਿ ਬਈ ਇਹ ਮੁਸਲਮਾਨ ਫਿਰਕਿਆਂ 'ਚ ਬਟੇ ਨੇ, ਇਹਨਾਂ ਨੂੰ ਹੋਰ ਤਕਸੀਮ ਕਰਕੇ ਆਪਣੇ ਆਪ ਨੂੰ ਵੀ ਉਹਨਾਂ ਦਾ ਇੱਕ ਹਿੱਸਾ ਬਣਾਉਣਾ ਹੈ। ਅਸੀਂ ਵੀ ਇੱਕ ਫਿਰਕਾ, ਲੇਕਿਨ ਅਫਸੋਸ ਹੈ ਉਹਨਾਂ ਨੂੰ ਤਕਸੀਮ ਕਰਨ ਵਾਸਤੇ ਕਿਸੇ ਬੈਰੂਨੀ ਤਾਕਤ ਦੀ ਜ਼ਰੂਰਤ ਨਹੀਂ ਹੈ, ਬੈਰੂਨੀ ਸਾਜ਼ਿਸ਼ ਦੀ ਵੀ ਜ਼ਰੂਰਤ ਨਹੀਂ ਹੈ। ਤੁਸੀਂ ਆਪ ਹੀ ਇਹਦੇ 'ਚ ਕਾਫੀ ਪੂਰੇ ਹੋ। ਮੈਨੂੰ ਤੁਸੀਂ ਇਹ ਦੱਸੋ ਕਿ ਮੈਂ ਜਿਹੜੇ ਤੁਹਾਨੂੰ ਇਹ ਫਿਰਕੇ ਗਿਣਾਈ ਜਾ ਰਿਹਾ ਕਿ ਫਲਾਣੇ ਇਦਾਂ ਕਹਿੰਦੇ, ਤੁਸੀਂ ਕਹਿੰਦੇ ਨਹੀਂ ਮੈਂ ਮੇਰੇ ਨਾਲ ਸਿਰਫ ਮੁਸਲਮਾਨਾਂ ਦੀ ਗੱਲ ਕਰੋ, ਤੇ ਫਿਰ ਮੁਸਲਮਾਨਾਂ ਦੀ ਤਾਰੀਫ ਕਰ ਦਿਓ ਬਈ, ਉਹ ਤੁਹਾਡੇ ਕੋਲ ਹੁੰਦੀ ਕੋਈ ਨਹੀਂ। ਮੈਂ ਇਹ ਕਹਿ ਰਿਹਾ ਕਿ ਜਿੰਨੇ ਵੀ ਇਹ ਫਿਰਕੇ ਨੇ ਜਾਂ ਜੋ ਕੁਝ ਵੀ ਜਿਹੜੇ ਤੁਹਾਨੂੰ ਬਹੁਤ ਪੜੇ ਲੱਗਦੇ, ਅਹਿਮਦੀ ਵੀ ਲੈ ਲਓ, ਮਿਰਜ਼ਾ ਸਾਹਿਬ ਨੇ ਜੋ ਕੁਝ, ਮਿਰਜ਼ਾ ਸਾਹਿਬ ਵੀ ਮੁਸਲਮਾਨ ਸੀ, ਮੁਸਲਮਾਨਾਂ ਦੇ ਵਿੱਚ ਹੀ ਫੱਡੇ ਪੈ ਰਹੇ ਨੇ ਨਾ। ਇਹ ਤੁਹਾਡੇ ਇਸਲਾਮ ਦੀ ਹਾਲਤ ਹੈ। ਮੈਂ ਤਾਂ ਇਹ ਕਹਿ ਰਿਹਾ
ਤੁਸੀਂ ਕਹਿੰਦੇ ਨਹੀਂ ਸਿਰਫ ਮੁਸਲਮਾਨਾਂ ਦੀ ਗੱਲ ਕਰੋ। ਬਈ ਕਿਹੜੇ ਮੁਸਲਮਾਨ ਫਿਰ ਤੁਸੀਂ ਕਹਿਣਾ ਚਾਹੁੰਦੇ ਹੋ, ਦੱਸ ਦਿਓ ਸਾਨੂੰ। ਦੱਸਣੇ ਜੇ ਦੱਸਣ ਦਿਓਗੇ ਤਾਂ ਦੱਸਾਂਗੇ ਨਾ, ਤੇ ਜੇ ਬੋਲਣ ਹੀ ਨਾ ਦਿਓਗੇ ਇੱਕ ਫਿਕਰਾ ਬੋਲੀ ਅੱਗੋਂ ਹੱਥੀ ਪੈ ਜਾਓਗੇ ਦੱਸਾਂਗੇ। ਮੁਸਲਮਾਨ ਹੋਏ ਇਸ ਤਰ੍ਹਾਂ ਦੇ ਹੋ ਕਿ ਤੁਹਾਨੂੰ ਹੱਥੀ ਪੈਣਾ ਪੈਂਦਾ ਹੈ। ਪਹਿਲੀ ਮੁਸਲਮਾਨ ਦੀ ਤਾਰੀਫ ਇਹ ਵੇ ਕਿ ਮੁਸਲਮਾਨ ਹੋਏ ਜਿਹੜਾ ਨਬੀ ਅਲੈਹਿਸਸਲਾਤੁ ਵਸਸਲਾਮ ਦੀ ਨਬੂਵਤ ਦੇ ਹਸਾਰ ਦੇ ਵਿੱਚ ਉਹਨੇ ਕੋਈ ਨਵਾਂ ਨਬੀ ਨਹੀਂ ਕੜਿਆ। ਉਹਦੇ ਬਾਅਦ ਉਹਨੇ ਕੋਈ ਨਵਾਂ ਨਬੀ ਨਹੀਂ ਕੜਿਆ, ਦਿਖਾਓ ਕਿੱਥੇ ਲਿਖਿਆ ਜੀ। ਜੇ ਮੈਨੂੰ ਗੱਲ ਕਰਨ ਹੀ ਨਹੀਂ ਦੇਣੀ ਤੇ ਫਿਰ ਤੁਸੀਂ ਆਪ ਹੀ ਕਰ ਲਓ, ਮੇਰੀ ਤਰਫੋਂ ਜਵਾਬ ਦੇ ਲਓ। ਪਹਿਲੀ ਮੁਸਲਮਾਨ ਦੀ ਬੁਨਿਆਦੀ ਜਿਹੜੀ ਹੈ ਨਾ ਅਸਾਸ ਇਹ ਵੇ कि वो नबी पाक दा उम्मती है ते आखे सब कुछ खुदा से मांग लिया, उनको मांग कर उठते नहीं है हाथ मेरे इस दुआ के बाद। वो किसी होर नूं नबी ना मान के ते किसी होर दे दायरे च ना वड़िया होवे, नबी पाक दी नबूवत दे दायरे दे अंदर रहे। एक ते पहली सिफत है। दूजी गल है कि वो किसी ऐसी गुमराही विच पै के, किसी ऐसी गलती विच पै के ते नसूस कुरानिया दा इनकार ना कर रहा होवे अपनी जहालत दी वजह तो, ला इल्मी दी वजह तो, या अपनी मन दी ख्वाहिश दी वजह तो, यानी इस्लाम दे जड़ियां बुनियादां ने उन्हां दे खिलाफ कोई हमलावर ना होवे अपनी किसी बेवकूफी दी वजह। बस ਇਹ ਵੇ ਮੋਟੀ ਤਾਰੀਫ ਮੁਸਲਮਾਨ ਦੀ। ਇਹਦੀ ਵਜ਼ਾਹਤ ਤੁਸੀਂ ਜਿੰਨੀ ਆਖੋ ਤੁਹਾਨੂੰ ਕਰ ਦਿੰਨੇ ਆ। ਉਹਨਾਂ ਮੁਸਲਮਾਨਾਂ ਦੀ ਗੱਲ ਕਰੋ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ। ਉਹਦੇ ਵਾਸਤੇ ਨਾ ਵਹਾਬੀ ਆਖਣ ਦੀ ਲੋੜ ਹੈ, ਨਾ ਬਰੇਲਵੀ ਦਿਓਬੰਦੀ ਆਖਣ ਦੀ ਲੋੜ ਹੈ, ਨਾ ਸੁन्नी ਆਖਣ ਦੀ ਲੋੜ ਹੈ, ਨਾ ਸ਼ੀਆ ਆਖਣ ਦੀ ਲੋੜ ਹੈ। ਸਭ ਮੁਸਲਮਾਨ ਨੇ ਜਿਹੜੇ ਇਹ ਦੋ ਚੀਜ਼ਾਂ ਨੂੰ ਜਾ ਕੇ ਟਕਰਾਉਂਦੇ ਨਹੀਂ ਹਨ। ਇੱਕ ਤੇ ਨਬੀ ਦੀ ਨਬੂਵਤ ਤੋੜ ਕੇ ਨਵੇਂ ਕਿਸੇ ਕਢਾਉਂਤੂ ਨਬੀ ਨੂੰ ਨਬੀ ਨਹੀਂ ਮੰਨਦੇ ਹਨ, ਕਿਉਂਕਿ ਨਬੀ ਪਾਕ ਨੇ ਫਰਮਾਇਆ ਮੇਰੇ ਬਾਅਦ ਤੇ ਨਬੂਵਤ ਖਤਮ ਹੈ। ਇਨ ਨਬੂਵਤ ਵਰ ਰਿਸਾਲਤ ਕਦ ਇਨਕਤਾਤ, मेरे बाद नबूवत और रिसालत बेशक खत्म हो गई है, मुनक़ते हो गई है। वालेकुम सलाम मलिक साहब। पहली गल तो ये कि नबी पाक तो बाद नबूवत मुनक़ते हो गई है। जिहड़ा नबूवत का दावा करता है नवा, वो नवी नबूवत घटदा है ते ओहदे दायरे च जिहड़ा टुर जांदा है वो नबी पाक दे नबूवत दे दायरे च निकल गया। बार क्या ਤੁਹਾਡੀ ਗੱਲ ਸੁਣ ਕੇ ਤੇ ਅਸਲ ਵਿੱਚ ਕਿ ਲਫ਼ਜ਼ਾਂ ਦੀ ਬਜਾਏ ਇਹ ਵੇਖਿਆ ਕਰੋ ਕਿ ਬੰਦਾ ਜਿਹੜਾ ਹੈ ਇਹਦੇ ਪਿੱਛੇ ਕੀ ਸੋਚ ਕੀ ਚੱਲ ਰਹੀ ਹੈ। ਟਾਕ ਮਾਸਟਰ ਸਾਹਿਬ ਜਿਸ ਵੇਲੇ ਗੱਲ ਕਰ ਰਹੇ ਸਨ ਨਾ ਤੇ ਮੈਂ ਬਿਜ਼ੀ ਸਾਂ, ਲੇਕਿਨ ਮੈਂ ਸੁਣ ਰਿਹਾ ਸਾਂ ਕਿ ਕਿਸ ਤਰ੍ਹਾਂ ਦੀ ਸੋਚ ਕਿਸ ਤਰ੍ਹਾਂ ਦੀ ਹੈ। ਇਹ ਵਾਬੀ ਮੁਸਲਮਾਨ ਨੇ, ਇਹ ਬਰੇਲਵੀ ਮੁਸਲਮਾਨ ਨੇ, ਇਹ ਸ਼ੀਆ ਮੁਸਲਮਾਨ ਨੇ, ਇਹ ਦੇਵਬੰਦੀ ਮੁਸਲਮਾਨ ਨੇ। क्यों ये अपने आप ਨੂੰ ਵਿੱਚ ਅਸਲ 'ਚ ਤੁੰਨਾ ਚਾਹੁੰਦੇ ਨੇ ਨਾ, ਅਹਿਮਦੀਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਨੇ। ਹਾਲਾਂਕਿ ਅਹਿਮਦੀਆਂ ਵਿਚਾਰਿਆਂ ਨੂੰ ਸਭ ਨੇ ਫਾਇਰ ਕੀਤਾ ਹੈ। ਅੱਛਾ ਮਜ਼ੇ ਦੀ ਗੱਲ ਹੈ ਵੇ ਭੱਜ ਕੇ ਇਹ ਮਤਲਬ ਦਾ ਬਰੇਲਵੀ ਨੇ ਕਿਹਾ ਤੁਹਾਨੂੰ ਤੇ ਅੱਛਾ ਜਦੋਂ ਬੰਦਾ ਪੁੱਛੇ ਉਸੇ ਫਤਵੇ ਦੇ ਅੰਦਰ ਤੇ ਤੁਹਾਡੇ ਵੀ ਮਾਂ ਪਿਓ ਨੇ ਉਹੀ ਕਿਹਾ ਨਾ, ਤੇ ਉੱਥੋਂ ਕਿਸ ਤਰ੍ਹਾਂ ਨਸਨ ਦਾ ਚੌਰ ਦਰਵਾਜ਼ਾ ਬਣਾਇਆ? ਨਹੀਂ ਅਸੀਂ ਤੇ ਜਮਾਤ ਤੋਂ ਬਾਹਰ, ਸਾਡੇ ਤੇ ਨਹੀਂ ਫਤਵਾ ਲਾਇਆ। ਉਹ ਦੋ ਇਹਨਾਂ ਦੀ ਤੇ ਮਾਂ ਭੈਣ ਇੱਕ ਹੋ ਗਈ ਉਹਦੇ ਵਿੱਚ। ਅੱਲਾ ਹਜ਼ਰਤ ਨੇ ਤੇ ਅੱਲਾ ਹਜ਼ਰਤ ਨੇ ਭਾਬੀਆਂ ਨੂੰ ਤੇ ਵੈਸੇ ਆਖਿਆ ਨਾ। ਹਾਂਜੀ ਮੈਂ ਕਹਿ ਰਿਹਾ ਉਹ ਜਿੱਥੇ ਭਾਬੀਆਂ ਨੂੰ ਆਖੇ ਤੇ ਤੁਹਾਡੀ ਮਾਂ ਨੂੰ ਉਹਨਾਂ ਨੇ ਫੁੱਲ ਪਾਏ ਉਸੇ ਫਤਵੇ ਦੇ ਅੰਦਰ ਇਹਨਾਂ ਦੀ ਅੰਮਾ ਨੂੰ ਤਾਂ ਅੱਲਾ ਹਜ਼ਰਤ ਨੇ ਸਿੰਘਾਂ ਤੇ ਚੁੱਕੇ ਫੁੱਲ ਪਾਏ ਨੇ ਨਾ। ਜਿਹੜਾ ਉਹਨਾਂ ਨੇ ਸਾਰਿਆਂ ਦਾ ਫਤਵਾ ਲਾਇਆ, ਕਹਿੰਦੇ ਨੇ ਅਸੀਂ ਤੇ ਜਮਾਤ ਤੋਂ ਬਾਹਰ ਆ, ਤੁਸੀਂ ਜਮਾਤ ਦੇ ਅੰਦਰ, ਤੁਸੀਂ ਜਵਾਬ ਤੁਹਾਡੇ ਤੇ ਫਤਵਾ ਆਏਗਾ। ਇਹਨੇ ਜਦੋਂ ਫਤਵਾ ਲਾਇਆ ਹੈ 74 ਤੋਂ ਪਹਿਲਾਂ ਹੀ ਲਾਇਆ ਨਾ, ਤੇ ਉਹਦੇ ਅੰਦਰ ਤੇ ਫਿਰ ਅਹਿਮਦੀਜ਼ ਵੀ ਆਣਗੇ ਤੇ ਉੱਥੋਂ ਕਿਉਂ ਫਿਰ ਨਸ ਜਾਂਦੇ ਨੇ? ਅਮਨ ਨਜ਼ੀਰ ਸਾਹਿਬ, ਇਹ ਆਲਾ ਹਜ਼ਰਤ ਦਾ ਕੀ ਮਤਲਬ ਹੁੰਦਾ ਹੈ? ਸਿਰਫ ਆਲਾ ਹਜ਼ਰਤ? ਆਲਾ ਹਜ਼ਰਤ ਬਸ ਮੁਹੱਬਤ ਨਾਲ ਕਿਸੇ ਨੇ ਕਹਿਣਾ ਸ਼ੁਰੂ ਕਰਤਾ ਆਲਾ ਹਜ਼ਰਤ। ਵੈਸੇ ਤੇ ਹਜ਼ਰਤ ਕਹਿੰਦੇ ਨੇ ਨਾ ਬਜ਼ੁਰਗਾਂ ਨੂੰ, ਜਿਹੜੇ ਕੋਈ ਬਜ਼ੁਰਗ ਆਲਮ ਜਿਨ੍ਹਾਂ ਹਜ਼ਰਤ ਸਾਹਿਬ, ਉਹ ਆਲਾ ਹਜ਼ਰਤ ਮਤਲਬ ਜ਼ਿਆਦਾ ਆਲਾ ਬਜ਼ੁਰਗ ਨੇ। ਮਤਲਬ ਨਬੀ ਕਰੀਮ ਤੋਂ ਅਸੀਂ ਸਿਰਫ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕਹਿੰਦੇ ਆ, ਆਲਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨਹੀਂ ਕਹਿੰਦੇ। ਤੇ ਇਹਦਾ ਮਤਲਬ ਹੈ ਕਿ ਇਹ तमाम ਹਜ਼ਰਤਾਂ ਤੋਂ ਆਲਾ ਨੇ ਇਨਕਲੂਡਿੰਗ ਨਬੀ ਕਰੀਮ। ਇਹਦਾ ਮਤਲਬ ਇਹ ਨਹੀਂ ਹੈ। ਇਹਦਾ ਮਤਲਬ ਨਹੀਂ, ਅਗਰ ਮਿਰਜ਼ਾ ਸਾਹਿਬ ਦੇ ਨਾਂ ਦੇ ਨਾਲ ਹੁੰਦਾ ਨਾ ਆਲਾ ਮਿਰਜ਼ਾ ਸਾਹਿਬ ਹਜ਼ਰਤ, ਆਲਾ ਹਜ਼ਰਤ ਮਿਰਜ਼ਾ ਸਾਹਿਬ,
ਫਿਰ ਇਹ ਤੋਹੀ ਬਣ ਜਾਣੀ ਸੀ ਕਿ ਦੇਖੋ ਜੀ ਇਹ ਨਬੀ ਤੋਂ ਵੀ ਆਪਣੇ ਆਪ ਨੂੰ ਹਜ਼ਰਤ ਕਿਹੜਾ ਕਰਵਾਇਆ। ਦਾਵਾ ਜਿਹੜਾ ਮਿਰਜ਼ਾ ਸਾਹਿਬ ਨੇ ਕਿਉਂਕਿ ਹੁਣ ਆਲਾ ਹਜ਼ਰਤ ਇਸਤੇਮਾਲ ਹੋ ਰਿਹਾ ਅਹਿਮਦ ਰਜ਼ਾ ਬਰੇਲਵੀ ਵਾਸਤੇ, ਤੇ ਉਹ ਤੋਹੀਨ ਦੇ ਜ਼ੁਮਰੇ 'ਚ ਨਹੀਂ ਆਏਗਾ ਕਿ ਨਬੀ ਕਰੀਮ ਸਿਰਫ ਹਜ਼ਰਤ ਮੁਹੰਮਦ ਨੇ, ਲੇਕਿਨ ਜਿਹੜੇ ਇਮਾਮ ਅਹਿਮਦ ਰਜ਼ਾ ਨੇ ਉਹ ਆਲਾ ਹਜ਼ਰਤ ਨੇ, ਉਹਨਾਂ ਦਾ ਹਜ਼ਰਤ ਤੋਂ ਵੀ ਪਹਿਲੇ ਇੱਕ ਟਾਈਟਲ ਲੱਗ ਰਿਹਾ ਜਿਹੜਾ ਨਬੀ ਆ ਕਰੀਮ ਗਈ ਦੇ ਗੱਲ ਨਾਲ ਸਮਝ ਆ ਗਈ ਜਵਾਬ ਲੈ ਲਓ ਜਵਾਬ ਲੈ ਲਓ। शेख साहब इसको ते उठते दी गल मिर्जा साहब ने की इंतने भी मंजिल करशी ਅਸਦ ਸਾਹਿਬ ਇੱਕ ਮਿੰਟ ਅਸਦ ਸਾਹਿਬ ਇੱਕ ਮਿੰਟ ਜਿਹੜਾ ਆਲਾ ਹਜ਼ਰਤ ਲਫ਼ਜ਼ ਹੈ ਇਹ ਤੋਹੀਨ ਦਾ ਲਫ਼ਜ਼ ਹੈ, ਇਹ ਨਬੀ ਪਾਕ ਦੀ ਤੋਹੀਨ ਹੁੰਦੀ ਆਲਾ ਹਜ਼ਰਤ ਕਹਿਣ ਨਾਲ। ਜੇ ਮੈਂ ਆਪਣੇ ਟਾਈਟਲ ਨਾਲ ਇਹੋ ਜਿਹਾ ਟਾਈਟਲ ਲਾਵਾਂ ਹਾਂ ਵੀ ਮੈਂ ਦੁਨੀਆ ਦੇ तमाम ਹਜ਼ਰਤ ਜਿੰਨੇ ਵੀ ਹਜ਼ਰਤ ਨੇ ਇੱਕ ਤੋਂ ਲੈ ਕੇ 1000 ਤੱਕ ਉਹਨਾਂ ਸਭ ਤੋਂ ਟਾਈਟਲ ਮੇਰਾ ਉਤਰਿਆ ਮੈਂ ਆਲਾ ਹਜ਼ਰਤ ਹਾਂ। ਉਹ ਯਾਰ ਸਾਰੇ ਕਿਹਨੇ ਗੱਲ ਸਮਝੇ ਮੈਂ ਹਜ਼ਰਤ ਆਲਾ ਹਜ਼ਰਤ ਹਾਂ। ਤੇ ਫਿਰ ਹੁੰਦੀ ਹੈ ਬਿਲਕੁਲ ਹਜ਼ਰਤ ਜੀ ਐਨੀ ਗੱਲ ਮੈਨੂੰ ਕਹਿ ਦਵੋ, ਇਹ ਰਿਕਾਰਡਿੰਗ ਆਨ ਕਰਿਓ ਜ਼ਰਾ ਨੀਡੋ, ਐਨੀ ਗੱਲ ਕਹਿ ਦਵੋ ਕਿ ਜਿਹੜਾ ਬੰਦਾ ਆਪਣੇ ਬਜ਼ੁਰਗ ਨਾਲ ਆਲਾ ਹਜ਼ਰਤ ਲਿਖਦਾ ਹੈ ਉਹ ਨਬੀ ਪਾਕ ਦਾ ਗੁਸਤਾਖ ਹੈ। ਜ਼ਰਾ ਕਹਿਣਾ ਇੱਕ ਆਡੀਓ ਚ ਰਿਕਾਰਡ ਕਰਾ ਦਿਓ ਬਸ। ਮੇਰੇ ਨਜ਼ਦੀਕ ਤੇ ਮੈਂ ਤੇ ਬਿਲਕੁਲ ਸਮਝਣਾ ਕਿ ਉਹ ਦੱਸ ਰਿਹਾ ਕਿ ਯਾਰ ਨਬੀ ਕਰੀਮ ਨੂੰ ਸਿਰਫ ਹਜ਼ਰਤ ਕਹਿਣਾ, ਮੈਨੂੰ ਆਲਾ ਹਜ਼ਰਤ ਕਹਿਣਾ। ਮੈਂ ਕਿਹਾ ਜੇ ਮੈਂ ਤੁਹਾਨੂੰ ਉਹ ਆਲਾ हजरत कहने वाला बता देता तो ਉਹਨੂੰ ਫਿਰ टाइटल के साथ नबी के टाइटल से बड़ा टाइटल हजरत आहो हजरत हम नबी करीम को कहते हैं। ਉਹਨੂੰ ਕਹੋਗੇ ਨਾ ਉਹਨੂੰ ਗੁਸਤਾਖ ਕਹੋਗੇ ਨਾ ਮੈਂ ਵਹਾਵਾਂ ਜਿੰਨੇ ਆਲਾ हजरत ਆਖਿਆ ਇਸ ਤੋਂ ਬਾਵਜੂਦ ਵੀ ਮੈਂ ਉਹਨਾਂ ਨੂੰ ਗੁਸਤਾਖ ਹੀ ਸਮਝਣਾ ਅੱਲਾਹ ਤੇ ਰਸੂਲ ਦਾ। ਜਿਹੜਾ ਅੱਲਾਹ ਦਾ ਗੁਸਤਾਖ ਹੋਵੇ ਉਹ ਰਸੂਲ ਦਾ ਗੁਸਤਾਖ ਵੀ ਅਗਰ ਹੋਏ ਤੇ ਕਿੱਡਾ ਠੀਕ ਹੈ ਉਹ ਤਾਂ ਠੀਕ ਉਹ ਤੇ ਇੱਕ ਅਲੱਗ ਗੱਲ ਹੈ। ਮੈਂ ਕਿਹਾ ਭਾਬੀਆਂ ਦਾ ਖੁਦਾ ਇੰਜ ਕਰਦਾ ਤੇ ਫਲਾਣਿਆਂ ਦਾ ਖੁਦਾ ਇੰਜ ਕਰਦਾ। ਅੱਲਾਹ ਦਾ ਗੁਸਤਾਖ ਹੋਣਾ ਛੋਟੀ ਗੱਲ ਹੈ, ਲੇਕਿਨ ਨਬੀ ਦਾ ਗੁਸਤਾਖ ਹੋਣਾ ਵੱਡੀ ਗੱਲ ਹੈ। ਦੂਜੇ ਪਾਸੇ ਨਾ ਜਾਓ, ਨਬੀ ਨਹੀਂ ਕਰਨੀ ਇਹ ਕਹਿ ਰਹੇ ਹੋ। ਗੁਸਤਾਖ ਤੇ ਮੇਰੀ ਨਜ਼ਰ ਵਿੱਚ ਹੈ ਹੀ ਹੈ ਨੇ। ਹਫੀਜ਼ ਸ਼ੇਖ ਸਾਹਿਬ ਅਮਰ ਵਿੱਚ ਤੇ ਦੂਜਿਆਂ ਮਜਾਦਾਂ 'ਚ ਫਰਕ ਕੀ ਹੈ ਕਿ ਅਮਰ ਸੱਜੇ ਖੱਬੇ ਨਹੀਂ ਉਹ ਸਟਿਕ ਕਰਕੇ ਰੱਖਦਾ ਵੀ ਇੱਥੇ ਹੁਣ ਗੱਲ ਆਲਾ हजरत ਕਹਿਣ ਵਾਲਾ ਗੁਸਤਾਖ ਹੈ ਨਾ, ਕਿਸੇ ਹੋਰ ਨੂੰ ਆਲਾ हजरत ਕਹਿਣ ਵਾਲਾ ਗੁਸਤਾਖ ਹੈ ਨਾ। ਮੇਰੇ ਨਜ਼ਦੀਕ ਗੁਸਤਾਖ ਹੈ ਗੁਸਤਾਖ ਠੀਕ ਹੈ। ਰਿਕਾਰਡ ਕਰ ਲੈਣਾ ਨੀਡੋ ਇੱਕ ਮਿੰਟ ਮੈਂ ਤੁਹਾਨੂੰ ਦੱਸਣਾ ਆਲਾ हजरत ਕਿਹਨੂੰ ਕਿਹਾ ਗਿਆ। ਮੈਂ ਦੱਸਣਾ ਇੱਕ ਮਿੰਟ ਮੈਨੂੰ ਇਹਦੇ ਤੇ ਮੈਨੂੰ ਫਤਵਾ ਲੱਗਦਾ ਲੱਗੀ ਹੋਈ ਹੈ ਰਿਕਾਰਡਿੰਗ ਨਹੀਂ ਤੁਹਾਡੇ ਤੇ ਨਹੀਂ ਫਤਵਾ ਲੱਗਦਾ। ਫਤਵਾ ਤੇ ਉਹਨਾਂ ਤੇ ਲੱਗੇਗਾ ਜਿਹੜੇ ਆਲਾ हजरत ਕਹਿੰਦੇ ਹੋਣਗੇ। ਤੁਸੀਂ ਫਤਵਾ ਤੇ ਤੁਸੀਂ ਤਾਂ ਮੁਫਤੀ ਆਪ ਹੋ। ਮੈਂ ਨਹੀਂ ਮੁਫਤੀ, ਮੈਂ ਨਹੀਂ ਤੁਸੀਂ ਰਿਕਾਰਡਿੰਗ ਕਰਵਾਉਣਾ ਚਾਹ ਰਹੇ ਸੀ। ਮੈਂ ਕਿਹਾ ਸ਼ਾਇਦ ਕਹਿ ਕੇ ਨਾ ਭੇਜੋਗੇ ਵੱਡੇ ਮੁਫਤੀਆਂ ਕੋਲ ਤੇ ਫਤਵਾ ਲਾਓ। ਸਰ ਸ਼ੇਖ ਸਾਹਿਬ मोहतरम ਤੁਸੀਂ ਤੇ ਖੁਦ ਫਤਵਾ ਦੇ ਰਹੇ ਹੋ ਕਿ ਜਿਹੜਾ ਆਲਾ हजरत ਕਹਿੰਦਾ ਏ ਉਹ ਗੁਸਤਾਖ ਹੈ। ਤੇ ਮੈਂ ਹੁਣ ਤੁਹਾਨੂੰ ਪੇਸ਼ ਕਰਨ ਲੱਗਾ 10 ਮਿੰਟ ਮੈਨੂੰ ਦੇ ਦਿਓ, ਮੈਨੂੰ ਇਹ ਰੋਡ ਦੇ ਉੱਤੇ ਬਿਜ਼ੀ ਆ ਤੇ ਮੈਂ ਤੁਹਾਨੂੰ ਵਹਾਨਾ ਵੀ ਆਲਾ हजरत ਕਿੰਨੇ ਕਿਹਾ ਤੇ ਉਹ ਗੁਸਤਾਖ ਤੁਸੀਂ ਉਹਨੂੰ ਬਾਈ ਨੇਮ ਕਹਿਣਾ ਕਿ ਵੱਡਾ ਗੁਸਤਾਖ ਹੈ ਨਬੀ ਪਾਕ ਦਾ ਸ਼ਾਤਮ ਹੈ ਕਹਿਣਾ ਇੰਜ ਹੀ ਕਹਿਣਾ ਇਹ ਗੁਸਤਾਖ ਹੈ ਨਬੀ ਪਾਕ ਦਾ। ਉਹਦਾ ਟਾਈਟਲ ਹੈ ਉਹਨੇ ਕਿਹਾ ਕਿ ਮੇਰਾ ਟਾਈਟਲ ਹੈ ਮੈਨੂੰ ਆਲਾ ਕਹੋ। ਉਹ ਮੈਂ ਦੱਸਣਾ ਨਾ ਉਹ ਤੇ ਅਗਲੀ ਤਫਸੀਰ ਮੈਂ ਤੁਹਾਨੂੰ ਤੁਸੀਂ ਜਿਸ ਤਰ੍ਹਾਂ ਦੀ ਰੰਗਬਾਜ਼ੀ ਪਾ ਕੇ ਦੱਸਣਾ ਉਹ ਮੈਨੂੰ ਬੜਾ ਡਾਟਾ ਪਤਾ ਹੈ। ਰੰਗ ਨਹੀਂ ਪਾਣ ਲਗਾ ਅੱਲਾ ਦੀ ਕਸਮ ਖਾ ਕੇ ਉਹ ਯਾਰ ਤੁਹਾਡੇ ਕੋਲ ਗੁਰ ਹੈਗਾ ਸ਼ੇਖ ਸਾਹਿਬ ਉਹ ਯਾਰ ਨੀਡੋ ਜਾ ਦੁਨੀਆ ਦਾ ਕੋਈ ਵੀ ਅਲ-ਫਜ਼ਲ ਅਖਬਾਰ ਖੋਲ ਲੈ ਅਖਬਾਰ ਖੋਲ ਲੈ। ਮੈਂ ਕਿਉਂ ਖੋਲਾ ਅਲ-ਫਜ਼ਲ? ਨਹੀਂ ਸੌਰੀ ਮੇਰੇ ਮੂੰਹ ਚ ਸਲਿਪ ਆਫ ਟੰਗ ਅਲ-ਹਕਮ ਖੋਲ ਸ਼ਾਰਪ ਸ਼ੂਟਰ 1903 ਦਾ 4 ਦਾ ਜਾ ਜੇ ਉੱਥੇ ਆਲਾ हजरत ਨਾਂ ਲਿਖਿਆ ਮੇਰਾ ਨਾਮ ਬਦਲ ਦੀ। ਖੋਲ ਕੋਈ ਵੀ ਖੋਲ ਦੇ ਅਲ-ਹਕਮ ਤੇ ਇਹਨੂੰ ਸਕਰੀਨਸ਼ਾਟ ਲਾ ਦੇ। ਮਿਰਜ਼ਾ ਕਾਦੀਆਨੀ ਦੀ ਜ਼ਿੰਦਗੀ ਦੇ ਵਿੱਚ ਉਹਨੂੰ ਆਲਾ हजरत ਕਹਿੰਦੇ ਰਹੇ ਨੇ ਔਰ ਅਖਬਾਰ ਦੇ ਉੱਤੇ ਮੇਰੀ ਗੱਲ ਸੁਣੋ ਤੁਸੀਂ ਪੜ੍ਹਿਆ ਨਹੀਂ ਹੈ ਮੇਰੀਆਂ ਅੱਖਾਂ ਦੀਆਂ ਹੋ ਗਈਆਂ ਪੜ ਆਲਾ हजरत ਲਿਖ ਕੇ ਲਿਖਿਆ ਹੁੰਦਾ ਸੀ ਆਲਾ हजरत की आज रात का नवा लाम नवी शुरली ਉੱਤੇ ਆਲਾ हजरत ਲਿਖਿਆ ਹੁੰਦਾ। ਬਹਾਨਾ ਮੈਂ ਇੱਕ ਮਿੰਟ ਦੀ ਓਏ ਗੱਲ ਤਾਂ ਸੁਣ ਲਓ ਨਾ। ਆਲਾ हजरत ਮਿਰਜ਼ਾ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਇਲਹਾਮ ਦੇ ਉੱਤੇ ਲਿਖਿਆ ਹੁੰਦਾ ਸੀ ਕਿ ਆਲਾ हजरत का नया इल्हाम आला हजरत की नई ਲਿਖਦਾ ਕੌਣ ਸੀ? ਲਿਖਦਾ ਕੌਣ ਸੀ? ਉਹਨਾਂ ਦੇ ਮਰੀਦ ਮਿਰਜ਼ਾ ਸਾਹਿਬ ਨੇ ਕਿਹਾ ਕਿ ਮੈਂ ਆਲਾ हजरत ਹਾਂ। ਉਹ ਮਿਰਜ਼ਾ ਸਾਹਿਬ ਦੇ ਸਾਹਮਣੇ ਉਹਨੂੰ ਕਹਿੰਦੇ ਪਏ ਸਨ ਕਿ ਉਹਨੇ ਨਹੀਂ ਮਨਾ ਕੀਤਾ ਵੀ ਤੂੰ ਗੁਸਤਾਖ ਹੈ ਨਬੀ ਦਾ ਮੈਨੂੰ ਆਲਾ हजरत ਕਹਿਣ ਲੱਗੇ ਆ।
ਇਹਦਾ ਮਤਲਬ ਮਿਰਜ਼ਾ ਸਾਹਿਬ ਵੀ ਸ਼ਾਮਲ ਨੇ ਵਿੱਚ ਇਸ ਗੁਸਤਾਖੀ ਦੇ। ਇੱਕ ਮਿੰਟ ਖਲੋ ਜਾ, ਸ਼ਾਰਪ ਸ਼ੂਟਰ ਖੋਲੀ, ਮੈਂ ਆਇਆ ਇੱਕ ਮਿੰਟ। ਹਾਂ ਕੋਈ ਨਹੀਂ ਤੁਸੀਂ, ਮੈਂ ਤੁਹਾਨੂੰ ਕਹਤਾ ਕਿ ਮਿਰਜ਼ਾ ਸਾਹਿਬ ਨੇ ਕਿੱਥੇ ਨਹੀਂ ਗਿਆ। ਦੁਨੀਆ ਦੇ ਕਿਸੇ ਗਰੋਹ ਦੇ ਉੱਤੇ, ਕਿਸੇ ਕੌਮ ਦੇ ਉੱਤੇ ਸ਼ਾਤਮੀਅਤ ਦਾ ਐਸਾ ਕੋਈ ਫਤਵਾ ਨਹੀਂ ਲੱਗਦਾ ਜਿਹੜਾ ਮਿਰਜ਼ਾਈਆਂ ਤੇ ਨਹੀਂ ਲੱਗਦਾ। ਹਰ ਸ਼ਾਤਮੀਅਤ, ਹਰ ਗੁਸਤਾਖੀ, ਹਰ ਗੰਦ ਇਹਨਾਂ ਦੇ ਵਿੱਚ ਪਾਇਆ ਜਾਂਦਾ। ਇੱਥੇ ਹਿੰਮਤ ਕਰੋ ਨਾ, ਅੱਲਾ ਨੂੰ ਗਵਾਹ ਬਣਾ ਕੇ ਕਹੋ ਆਲਾ ਹਜ਼ਰਤ ਨੇ ਦੇਵਬੰਦੀਆਂ ਬਰੇਲਵੀਆਂ ਦੇ ਖੁਦਾ ਦੇ ਬਾਰੇ ਕਿਹਾ ਕਿਹਾ, ਕਹੋ ਨਾ, ਹਿੰਮਤ ਹੈ ਜੇ ਉਹਨਾਂ ਨੇ। ਹਾਂ ਮੈਂ ਦੱਸਣਾ ਕਿ ਉਹਨਾਂ ਨੇ ਕਿਹਾ ਨਹੀਂ ਹਿੰਮਤ। ਉਹ ਸੁਣ ਲਓ ਨਾ ਬਈ, ਸੁਣ ਲਓ ਨਾ। ਉਹਨਾਂ ਨੇ ਦੇਵਬੰਦੀਆਂ ਦੇ, ਵਾਬੀਆਂ ਦੇ ਖੁਦਾ ਦੇ ਬਾਰੇ ਜੋ ਕੁਝ ਕਿਹਾ ਨਾ, ਉਹਨਾਂ ਦੀਆਂ ਮੌਲਵੀਆਂ ਦੀਆਂ ਕਿਤਾਬਾਂ ਨੂੰ ਵੇਖ ਕੇ ਉਹਦੇ ਚੋਂ ਇੱਕ ਕਨਕਲੂਜਨ ਕੱਢ ਕੇ ਤੇ ਪੇਸ਼ ਕੀਤਾ ਬਈ ਇਹ ਇੰਜ ਦੇ ਖੁਦਾ ਨੂੰ ਮੰਨਦੇ ਨੇ, ਠੀਕ ਹੈ। ਉਹ ਕੋਈ ਵਾਬੀ ਜਾਂ ਦੇਵਬੰਦੀ ਉਹਨੂੰ ਕਿਉਂ ਨਹੀਂ ਕਰਦਾ ਕਿ ਅਸੀਂ ਇਹ ਮੰਨਨੇ ਆ। ਜੇ ਅਗਲਾ ਉਹ ਮੰਨੇ ਕਿ ਸਾਡਾ ਖੁਦਾ ਝੂਠ ਬੋਲ ਸਕਦਾ ਹੈ, ਸਾਡਾ ਖੁਦਾ ਇੰਜ ਫਿਰ ਤੇ ਉਹ ਆਉਣ ਹੁੰਦਾ, ਫਿਰ ਤੇ ਫਤਵਾ ਬਰਕਰਾਰ ਰਹਿੰਦਾ, ਵਰਨਾ ਤਾਂ ਖਤਮ ਹੋ ਜਾਂਦੀ ਗੱਲ। ਬਹੁਤ ਆਲਾ ਸਮਝ ਆ ਗਈ ਕਿ ਉਹਨਾਂ ਨੇ ਕਨਕਲੂਜਨ ਕੱਢਿਆ ਉਹਨਾਂ ਦੇ ਮੌਲਵੀਆਂ ਦੇ, ਉਹਨਾਂ ਦੇ ਮੌਲਵੀਆਂ ਨੇ। ਇੱਕ ਮਿੰਟ, ਹੁਣ ਅੱਲਾ ਹਜ਼ਰਤ ਦਾ ਫਤਵਾ ਆ ਗਿਆ, ਉਹਨਾਂ ਦੇ ਮੌਲਵੀਆਂ ਨੇ ਐਡਮਿਟ ਕੀਤਾ ਕਿ ਸਾਡਾ ਖੁਦਾ ਅੱਲਾ ਹਜ਼ਰਤ ਦਾ ਹਵਾਲਾ ਆ ਗਿਆ, ਸਬਰ ਕਰੋ। ਅੱਲਾ हज़रत हफीज भाई मेरी बात सुने, हफीज भाई मेरी बात सुने कि भाई इनके मौलवी कहते हैं हमारा खुदा माज़अल्लाह इस किस्म के काम। और यार वो भी देखने हैं, खुदा दी तो गल दस दी देखने हैं। अच्छा हफीज भाई बात सुने ना, प्यारे भाई हफीज भाई बात सुने। आमिर भाई मिर्जा साहब ने भी कहा है कि मेरे खुदा के साथ ऐसे नानी तल्लुकात है कि जो बयान के काबिल नहीं, तो वो कौन सा खुदा था हफीज भाई? यार मैं कुछ कह दूंगा नीडू तो फिर अच्छा नहीं होगा। निहानी का भाई आप कहेंगे, आप जैसे पहले मुझे ये बताओ निहानी का मतलब क्या है? नंगा। हफीज भाई नहीं नंगा नहीं होता। मिर्जा साहब ने लिखा भी हुआ है, मिर्जा साहब ने ये लिखा हुआ है इसका मतलब, बरहना मिर्जा साहब ने इसका मतलब लिखा हुआ है नंगा। अच्छा मुझे एक बात बताएं आमिर नजीर साहब, अगर आपको मैं कहूँगा अपनी नंगी आंख से ये देखो तो इसका क्या मतलब है? नंगी आंख का क्या मतलब होगा? आंख ते नंगी, तल्लका ते नंगे जेड़े ने वो ते गंदे हुंदे ने। नहीं तो तुसी निहानी आंख नंगी तो मतलब है कि आंख दे उत्ते पट्टी नहीं होनी चाहिए। आमिर साहब आपने जो सिर्फ ये बात होती है जिसका तवफ़ैतनी के मतलब, हफीज भाई मिर्जा साहब ने खुद कहा कि मैंने अपने आप को अल्लाह के साथ एक सुने यार नीडू साहब सुनने, जब आप तवफ़ैतनी के मानी जो है वो मौत लेते ही नहीं हो, आप कहते हो तवफ़ैतनी किसी सूरत में मौत है ही नहीं, जिंदा है, बिल्कुल जिंदा। इसी तरह निहानी का मतलब सिर्फ ये नंगा नहीं होता, निहानी का मतलब पोशीदा भी होता है। वाओ ना आप पोशीदा है। मिर्जा साहब ने तो मैंने पोशीदा कीता है। नहीं मिर्जा साहब ने की कीता कि ब्रैकेट च लिखेगा बिल्कुल नंगे जिस्मानी ताल्लुकात। मिर्जा साहब ने की लिखा है, मैं नहीं उन्होंने ब्रैकेट च अगे लिखा है ना, मेरे अल्लाह ताला के साथ जिस्मानी ताल्लुकात। आला पे आओ, आला हजरत पे आओ, गल चेंज हो रही है, आला हजरत दी गल कर लो। पहला आला हजरत ने बैठ लो तो फिर निहानी का मतलब पोशीदा ਹੁੰਦਾ ਕਿ ਨਹੀਂ ਹੁੰਦਾ? निहान भी करने आला हजरत ते आइयो पहले ਨਾਇਓ ਬਾਅਦ ਚ ਪਹਿਲਾਂ ਆਲਾ ਹਜ਼ਰਤ ਫੜ ਲਓ। ਹਾਂ ਸਾਬ ਸ਼ੁਕਰ ਖੋਲ ਯਾਰ 1903 ਜਾਂ 4 ਦਾ ਪਿਓ ਲੱਗਣ ਸਾਰਾ ਲਕਮ ਦੇ ਉੱਤੇ ਸਵੇਰੇ ਲਿਖਿਆ ਹੁੰਦਾ ਸੀ ਆਲਾ ਹਜ਼ਰਤ ਕੀ ਨਈ ਸ਼ੁਰਲੀ ਨਈ ਵਹੀ ਰਾਤ ਕੋ ਨਾਜ਼ਲ ਹੋਈ ਹੈ। ਲਿਖਿਆ ਰਹੇ ਤੁਸੀਂ ਤੇ ਦਰਜਾ ਦਿੰਦੇ ਹੋ ਉਹਨਾਂ ਨੂੰ ਨਬੀ ਕਰੀਮ ਤੋਂ ਵੱਧ। ਆਲਾ ਹਜ਼ਰਤ ਨੇ ਕੋਈ ਗੱਲ ਨਹੀਂ, ਆਲਾ ਹਜ਼ਰਤ ਨੇ ਫਲਾਣਾ ਕੰਮ ਕਰ ਦਿੱਤਾ ਕੋਈ ਗੱਲ ਨਹੀਂ। ਇੱਕ ਮਿੰਟ ਜਿਹੜਾ ਆਲਾ ਹਜ਼ਰਤ ਨੰਗੇ ਹੋ ਕੇ ਬਾਜ਼ਾਰਾਂ 'ਚ ਫਿਰਦੇ ਰਹਿੰਦੇ ਸੀ ਕੋਈ ਗੱਲ ਨਹੀਂ। ਆਲਾ ਹਜ਼ਰਤ को कमीज चुक के औरतों को खाते सन कोई गल नहीं। हफीज साहब नहीं ऐसे ना करें बात, देखें ये गलत बात है हफीज साहब। असद भाई आप मौजूद हैं? नहीं ये मैं खुद कर रहा हूँ, ये मेरी जाती है। इनको समझाएं इस तरह की बात ना करें, नीचे से कोई आला हजरत के मानने वाला आके बात करेगा। किताबों में ये लिखा है, हम आपको ना बताएं आला हजरत ने किताबों में क्या लिखा है। और भाई आला हजरत ने ऐसी कोई चीज नहीं लिखी जिस तरह की मिर्जा साहब ने लिखी है ना। मिर्जा साहब ने जो काम किया है इस तरह का काम करने वाला, यानी नबी पाक पर जुज़वी फजीलत भी अपनी जाहिर करने वाला कोई पाकिस्तान में या पूरी दुनिया इस्लामिक वर्ल्ड में एक बंदा दिखा दो, हम उसको वही जूता मारेंगे, वही छितर पे एक गंद का मारेंगे उसको कि तूने नबी पाक पर यह फजीलत कायम करने की कोशिश किया कि नबी पाक के 3000 मौजज़ात बताते हो, अपने 10 लाख से ज्यादा बताते हो। लानती, तू कहता है कि नबी पाक के लिए सिर्फ चांद ने गवाही दी, मेरे लिए चांद और सूरज दोनों ने गवाही दी। लाओ उस मरदूद को हमारे सामने, उसको छितर मारे। ये आप जो नबी पाक से बढ़कर मौजज़े अपने बयान करे, जो नबी पाक से बढ़कर अपने निशान बयान करे, उस लानती को हमारे सामने पेश करो। कौन मुसलमान है साहब? अगर आप इसमें तज़हीक का पहलू लेके आते हैं कि उनके लिए सिर्फ चांद ने गवाही दी और मेरे लिए चांद और सूरज ने दी, उन्होंने आगे लिखा है ना कि इससे साबित होता है कि मैं नबी करीम से आला और अफजल हूँ, वो मेरे से कम है दर्जे के हैं। इससे क्या साबित होता है वैसे? भाई जब उनके बारे में दी अल्लाह चांद ने और ये कह रहे हैं कि मेरे बारे में दोनों ने दी है, तो इसमें उसमें तकाबुल, मैंने उस दिन भी आपको कहा ये तकाबुल आप बीच में डालते हो कि ये नहीं तकाबुल आपसे पूछ लेते हैं, चांद ने दी, बल्कि वो ये कहना चाह रहे हैं, ये नहीं कह रहे कि हम अफजल हो गए, वो ये कह रहे हैं कि उनके बारे उनके लिए चांद ने गवाही दी, मेरे लिए दोनों ने दी है। तो इसमें क्या तकाबुल कहां से लेके आते हो, तस्दीक कहां से? आपका क्यों ये दिल करता है कि यार हमने ना साबित करना फलाना बंदा नबी करीम की तस्दीक कर रहा है?
क्यों इस तरह का दिल करता है आपका, मुझे नहीं समझ आती। मैं बताता हूँ ना, बात दूसरे को भी करने दिया करें ना, आप मुसलसल अब बोलते मैं चले ये जाओ। कहूँ नबी करीम अपने दौर में जहाज पे सफर नहीं करते थे, मैं तो वो शख्स हूँ जो जहाज पे सफर करता है, तो इसका मतलब है कि माज़अल्लाह नाउज़ुबिल्लाह बीमार मैं ये लोग हैं कहूँ यार, कि बात यार नहीं उनकी किसी को क्या करने शान दी। थी, मेरी शान देखो, मैं जहाज में सफर कर रहा ਤੁਸੀਂ हूँ। बीमार ਤੇ ਨਹੀਂ ਫੀ शेख साहब, ਤੁਸੀਂ नहीं मैं ਸਾਰੇ नहीं बीमार बीमार ਹੋ। हाँ, ਤੁਹਾਡਾ ਦਿਮਾਗ ਖਰਾਬ ਹੈ। ਲਾਹੌਰੀ ਵੀ ਬਿਮਾਰ, ਕਾਦੀਆਨੀ ਨਹੀਂ ਵੀ ਬਿਮਾਰ। ਤੁਸੀਂ ਮੈਨੂੰ ਦੱਸੋ ਨਾ, ਜੇ ਅੱਜ ਮੈਂ ਗੱਲ ਕਵਾਂ ਅਮਨ ਨਜ਼ੀਰ ਸਾਹਿਬ ਨਬੀ ਕਰੀਮ ਨੇ ਕਦੀ ਜਹਾਜ਼ ਤੇ ਸਫਰ ਕੀਤਾ, ਮੈਂ ਤੇ ਉਹ ਬੰਦਾ ਵਾਂ ਜਿਹੜਾ ਜਹਾਜ਼ ਤੇ ਸਫਰ ਕਰਦਾ, ਇਹਦਾ ਕੀ ਮਤਲਬ ਹੈ? ਇਹਦੇ भाई ਨਾਲ उनके ਤਾਂ दौर में तो ਫਜ਼ੀਲਤ ਸਾਬਤ ਨਹੀਂ जहाज था ही ਹੁੰਦੀ, ਇਹਦੇ नहीं। ਨਾਲ ਤਾਂ ਫਜ਼ੀਲਤ ਸਾਬਤ ਨਹੀਂ ਹੁੰਦੀ ਕਿਸੇ ਦੀ। हाँ, तो ਕੋਈ फिर ਜਹਾਜ਼ ਤੇ ਸਫਰ ਕਰੇ, नहीं ਘੋੜੇ आप ਤੇ नहीं सफर कहेंगे करे, ना कि यार ਇਹਦੇ ਨਾਲ देखो ये बता रहा है कि ये शख्स कह रहा है मुझे अल्लाह ताला ने ਜਿਹੜਾ वो ਕਵੇ ऐसे कि मुकाम नबी दिया कि मैं पाक जहाज़ों में ਦੀ सफर कर रहा हूँ, जो नबी करीम ने भी नहीं किया। तस्दीक ਕਿਸੇ ਦੂਜੇ ਦੀ ਵੀ ਸੁਣ ਲਓ ਯਾਰ, ਉਹ ਬਿਮਾਰੋ, तस्दीक ढूंढनी है ना आपने। ਉਹ ਦੂਜੇ ਦੀ ਵੀ ਸੁਣ ਲਓ ਨਾ, ਦੂਜੇ ਨੂੰ ਵੀ ਗੱਲ ਕਰ ਲੈਂਦੇ ਹੋ, ਤੁਹਾਨੂੰ ਕੀ ਮਸਲਾ ਕੀ ਹੈ? ਜੇ ਦੂਜਾ ਗੱਲ ਕਰੇਗਾ ਤੇ ਤੁਹਾਡੀ ਕਿਹੜੀ ਜਿਹੜੀ ਹੈ ਉਹ ਗਾਂ ਖੁੱਲ ਜੇਗੀ, ਦੂਜੇ ਨੂੰ ਵੀ ਮੌਕਾ ਤਾਂ ਦਿਓ। ਅਗਰ ਕੋਈ ਬੰਦਾ ਇਹ ਕਹਿੰਦਾ ਹੈ ਕਿ ਨਬੀ ਪਾਕ ਦੀ ਇੱਕ ਬੰਦੇ ਨੇ ਤਸਦੀਕ ਕੀਤੀ ਹੈ, ਮੇਰੀ ਦੋ ਬੰਦੇ ਨੇ ਤਸਦੀਕ ਕੀਤੀ ਹੈ, ਸੇਮ ਉਹੀ ਚੀਜ਼ ਆਪਣੇ ਤੇ ਅਪਲਾਈ ਕਰਕੇ ਉਹਨੂੰ ਦੋ ਨਾਲ ਜ਼ਰਬ ਦਿੰਦਾ ਹੈ, ਇਹਦਾ ਮਤਲਬ ਆਪਣੀ ਫਜ਼ੀਲਤ ਵੀ ਬਿਆਨ ਕਰਦਾ ਹੈ ਨਾ ਕਿ ਨਬੀ ਪਾਕ ਦਾ ਇੱਕ ਮੌਜਜ਼ਾ, ਮੇਰੇ ਦੋ ਮੌਜਜ਼ੇ ਨੇ। ਨਬੀ ਪਾਕ ਦੇ ਵਾਸਤੇ ਚੰਨ ਨੇ ਗਵਾਹੀ ਦਿੱਤੀ, ਮੇਰੇ ਵਾਸਤੇ ਚੰਨ ਤੇ ਸੂਰਜ ਦੋਵਾਂ ਨੇ ਗਵਾਹੀ ਦਿੱਤੀ, ਕੋਈ ਗੁੰਜਾਇਸ਼ ਰਹਿ ਜਾਂਦੀ ਹੈ? ਨਬੀ ਪਾਕ ਹਲਾਲ ਦਾ ਚਾਂਦ ਨੇ ਤੇ ਮੈਂ 14ਵੀਂ ਰਾਤ ਤੱਕ ਚਮਕਦਾ ਹੋਇਆ ਚਾਂਦ। ਸੇਮ ਉਹੀ ਚੀਜ਼ ਇਸਤੇਮਾਲ ਕਰਕੇ ਉਹਨੂੰ ਦੋ ਨਾਲ ਜ਼ਰਬ ਦਿੰਦਾ ਹੈ ਤੇ ਉਹ ਤਜ਼ਹੀਕ ਨਹੀਂ ਕਰਦਾ ਪਿਆ, ਹੋਰ ਕੀ ਪਿਆ ਕਰਦਾ ਹੈ? ਕੋਈ ਬੰਦਾ ਘੋੜੇ ਤੇ ਸਫ਼ਰ ਕਰੇ, ਕੋਈ ਜਹਾਜ਼ ਤੇ ਸਫ਼ਰ ਕਰੇ, ਇਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ, ਇਹਦੇ ਨਾਲ ਕੋਈ ਫਜ਼ੀਲਤ ਜ਼ਾਹਿਰ ਨਹੀਂ ਪਿਆ ਕਰਦਾ ਹੈ ਕਿ ਨਬੀ ਪਾਕ ਦੇ ਘੋੜੇ ਤੇ ਸਫ਼ਰ ਕਰਦੇ ਸੀ, ਮੈਂ ਜਹਾਜ਼ ਤੇ ਸਫ਼ਰ ਕਰਦਾ, ਇਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਲੇਕਿਨ ਜੋ ਕੋਈ ਇਹ ਗੰਦ ਹੈ ਕਿ ਨਬੀ ਪਾਕ ਦੀ ਸਿਰਫ ਚੰਨ ਨੇ ਤਸਦੀਕ ਕੀਤੀ, ਚੰਨ ਨੇ ਗਵਾਹੀ ਦਿੱਤੀ, ਉਹਨਾਂ ਵਾਸਤੇ ਮੇਰੇ ਵਾਸਤੇ ਚੰਨ ਤੇ ਸੂਰਜ ਦੋਵਾਂ ਨੇ ਗਵਾਹੀ ਦਿੱਤੀ। ਬਹਰਹਾਲ ਇੱਕ ਮਿੰਟ ਮੈਨੂੰ ਪਹਿਲਾਂ ਉਹ ਹਵਾਲਾ ਦੇ ਲੈਂਦੇ ਹੋ, ਮੈਂ ਨਾ ਯਾਰ रुकना तो आप करना वाला। नहीं ठीक हो गया, आराम नाल तुसी बोलो। उस्ताद जी सवाल भी ले लो, जिथे मिर्जा साहब ने फरमाया कि मेरे से चंद ते सूरज ने गवाही दी थी, वो झूठी रवायत पेश कर रहे ने जाफर इब्ने यजीद दी, सूरज चंद ग्रहण वाली वो ते होई नहीं है। हां जी जी, कोई पेश करके ना जाबर जाफी वाली ते ओदे वाली पेश करके ते अपने अपने आप नु नबी पाक दे उत्ते खड़ देना। नहीं तो अगर तौबा इस्तगफार कोई बंदा है कहंदा है कि नबी करीम सल्लल्लाहु अलैहि वसल्लम ने जैसे सिर्फ ने चंद गवाही दी थी, मेरे से दो शाम ने गवाही दी थी, ठीक है ना? असद भाई, असद भाई लिखा होया मिर्जा साहब ने कि नबी पाक हलाल दा चांदे ते मैं 14वीं रात दा चांदा। हाँ तो हुण 14वीं रात दा चंद है, वो कितना खूबसूरत ते चमकदार है, ते हलाल ते बिल्कुल एक 10-15 मिनट से नजर आना। ए फीस भाई को पुछ के दो ਇਹਦੇ ਵਿੱਚ ਕਿਸ ਚੀਜ਼ ਦਾ ਤਕਾਬਲ ਕਰ ਰਹੇ ਨੇ, ਪਲੀਜ਼ ਇਹ ਪੁੱਛ ਕੇ ਦੇ ਦਿਓ। ਫਜ਼ੀਲਤ ਕਿਹਦੀ ਹੋਈ ਫਿਰ 14ਵੀਂ ਦੇ ਚੰਦ ਦੀ ਹਲਾਲ ਦੀ ਪਹਿਲੇ ਦਿਨ ਦੀ? ਹਾਂ ਨਬੀ ਪਾਕ ਦੇ 3000 ਮੌਜੂਦ ਸਨ ਤੇ ਮੇਰੇ 10 ਲੱਖ ਮੌਜੂਜ਼ਾਤ ਨੇ। ਹਾਂ ਤੇ ਫਿਰ ਮੌਜੂਜ਼ਾਤ ਦੇ ਰੂਹ ਦੇ ਨਾਲ ਕਿਹੜੇ ਨਬੀ ਅਫਜ਼ਲ ਹੋਏ? उम्मी नबी अफजल होए या जिदे वो की कहता है जिलते बरूज ने वो अफजल होए? हां ते नबी पाक अपना मिशन कंप्लीट नहीं कर सके ते मैं कीता कंप्लीट आके। हां वैसे ते सानी दे अंदर वो कंप्लीट करके गए ने ना। हां रूहानी खजाने दा वाला है हफीज शेख भाई। हां ते नहीं तो फिर अफजलियत दे बाब दे अंदर कौन अफजल हो गया? दुनिया में इंसान ज्यादा ज्यादा तरक्की कर सकता है ताकि नबी पाक से भी आगे बढ़ सकता है। ए भी तहरीर मौजूद है भाई। नहीं ਇਹਦਾ ਹੁਣ ਪਤਾ ਜਵਾਬ ਕੀ ਆਣਾ ਮਰਜ਼ੀ ਦੀ ਨਿੱਟੂ ਸਾਹਿਬ ਇਹ ਕਿੰਨੇ ਕਿਹਾ? ਨਿੱਟੂ ਸਾਹਿਬ ਇਹ ਕਿੰਨੇ ਕਿਹਾ? ਇਹ ਪਿਓ ਦੀ ਤਾਲੀਮ ਦਾ ਅਸਰ ਜਿਹੜਾ ਪੁੱਤਰ ਦੀ ਸ਼ਕਲ 'ਚ ਨਿਕਲਿਆ ਸੀ, ਇਹ ਪੁੱਤਰ ਨੇ ਕਿਹਾ। ਐ ਵੇ ਤੁਹਾਡਾ ਤੇ ਜਲ अच्छा हफीज भाई, ਅਮਨ ਨਜ਼ੀਰ ਸਾਹਿਬ ਤੁਸੀਂ ਅਗਰ ਜ਼ਨਾ ਕਰਦੇ ਤੁਸੀਂ ਇਹ ਮੰਨਦੇ ਹੋ? मेरी ਤੁਸੀਂ ਇਹ ਮੰਨਦੇ ਹੋ? नजीर साहब ਉਹ ਤਾਲੀਮ ਇਹ ਦੇਖ ਕੇ ਗਿਆ ਤੇ ਪੁੱਤਰ ਨੇ ਤੇ ਇਹ ਨਤੀਜਾ ਕੱਢ ਕੇ ਦੇਣਾ ਸੀ ਨਾ। अगर आप आमन नजीर साहब अगर आप बदकारी जना करते हैं, चोरी करते हैं, तो मैं आपको आके कहूँ कि ये तेरे बाप की मतलब हरकतें थी, तभी ये तेरी भी है। मेरा बाप ऐसा ही होता है ना। चाहता है मेरी गल हजरत नूह की औलाद ने जो किया उसका मतलब है उसका इल्जाम हजरत नूह पे जाता है, वो ऐसे थे। सुनो ठीक हो गई बात? सुन तो लो फिर ना। आप कहोगे कि नबियों को ऐसे कह रहे हैं। ओ भाई गल ते सुन लो, अगर नूह की औलाद ने जो किया वो नूह करते थे, ये कहेंगे आप? ओ गल ते कर लें दो, गलते कर लेने दो। अगर मेरा बाप अगर कंजरियां नचांदा है, अगर मेरा बाप कंजरियां नचांदा है ते मैं ज़ना करना ते हर बंदा कवेदा प्यो दी तालीम दा नतीजा है। ਉਹ ਕੰਜਰੀ ਨਚਾਂਦਾ ਸੀ, ਇਹ ਉਹਨਾਂ ਕੰਜਰੀਆਂ ਨਾਲ ਜ਼ਨਾ ਕਰਦਾ ਹੈ, ਉਹਦੇ ਤੋਂ ਵੱਧ ਕੇ ਕੰਮ ਕੀਤਾ ਸੀ, ਇਹਦੇ 'ਚ ਕਿਹੜੀ ਗਲਤ ਗੱਲ ਹੈ? ਅਗਰ ਪਿਓ ਇਹ ਕਹਿੰਦਾ ਹੈ ਮਿਰਜ਼ਾ ਸਾਹਿਬ ਕੰਜਰੀਆਂ ਨਚਾਉਂਦੇ ਸਨ, ਮਿਰਜ਼ਾ ਸਾਹਿਬ ਕੰਜਰੀਆਂ ਨਚਾਉਂਦੇ ਸਨ। ਯਾਰ ਗੱਲ ਤੇ ਸੁਣ ਲਓ, ਮਿਸਾਲ ਮੈਂ ਦਿੱਤੀ ਹੈ ਕਿ ਅਗਰ ਪਿਓ ਇਹ ਕਹਿੰਦਾ ਹੈ ਕਿ ਨਬੀ ਪਾਕ ਹਲਾਲ ਦਾ ਚੰਨ ਯਾਨੀ ਪਹਿਲੀ ਰਾਤ ਦਾ ਚੰਨ ਹੈ, ਮੈਂ 14ਵੀਂ ਦਾ ਚੰਨ ਬਣਿਆ ਪਿਆ, ਪਿਓ ਇਹ ਪਿਆ ਕਹਿੰਦਾ ਤੇ ਪੁੱਤਰ ਇਹ ਪਿਆ ਕਹਿੰਦਾ ਨਾ ਕਿ ਨਬੀ ਪਾਕ ਨਾਲੋਂ ਵਧਿਆ ਜਾ ਸਕਦਾ, ਮਰਤਬੇ 'ਚ ਫਰਕ ਕਿਹੜਾ ਪਿਆ ਹੈ? ਕੀ ਫਰਕ ਪਿਆ ਦੋਵਾਂ 'ਚ, ਪਿਓ ਪੁੱਤਰ 'ਚ? ਹਰ ਦੁਨੀਆ ਦਾ ਹਰ ਪੁੱਤਰ ਜੋ ਕੰਮ ਕਰਦਾ ਇਹਦਾ ਮਤਲਬ ਹੈ ਕਿ ਉਹਦਾ ਪਿਓ ਉਹੀ ਕਰਦਾ।
ਜਦੋਂ ਉਹਦਾ ਪਿਓ ਉਹ ਕਰਦਾ ਸਵਾਲ ਦਾ ਜਵਾਬ ਆਮਰ ਭਾਈ ਕਦੋਂ ਆਏਗਾ? ਪਿਓ ਤੇ ਆਦਮ ਤੂੰ ਤੇ ਫਿਰ ਗੱਲ ਪੁੱਤਰ ਦੀ ਚਲੀ ਗੱਲ ਜਾਂਦੀ। ਅਫੀਸ਼ੀਅਲ ਸਾਹਿਬ ਇੱਕ ਮਿੰਟ ਸਾਰਿਆਂ ਆਮਰ ਦਾ ਭਾਈ ਪਿਓ ਆਦਮ ਸੀ, ਸਾਰਿਆਂ ਦਾ ਪਿਓ ਆਦਮ ਸੀ, ਫਿਰ ਆਦਮ ਤੇ ਵੀ ਇਲਜ਼ਾਮ ਲਾਓ। ਅੱਛਾ ਇੱਕ ਮਿੰਟ ਹਫੀਜ਼ ਸ਼ੇਖ ਸਾਹਿਬ, ਜਿਹੜਾ ਸਵਾਲ ਸੀ ਨਾ ਉਹਦੇ ਤੇ ਆਓ। ਇਹ ਜਿਹੜਾ ਪਿਓ ਪੁੱਤਰ ਵਾਲੀ ਲੜਾਈ ਹੈ ਨਾ, ਇਹ ਬਾਅਦ ਚੋਂ ਲੜਨ ਦਾ ਪਿਓ। ਜਿਹੜਾ ਸਵਾਲ ਸੀ ਉਹਦਾ ਜਵਾਬ ਦਿਓ, ਅਫਜ਼ਲ ਕੌਣ ਹੈ? ਤੁਸੀਂ ਉਹ ਕੀ ਨਾ ਅਕਬਰਹਾਨ ਹਾਰਸ ਨਾ, ਤੁਸੀਂ ਵੀ ਉਧਰ ਹੀ ਟੁਰ ਜਾਂਦੇ ਹੋ ਫਾਸਕੋ ਫਾਜਰ ਵੱਲ। ਇੱਧਰ ਸਵਾਲ ਦਾ ਇੱਧਰ ਦਾ ਜਵਾਬ ਦਿਓ। 14ਵੀਂ ਰਾਤ ਦੇ ਚੰਦ ਤੇ ਲਾਲ ਦੇ ਚੰਦ ਦਾ ਫਰਕ ਕੀ ਹੈ? ਕਿਹੜੀ ਅਫਜ਼ਲੀਅਤ? ਮੇਰੇ ਨਜ਼ਦੀਕ ਤੇ ਅਫਜ਼ਲੀਅਤ ਨਬੀ ਕਰੀਮ ਦੀ ਹੈ। ਮੈਂ ਤਾਂ ਨਹੀਂ ਕਹਿੰਦਾ ਮਿਰਜ਼ਾ ਸਾਹਿਬ ਦੇ ਬਾਰੇ ਚ ਅਗਰ ਚੰਨ ਸੂਰਜ ਕੀ ਸਾਰੇ ਸਿਤਾਰੇ ਵੀ ਗਵਾਹੀ ਦੇ ਦੇਣ ਤਾਂ ਵੀ ਅਫਜ਼ਲੀਅਤ ਨਬੀ ਕਰੀਮ ਦੀ ਹੈ। ਨਹੀਂ ਤੁਹਾਡੇ ਮੈਂ ਅਸੀਂ ਇਹ ਪੁੱਛਿਆ ਕਿ ਪਹਿਲੀ ਤਾਰੀਖ ਦਾ ਚੰਦ ਜ਼ਿਆਦਾ ਚਮਕਦਾਰ ਹੁੰਦਾ ਹੈ ਜਾਂ ਜ਼ਿਆਦਾ ਖੂਬਸੂਰਤ ਹੁੰਦਾ ਹੈ 14ਵੀਂ ਦਾ? ਜਿਹੜਾ ਨਬੀ ਨੂੰ ਤਸ਼ਬੀਹ ਦੇ ਅੱਛਾ ਪਹਿਲੀ ਦਾ ਬਦਸੂਰਤ ਹੁੰਦਾ ਹੈ, ਉਹ ਜ਼ਿਆਦਾ ਖੂਬਸੂਰਤ ਹੁੰਦਾ ਹੈ। 10-15 ਮਿੰਟ ਉਹ ਮਾਰਦੇ ਹੋ ਨਾ ਹਰ ਮਹੀਨੇ, ਜਦੋਂ ਵੀ ਇਸਲਾਮੀ ਮਹੀਨਾ ਵੇਖਣਾ ਹੁੰਦਾ ਹੈ, ਈਦ ਦਾ ਚੰਦ ਵੇਖਦੇ ਹੋ, ਰਮਜ਼ਾਨ ਦਾ ਚੰਦ ਵੇਖਦੇ ਹੋ, ਤੇ ਉਹ ਕਿੰਨਾ ਕੁ ਮੋਟਾ ਹੁੰਦਾ, ਚਮਕ ਰਿਹਾ ਹੁੰਦਾ ਪੂਰਾ। ਉਹੀ ਮੈਂ ਬਈ ਕਹਿ ਰਿਹਾ ਚਮਕ ਜਿਹਦੀ ਜ਼ਿਆਦਾ ਹੋਈ, ਜਿਹਦੀ ਚਮਕ ਜ਼ਿਆਦਾ ਹੋਈ, ਜਿਹਦੀ ਵਕਤ ਜ਼ਿਆਦਾ ਹੋਇਆ, ਜਿਹਦਾ ਮਿਆਰ ਜ਼ਿਆਦਾ ਹੋਇਆ, तो फिर वही है, वो बरी की है। देखो जी, अगर आपने ये तकाबुल करना है, नबी करीम सबसे आखिरी, मेरी बात सुने, सबसे आखिरी चीज अफजल होती है, सबसे पहली अल्लाह ताला ने सबसे आखिर में उनको लाके, वरना दुनिया के जी सबसे आपका तो माज़अल्लाह नऊज़ुबिल्लाह ये स्टैंडर्ड था या कि आप सबसे आखिर में आए हो, आपसे पहले जो है वो अफजल थे। अल्लाह ताला ने साबित करके दिखाया कि सबसे आखिरी जो है, सबसे आखिरी जो है वो सबसे अफजल है। अल्लाह ताला ने ये साबित करके दिखाया, उन सब के ऊपर उनका सरदार बना दिया उसको, सबसे आखिर में लाके। कहना कि भाई आखिरत के अंदर आना ही, ये बातें मत करें मेरे साथ, कोई तनाकस नहीं। तो मिर्जा साहब ने भी यही कहा ना कि आखिरत के अंदर आना कोई तनकीस नहीं है, अल्लाह ताला के नजदीक। भाई साहब, मेरे भाई साहब बात सुने, अल्लाह ताला के नजदीक बड़ा छोटा, पहली का दूसरी का मैंने साबित कर दिया है। नबी करीम 1,24,000 में सबसे आखिर में आए, सबसे अफजल हैं कि नहीं? तो फिर बात खत्म हो गई। तो फिर जो शख्स क्या कहते हैं तशबीह दे रहा है अपने आप को 14वीं के चांद से और नबी को पहली के चांद से, तो फिर इस जीरत के बारे में कौन अफजल हुआ? मैंने बता दिया कौन अफजल है। मैंने तो आपको ये कह दिया मिर्जा साहब की गवाही चांद सूरज और सारे सितारे भी दें तब भी अफजल नबी करीम है। अब आप चाहते हैं कि मैं कहूँ जी मिर्जा साहब अफजल हैं, तो वो मैं कह देता हूँ, रिकॉर्ड कर लें। कह दें जनाब, अगर आपको कहना ये बेहतर लगता है तो कह दें। आप तो नबी करीम सल्लल्लाहु अलैहि वसल्लम से होकर फिर तमाम अंबिया से अफजल जो है वो मिर्जा साहब को समझते हैं। तो जी मैंने अभी क्या कहा है और ये शख्स क्या कह रहा है, ये इसकी दिमागी हालत है। जी ठीक हो, मैं कह रहा हूँ कि नबी करीम सबसे अफजल हैं, चाहे वो आखिर में आए हैं। मिर्जा साहब के बारे में चांद सूरज सितारे भी गवाही दे दें तब भी नबी करीम अफजल हैं। वो कह रहा है कि तुम कहते हो कि मिर्जा साहब नबी करीम से अफजल हैं। मैंने अगर ये कहा है तो मेरे पे लानत, और अगर आप मेरे पे मंसूब कर रहे हैं तो आप पे लानत, बात खत्म। ठीक हो गया जनाब, अगर मैंने आपको झूठ मंसूब किया तो ठीक हो गया, लेकिन मैं ये पूछा, फिर वो सवाल वहीं पे खड़ा हो जाता है। जो शख्स अपने आप को 14वीं का जानते और नबी को पहली का जानते, और जो शख्स कहे कि मेरे क्या आप कहें फिर भी जो है अफजलियत के बाद में नबी ही अफजल है, नबी करीम सल्लल्लाहु अलैहि वसल्लम ही अफजल है। आपके ज़हन की गंदगी शामिल है कि हम, मैंने कहा ना कि आप लोगों का मिशन है कि हमने ये साबित करना है, मिर्जा साहब ने ये लफ्ज नहीं लिखे कि चूंकि दोनों ने मेरे बारे में गवाही दी है, मैं उनसे अफजल हूँ, वो मेरे से नीचे हैं, लेकिन हमने तस्दीक करनी ही करनी है। असल में तौहीन रसालत आप करते हो और आपका दिल करता है कि लोग करें। अब आप उस वक्त से बजिद हो कि मैं कहूँ कि जी माज़अल्लाह नाउज़ुबिल्लाह मिर्जा साहब जो है वो नबी करीम से अफजल है। मैं नहीं कह रहा हूँ, आपको तकलीफ हो रही है, आपके कलेजे पे और दिल पे छुरियां चल रही हैं कि ये क्यों नहीं कह रहा कि मिर्जा साहब नबी करीम से अफजल है। मैंने इसके मुंह से निकलवाना है ये बात, पेश किए ये है, ये आपका म्यार है। ਤੁਸੀਂ ਮੈਨੂੰ ਲਾਜਵਾਬ ਕਰ ਦਿੱਤਾ। ਮੈਂ ਹਰ ਚੀਜ਼ ਦੀ ਵਜ਼ਾਹਤ ਕਰਨ ਨਹੀਂ ਇੱਥੇ ਆਇਆ। ਉਹਨਾਂ ਨੇ ਜੋ ਕਿਹਾ ਬਿਲਕੁਲ ਦੁਰਸਤ ਕਿਹਾ, ਲੇਕਿਨ ਤੁਸੀਂ ਉਹਦੇ ਪੁੱਠੇ ਮਾਨੇ ਲੋ ਤਾਂ ਮੈਂ ਤੁਸੀਂ ਫਿਰ ਖਤਮ ਹੋ ਗਈ ਜਦੋਂ 6000 ਸਾਲ ਲੈ ਲਿਆ ਨਾ ਪੁੱਠਾ ਮਾਨਾ, ਤਾਂ ਤੁਸੀਂ ਛੱਟੇ ਦੀ ਵੀ ਲੈ ਸਕਦੇ ਹੋ। ਤੁਹਾਡੇ ਦਿਮਾਗ ਵਿੱਚ ਗੰਦ ਹੈ, ਗੰਦ। ਤੁਸੀਂ ਇਹ ਗੱਲ ਮੰਨ ਲਵੋ, ਤੁਸੀਂ ਇਹ ਗੱਲ ਮੰਨ ਲਓ अबू बकर साहब, आप समेत अहमद नजीर समेत ये 313 समेत वो नीडू समेत सबकी यही कोशिश है
कि यार ये किसी तरह नबी करीम की तस्दीक कर दे, किसी तरह कर दे, तस्दीक मान ले और कह दे हमारे दिल को ठंड डाल दे नबी करीम की हफीज तस्दीक शेख साहब वो मैंने नहीं करनी। हफीज शेख साहब दूसरी बैसत पहली बैसत नालों ज्यादा अकमल अतम और रशद है मैंने सीधा कर दो। आप मिर्जा साहब की बातों को समझ नहीं सकते। आप मुझे नहीं पता कि 10 जमातें पढ़े हुए हैं, 5 पढ़े हुए हैं, कितने पढ़े हुए हैं, आपकी अकल कितनी है वो मुझे नहीं पता। मिर्जा साहब ने जो कहा मैं यहाँ कह रहा हूँ बिल्कुल दुरुस्त कहा है और बिल्कुल 100% ठीक कहा है, लेकिन उसमें कोई तस्दीक नहीं है। शेख साहब मैं कोई हाशिया नहीं लाया, कोई तशरीह नहीं की, मैं कोई हाशिया नहीं लाया, कोई तशरीह नहीं की। एदी तशरीह तुसी करो कि ਜਿਹੜੀ दूसरी बैसत है ना पहली बैसत नालों ज्यादा अकमल अतम और रशद है। एदी तशरीह तुसी कर दो, मैं नहीं करता मैं सिर्फ अल्फाज रख रहा। करो तशरीह एदी। ਮੈਨੂੰ ਇਹਦੀ ਤਸ਼ਰੀਹ ਦੀ ਕੋਈ ਜ਼ਰੂਰਤ ਨਹੀਂ ਕਿ ਮੈਂ ਜਾਇ ਲੱਗੇ ਉਹਦੀ ਤਸ਼ਰੀਹ ਕਰਾਂ। ਜਿਹੜੇ ਆਪ ਤੇ ਤੁਸੀਂ ਇਹ ਕਹਿ ਰਹੇ ਜਿਵੇਂ ਤੁਸੀਂ ਇੱਥੇ ਮੰਨ ਕੇ ਜਾਓਗੇ ਕਿ ਹਾਂ ਇਹਨੇ ਸਹੀ ਸਾਬਤ ਕਰਤਾ, ਤੁਹਾਨੂੰ ਪਤਾ ਵੀ ਲੱਗ ਰਿਹਾ ਕਿ ਮੈਂ ਸਹੀ ਗੱਲ ਕਰ ਰਿਹਾ, ਤੁਸੀਂ ਤਾਂ ਵੀ ਨਹੀਂ ਮੰਨੀ। ਆਪ ਨੇ ਸਾਹਿਬ ਇੱਥੇ ਬੈਠੇ ਨੇ, ਕੱਲ ਮੈਂ ਚਲਾ ਗਿਆ ਸਾਂ, ਉਹ ਬਤਾਉਣ ਦੀ ਗੱਲ ਹੋ ਰਹੀ ਸੀ ਮੌਲਾਨਾ ਮੁਹੰਮਦ ਅਲੀ ਸਾਹਿਬ ਦੀ, ਤੇ ਉਹਨਾਂ ਨੇ ਕਿਹਾ ਉਹ ਭੱਜ ਗਿਆ, ਨੱਸ ਗਿਆ, ਝੂਠ ਸੀ, ਮੈਂ ਉਹਦਾ ਝੂਠ ਫੜ ਲਿਆ, ਝੂਠ ਕੀਤਾ ਜੀ। ਉਸ ਤੋਂ ਬਾਅਦ ਮੈਂ ਆਪਣੇ ਚੇਲਿਆਂ ਨੂੰ ਇਹ ਦੱਸਿਆ ਕਿ ਮੌਲਵੀ ਮੁਹੰਮਦ ਅਲੀ ਨੂੰ ਤਾਉਨ ਹੋ ਗਿਆ ਸੀ, ਉਹਨੂੰ ਲੱਗ ਗਿਆ ਸੀ ਪਤਾ ਕਿ ਮੈਂ ਹੁਣ ਮਰਨ ਲੱਗਾ। ਉਹਨੇ ਕਿਹਾ ਕਾਗਜ਼ ਪੈਨਸਲ ਲਿਆਓ, ਮੈਂ ਵਸੀਅਤ ਲਿਖਣੀ ਹੈ ਤੇ ਮੈਂ ਵਸੀਅਤ ਉਹ ਹੈ ਦੀਆਂ ਕਹਾਣੀਆਂ ਨਾ ਮੌਲਵੀ ਮੁਹੰਮਦ ਅਲੀ ਨੇ ਕਿਹਾ ਮੈਨੂੰ ਤਾਉਨ ਹੋਇਆ। अच्छा चलो चलो इस पासे से बाहर चलांगे ना शेख साहब बोलते हो शेख साहब समझ आइए बरीन साहब आपको पहले की गल से मुकाल हो सारा ਤੁਸੀਂ ਦਜਲ ਕਰਦੇ ਹੋ, ਝੂਠ ਬੋਲਦੇ ਹੋ। ਪੜੋ ਕਲਮਾ ਤੇ ਕਹੋ ਕਿ ਮੌਲਵੀ ਮੁਹੰਮਦ ਅਲੀ ਨੇ ਕਿਹਾ ਮੈਨੂੰ ਤਾਉਨ ਹੋ ਗਿਆ। ਪੜੋ ਕਲਮਾ ਤੇ ਕਹੋ ਉਹਨੇ ਕਿਹਾ ਜੀ ਕਾਗਜ਼ ਲਿਆਓ ਮੈਂ ਵਸੀਅਤ ਲਿਖਣੀ ਹੈ। ਜਦੋਂ ਉਹਨੇ ਕਹਿ ਦਿੱਤਾ ਮੈਨੂੰ ਵਸੀਅਤ ਲਿਖਣੀ, ਫਿਰ ਉਹਨੇ ਵਸੀਅਤ ਲਿਖੀ ਹੋਏਗੀ ਨਾ, ਉਹ ਵਸੀਅਤ ਲਿਆ ਕੇ ਵਿਖਾਓ। ਵਸੀਅਤ ਲਿਆਈ ਸ਼ੁਰੂ ਹੋਏਗੀ ਕਿਉਂਕਿ ਮੈਨੂੰ ਤਾਉਨ ਹੋ ਗਿਆ ਔਰ ਮੈਨੂੰ ਯਕੀਨ ਹੋ ਗਿਆ ਕਿ ਮੈਂ ਤਾਉਨ ਨਾਲ ਮਰ ਜਾਣਾ ਹੈ ਮੇਰੀ ਵਸੀਅਤ ਤੇ। ਫਿਰ ਸਾਡੇ ਮੂੰਹ ਤੇ ਮਾਰੋ ਕਾਗਜ਼ ਆ ਲਓ ਫੜੋ। बस करो। अच्छा बेरीन साहब जब एक शख्स एक झूठ बोलता है उसकी किसी अल्लाह सुनते लो। अच्छा बरीन साहब पहला हवाला में पेश किया है, कोई हाशिया नहीं लाया, कोई तशरीह नहीं की, अल्फाज ने ओदी तशरीह इन्हां कोल करवानी जाओ। दूसरा हवाला पढ़ो। दूसरा हवाला है वे कि रसूलुल्लाह सल्लल्लाहु अलैहि वसल्लम दे सुनते लवो रसूलुल्लाह सल्लल्लाहु अलैहि वसल्लम दी जेड़ी मनसबे फराइज सन ओ सन दो मनसब रसूलुल्लाह सल्लल्लाहु अलैहि वसल्लम पूरा नहीं कर सके। इस वास्ते मिर्जा साहब ने बैसत की सूरत जावड़ा गया। जाहिलों को अकल मेरी बीती नहीं कि मैं जाहिलों को समझाता हूं कि मिर्जा साहब ने क्या कहा। जो तुम्हें समझ आती है वो समझो यार, मैनू तुसा समझाओ शेख साहब, तुसी समझाओ। तस्दीक करो। मैं सिर्फ इबारत सामने रह रहा तुसी समझाना है, मैं नहीं समझांदा पिया। मैं सिर्फ इबारत सामने रह रहा गल मुक्ति मुका ਦਿੱਤੀ ਹੈ। ਮੈਂ ਮਿਰਜ਼ਾ ਸਾਹਿਬ ਦਾ ਮੰਨਣ ਵਾਲਾ ਹਾਂ। ਮਿਰਜ਼ਾ ਸਾਹਿਬ ਛਠੇ ਰਾਹ ਵਿੱਚ 10ਵੇਂ ਰਾਹ ਵਿੱਚ ਚੰਨ ਸੂਰਜ ਸਿਤਾਰੇ ਜ਼ਮੀਨ ਆਸਮਾਨ ਦਰਖਤ ਜੋ ਮਰਜ਼ੀ ਉਹਨਾਂ ਨੇ ਬਾਰੇ ਚ ਬਾਤ ਦੇ ਦਿੱਤੀ ਹੈ ਉਹ ਨਬੀ ਕਰੀਮ ਤੋਂ ਅਫਜ਼ਲ ਨਹੀਂ ਨੇ, ਨਾ ਹੋ ਸਕਦੇ ਨੇ। ਤੁਸੀਂ ਕਰਨੇ ਨੇ ਤਾਂ ਕਰਦੇ ਰਹੋ यार। इबारत तुम्हारे सामने रह रहा तुसी इथों समझाओ की कहना चाह रहे ने मिर्जा साहब। मैं जाहिल को इबारत नहीं समझानी। अच्छा दूसरी इबारत सुनो। खोते ਦੇ ਉੱਤੇ ਕਿਤਾਬਾਂ ਲੱਗਣ ਨਾਲ ਖੋਤਾ ਪੜ੍ਹਿਆ ਲਿਖਿਆ ਨਹੀਂ ਹੋ ਜਾਂਦਾ ਜਨਾਬ। सामने रखा लगा वा ना ਖੋਤੇ ਦੇ ਉੱਤੇ ਮੈਂ ਕਿਤਾਬਾਂ ਰੱਖ ਦਿਆਂ 1000 ਕਿਤਾਬਾਂ ਰੱਖ ਦਿਆਂ ਤੇ ਉਹ ਅਕਲਮੰਦ ਨਹੀਂ ਹੋ ਜਾਏਗਾ। ਤੁਹਾਡਾ ਉਹੀ ਹਿਸਾਬ ਹੈ, ਤੁਸੀਂ ਖੋਤੇ ਹੋ, खोता रखा ਤੁਸੀਂ लगा ਉਹ ਖੋਤੇ ਹੋ, ਤੁਹਾਡੇ ਤੇ ਫਿਰਦਾ ਆਪਣੀਆਂ 85 ਕਿਤਾਬਾਂ ਨਹੀਂ ਰੱਖ ਦਿੱਤੀਆਂ, ਤੁਸੀਂ ਖੋਤੇ ਦੇ ਖੋਤੇ ਹੀ ਰਹੋਗੇ। ਜਿਹੜੇ ਖੋਤੇ ਤੇ ਕਿਤਾਬਾਂ ਲੱਦੀਆਂ ਨੇ ਤੁਹਾਡੇ ਸਾਹਮਣੇ ਰੱਖਾ ਲਗਾ ਨਾ 85 ਕਿਤਾਬਾਂ ਲੱਦੀਆਂ ਨੇ ਉਸ ਖੋਤੇ ਦੇ ਉੱਤੇ 85 ਕਿਤਾਬਾਂ ਉਹ ਤੁਹਾਡੇ ਸਾਹਮਣੇ ਮੈਂ ਪੇਸ਼ ਲਗਾ ਕਰਨ। ਇਹਨੂੰ ਤੁਸੀਂ ਹੁਣ ਸੁਣੋ ਗੌਰ ਦੇ ਨਾਲ। ਨਾਲ ਖੋਤਾ ਨਹੀਂ ਹੁੰਦਾ, ਜਿਹਨੂੰ ਪੜ੍ਹਨੀ ਨਹੀਂ ਆਉਂਦੀ ਉਹ ਖੋਤਾ ਹੈ। ਉਹ ਆਏ ਨੇ ਅਗਰ ਅਸੀਂ ਨਹੀਂ ਮੰਨਦੇ ਕਿ ਮੇਰੇ ਸਾਥ ਤੱਕ ਮੁਖਾਤਬ ਕਰ ਲਓ, ਉਹ ਤੁਹਾਡੇ ਸਾਥ ਤੱਕ ਤੁਸੀਂ ਉਹਨਾਂ ਦੀ ਜ਼ਾਤ ਤੱਕ ਲਓ, ਕਿਸੇ ਦੇ ਕਾਬਿਲ ਦੇ ਉੱਤੇ ਗੱਲ ਕਰਨ ਦੀ ਜ਼ਰੂਰਤ ਨਹੀਂ। ਨਹੀਂ ਦੇਖੋ ਮੇਰੀ ਜਿਹੜੀ ਜ਼ਾਤ ਹੈ ਨਾ, देखो बेरीन साहब मैं अपनी जात नु मिर्जा साहब तो 10,000 गुना ज्यादा अफजल समझना। मेरे ते अगर इकरार करनगे ते मिर्जा साहब ते मेरी जुत्ती दे बराबर भी नहीं। सिंपल जी अगर ਤੁਸੀਂ ਇੱਥੇ ਬਹਿਣਾ ਹੀ ਕਿਸੇ ਦੇ ਤੁਸੀਂ ਆਵਾਜ਼ ਚੜਾ ਨਹੀਂ ਕਰ ਸਕਦੇ। अगर ये बात मैंने तो नहीं की, अगर ये बात है तो आपके काबिल में हमारी ਜਿਹੜੇ ਸ਼ਖਸ ਨੇ ਇਹ ਗੱਲ ਕਰ ਦਿੱਤੀ ਹੈ ਕਿ ਮੇਰੀ ਜਿਹੜੀ ਬਹਿਸਤ ਹੈ ਉਹ ਰਸੂਲुल्लाह ਨਾਲੋਂ ਜ਼ਿਆਦਾ ਅਕਮਲ ਅਤਮ ਔਰ ਰਸ਼ਦ ਹੈ।
ਇਸ ਤਹਿਰੀਰ ਦੇ ਉੱਤੇ ਵੀ ਅਗਰ ਮੇਰੀ ਗੈਰਤ ਨਹੀਂ ਜਾਗਦੀ ਤੇ ਫਿਰ ਮੇਰੇ ਤੋਂ ਵੱਡਾ ਬਗੈਰਤ ਬੰਦਾ ਹੀ ਕੋਈ ਨਹੀਂ। ਮੇਰੀ ਜ਼ਾਤ ਕੀ ਹੈ? ਉਹਨੇ ਗੱਲ ਕਰੋ ਜਿਹਨੇ ਹੁਣ ਇਸ ਤਹਿਰੀਰ ਨੂੰ ਲਿਖਣ ਲੱਗੇ ਇੱਕ ਬੰਦੇ ਨਾਲ ਫੈਸਲਾ ਕਿਵੇਂ ਨਾ ਕਰਨਾ ਨਾ ਇਸ ਤਰ੍ਹਾਂ ਦੀ ਗੱਲ ਕਰੋ ਜਿਹੜੀ ਗੱਲ ਉਹ ਸਭ ਕਹਿ ਰਹੇ जी आमिर भाई ये तहरीर में सामने रखी है ते ਇਹਦੀ ਕੋਈ ਤਸ਼ਰੀਹ ਮੈਂ ਨਹੀਂ ਕਰਦਾ ਪਿਆ। ਤਸ਼ਰੀਹ ਹੈ ਹਫੀਜ਼ ਸ਼ੇਖ ਸਾਹਿਬ ਨੇ ਮੈਂ ਆਖਿਆ ਕਰ ਦੇਣ ਕੀ ਤਸ਼ਰੀਹ ਹੈ। ਮੈਂ ਨਹੀਂ ਕਰਨੀ ਜਾਹਿਲ ਜਗ੍ਹਾ ਤੇ। अच्छा मेरे जा के नींद जाना मैं क्यों लेकिन सब नजर आ रहे हैं मुझे क्या जरूरत पड़ी है सब यार मैं पीएचडी में मजाल भी मुझे बता दे। अच्छा एक नीडो भाई ਤੁਹਾਨੂੰ ਮੈਂ ਦੱਸਣਾ ਇੱਕ ਤਹਿਰੀਰ ਹੋ ਰਹੀ ਹੈ ਕਿ ਮਿਰਜ਼ਾ ਸਾਹਿਬ ਜਿਹੜੇ ਨਾ ਉਹ ਰਸੂਲullah ਸੱਲੱਲਾਹੁ ਦੀ ਜਿਹੜੀ ਮੁਸ਼ਾਬਤ ਕਰ ਰਹੇ ਨੇ ਨਾ ਉਹ ਕਰਦੇ ਨੇ ਪਏ ਸੂਰਜ ਦੇ ਨਾਲ। ਉਹ ਕਹਿੰਦੇ ਨੇ ਕਿ ਉਹ ਜਲਾਲੀ ਰੰਗੇ ਸਨ ਪਹਿਲੀ ਬੈਸਤ ਤੇ ਦੂਸਰੀ ਬੈਸਤ ਜਿਹੜੀ ਹੈ ਨਾ ਉਹ ਵੇ ਜਮਾਲੀ ਰੰਗੇ ਚ। ਔਰ ਉਹ ਨਾ ਸੂਰਜ ਦੀ ਤੇਜ਼ ਕਿਰਨਾਂ ਦੀ ਜ਼ਰੂਰਤ ਬਾਕੀ ਨਹੀਂ ਰਹੀ ਬਲਕਿ ਹੁਣ ਚੰਨ ਦੀ ਨਰਮ ਰੋਸ਼ਨੀ ਦੀ ਜ਼ਰੂਰਤ ਹੈ। ਹਾਂਜੀ ਹੁਣ ਚੰਨ ਦੀ ਠੰਡੀ ਨਾਜ਼ੁਕ रोशनी की जरूरत है। ਇਹਦੀ ਤਸ਼ਰੀਹ ਕਰ ਦਿਓ ਜੀ। ਜਿਹੜੀ ਪਹਿਲੀ ਬੈਸਤ ਕੋਲ ਅਕਮਲ ਦੇ ਕਰਕੇ ਬੈਠਿਆ ਵਰਨਾ ਮੈਂ 12 ਹਫ਼ਤੇ ਖੋਲ ਦੇਣੇ ਤੇ ਚੰਗੀ ਗੱਲ ਹੈ। ਕੱਪੜੇ ਲਾ ਕੇ ਬੈਠੇ ਨੇ ਗਾਣਾ ਕਿ ਨੰਗੇ ਇਬਾਦਤ ਕਰ ਰਹੇ ਨੇ। ਹਾਂ ਨਹੀਂ ਹੋ ਤੁਸੀਂ ਨਹੀਂ ਕਰਦੇ ਨਿਹਾਨੀ ਉੱਥੇ ਨਿਹਾਨੀ ਹੋ ਕੇ ਬੈਠੇ ਨੇ ਨਾ ਤੁਸੀਂ ਹੁਣ ਸੁਣ ਲੈ ਕੁੱਤੇ ਨੇ ਕੋਈ ਗੱਲ ਨਹੀਂ ਕੀਤੀ ਤੈਨੂੰ ਚੁੱਪ ਕਰਾ ਜਿੱਥੇ ਮੈਂ ਬੋਲਾਂਗਾ ਨਾ ਮੈਂ ਤੇਰਾ ਲੋੜ ਜਾ ਚੁੱਕ ਨਾ ਮੈਂ ਮੰਦਰੀ ਹੋਈ ਮੈਨੂੰ ਮੋੜ ਕੇ ਡੰਡਾ ਦੇ ਦੇਣਾ। ਸਮਝ ਆਈ ਅਮਲ ਨਹੀਂ ਅਗਰ ਤੁਹਾਡੇ ਸਾਥੀ ਨੇ ਦੀ ਕੋਸ਼ਿਸ਼ ਹੋ ਰਹੀ ਹੈ ਤੁਹਾਡੇ ਤੱਕ ਵੀ ਮੁਸਬਤ ਦਰਵਾਜ਼ੇ ਨਿਕਲਣੇ ਚਾਹੀਏ। ਠੀਕ ਹੈ ਬਾਹਰ ਮਦਦ ਸਿੱਖ ਮੈਂ ਬਾਣਾ ਖੋਲ ਦੇਣੇ ਇਹਦੇ ਬਿਨਾਂ ਕੋਈ ਕਹਿ ਨਾ ਸੁਣੀ ਜਗ੍ਹਾ ਤੇ ਡੰਡਾ ਦੇ ਦੇਣਾ ਤਾਂ ਗੱਲ ਕਰੋ देखो ਅਸੀਂ ਪੇਸ਼ਾਂ ठीक है पेश की थी। ठीक है इज्जत में तो हमारे उनको ये ज़िंदीक कज़ाब दज्जाल लानती खंजीर किसने किने और किया इनका सिर्फ इतना कहो कि मैंने 12 खोल देने हैं तो ये डंडे लेके आ जाते हैं फलां जगह पे डंडा दे किसी ने कुछ कहा आपने नाड़ा खोल देना है जो बिल्कुल मलमल घोड़े को पूजने वालों घोड़े की इबादत करने वालों घोड़े के चूमने वालों घोड़े के नीचे से गुजरने वालों अच्छा घोड़े जिदा की भी नींद तालीम करके मिर्जा साहब जागने वाला तबरक में तालीम मिर्जा साहब बात करते हो फिर मेरे साथ मिर्जा साहब ने तालीम जरूर पेश की। ਦੂਜੀਆਂ ਬਰਾਡਾਂ ਵਾਲੀਆਂ ਗੱਲਾਂ ਉਹ ਤਾਨੇ ਇੱਥੇ ਨਾ ਮਾਰੋ। ਇੱਥੇ ਤੁਸੀਂ ਗੱਲ ਉਹ ਤੁਹਾਨੂੰ ਬਾਰ-ਬਾਰ ਕਹਿਣ ਲੱਗੇ ਨੇ ਕਿ ਹੌਸਲੇ ਨਾਲ ਗੱਲ ਕਰੋ। ਪਿਛਲੇ ਬਦਲੇ ਇੱਥੇ ਨਾ ਲਓ। ਅਮਨ ਜੀ ਸਾਹਿਬ ਗਾਲ ਕਿੰਨੇ ਪਹਿਲੇ ਕੱਢੀ ਹੈ ਮੈਂ ਕੱਢੀ ਤੁਸੀਂ ਕੱਢੀ ਮਨਾ ਕਰਾਂਗੇ ਤੁਸੀਂ ਕੱਢੀ ਤੁਸੀਂ ਕਿ ਮੈਂ 12 ਖੋਲ ਦਿਆਂਗਾ। ਕਿਸੇ ਉਹਨੇ ਇਹ ਵੀ ਕਿਹਾ ਕਿ ਬੁਜ਼ਾਰਾਂ ਦੇ ਨੰਗੇ ਬੈਠੇ ਨੇ ਲਫ਼ਜ਼ ਕਿਨੇ ਇਸਤੇਮਾਲ ਕੀਤਾ। ਉਹਨੇ ਨਜਬ ਨੇ ਕੀ ਕਿਹਾ ਕਿ ਮੈਂ ਕਿੱਥੇ ਡੰਡਾ ਤੁੰਨ ਦਿਆਂਗਾ। ਹਾਂ ਤੇ ਜਦੋਂ ਤੁਸੀਂ ਅਹਿਮਦ ਹਾਰ ਦੀ ਉੱਤੇ ਇੰਨੀ ਸ਼ਾਤਮੀਅਤ ਕਰੋਗੇ देखो अच्छा वो शातमियत में 12 खोल दूंगा ये शातमियत नहीं है। नहीं हफीज भाई देखो मेरी बात सुनो जानते कि हो बस कि की ਅਸੀਂ जगह 12 रखनी ईमान चाहिए। ਮੰਨਦੇ ਹਾਂ ਠੀਕ ਹੈ ਲੇਕਿਨ ਫਿਰ ਵੀ ਤੁਸੀਂ ਅਗਰ ਗਲਤ ਜ਼ੁਬਾਨ ਇਸਤੇਮਾਲ ਕਰੋਗੇ ਮੈਂ ਹਲੇ ਤੱਕ ਨਹੀਂ ਕੀਤੀ ਉਹਨੂੰ ਵੀ ਮਨਾ ਕਰ ਸਕਦੇ ਹੋ। ਨਜਮ ਨੂੰ ਮਨਾ ਕੀਤਾ ਉਹ ਬਾਜ਼ ਆ ਗਿਆ ਲੇਕਿਨ ਤੁਸੀਂ ਨਹੀਂ ਆ ਰਹੇ। ਮੈਂ ਕੀ ਕਿਹਾ ਕੋਈ ਫਿਰ ਤਾਂ मैं की किया भाई मेरी बात तुसी की सुनिए। क्या? अगर अब मेरे भी वो इमाम ही है ना मिर्जा साहब जो है अगर आप उनके ऊपर डिस्कस कर रहे हो उन पे इतराज कर रहे हो उन्होंने ये कहा वो कहा फलां का अच्छे मैं जुबान अगर में कहूँ, इतराज यार कर रहे हैं, बारहवीं अच्छे को अल्फाज़ discuss के करते साथ हैं। पुकार रहे नहीं, हैं। 313 अगर साहब मेरी आपने- बात सुने अगर मैं ये नजब को कहूँ या नीडू को कहूँ कि आओ यार 12वें को डिस्कस करें तो ये तौहीन हो जाएगी। बिल्कुल आपके मैं इधर हम मिर्जा साहब के मुखातिब कर मिर्जा साहब नहीं मैं कह रहा हूँ आप बेशक डिस्कस करें। मिर्जा साहब के मुखातिब हो रहे तो आप मैं अगर ये कहूँ इमाम कि गायब 12वें इमाम के बारे में डिस्कशन करते हैं वो क्या है उन्होंने क्या करना जी, है सौ या वो क्या ਇੱਕ करना है, ਮਿੰਟ तो ये ਯਾਰ ਹੁਣ तौहीन ਇੱਕ है। ਮਿੰਟ ਅਸਦ ਇੱਕ ਮਿੰਟ ਹੁਣ ਮੈਨੂੰ ਚੁੱਪ ਨਾ ਕਰਾਈ नहीं ਮਿਹਰਬਾਨੀ। नजब को गाल गाल नहीं कढ़ना, ਇਹਨੂੰ गाल ਕੱਢਣ नहीं ਦੇ ਇਹਨੂੰ ਕੱਢਣ ਦੇ ਗਾਲ ਨਹੀਂ ਕੱਢਣਾ ਗਾਲ ਨਹੀਂ ਕੱਢਣਾ। ਮਿਰਜ਼ਾ ਸਾਹਿਬ ਨੂੰ ਜਿਹੜਾ ਖੋਤੀ ਵਾਲਾ ਅਮਲ ਹੋਇਆ ਸੀ 10 ਮਹੀਨੇ ਦਾ ਜਿਹੜਾ ਅਮਲ ਹੋਇਆ ਸੀ ਉਹ ਗਦੀ ਦਾ ਅਮਲ ਹੈ ਸੀ ਕਿ ਨਹੀਂ ਸੀ। अच्छा गद्दी वाला हमला है कि सेम टू सेम खलो जा एक मिनट चौधरी साहब आए हैं और ਉਹਦਾ नजब एक मिनट खलो जा एक मिनट खलो जा एक मिनट अल्लाह के जमाल ਇਹ साहब ਮੈਨੂੰ आए हैं जी। ਦੱਸੋ ਕਿ ਅਗਰ ਇੱਕ ਵਾਰੀ ਮੁੱਤਾ ਕਰੋ ਤੇ ਕੀ ਹੁੰਦਾ ਦੂਜੀ ਵਾਰੀ ਕਰੋ ਤੇ ਕੀ ਹੁੰਦਾ ਤੀਜੀ ਵਾਰੀ ਕਰੋ ਤੇ ਕੀ ਹੁੰਦਾ ਚੌਥੀ ਵਾਰੀ ਕਰੋ ਤੇ ਕੀ ਹੁੰਦਾ ਇਹ ਸਭ ਚੌਥੀ ਵਾਰੀ ਤੁਸੀਂ ਆਪ ਨਬੀ ਕਰੀਮ ਤੋਂ ਅਫਜ਼ਲ ਹੋ ਜਾਂਦੇ ਹੋ। ਇਹ ਤੁਹਾਡਾ ਕਹਿਣਾ ਹੈ हफीज साहब ਕਿ ਅਸੀਂ ਚੌਥਾ ਮੁੱਤਾ ਕਰੀਏ ਤੇ ਅਸੀਂ ਨਬੀ ਕਰੀਮ हफीज साहब ਹੁਣ ਤੁਸੀਂ ਨਾ ਗਟਰ ਦਾ ਢੱਕਣ ਖੁੱਲ ਗਿਆ ਨਾ ਹੁਣ ਗਟਰ ਦਾ ਢੱਕਣ साहबा ने भी तो मुता किया था कि नूरुद्दीन साहब से
जमाल साहब एक मिनट, आपके सामने बेरिल भाई, पहल कहाँ से हुई है? बेरिल भाई, जी जी। आपने कुछ कहना है उनको हफीज साहब को तो आप कह लें, फिर मैं नहीं, आपसे मैंने बात तो कर ड्रॉप लेता हूँ। मैंने ड्रॉप कर दिया उनको जब वो गाल एक करा लेने अबू बकर थोड़ा जित थले जाओ। जमाल साहब करा लेने अबू बकर थोड़ा जित थले जाओ। जमाल साहब आए ना, उन्होंने गल करन दो, कोई आ ही गया है एहतराम जी, नाल गल करन अस्सलाम से तो हो वालेकुम सकती। वरहमतुल्लाहि वालेकुम अस्सलाम जमाल वबरकातुहू। साहब। बेरिन वालेकुम साहब, अस्सलाम रहमतुल्लाहि मैं वबरकातुहू। सिर्फ और सिर्फ जी आपके लिए आया हूँ। बाकी जी जितने आपके दोस्त बैठे हैं ये आपके साथ और आप इनके साथ खुश रहें। अल्लाह ताला आप इंशाअल्लाह। सबको अपने ज़ुबान में रखे दुआ के साथ। आमीन सुमान। बात ये है, बात सिर्फ इतनी है कि अगर आप अलैहिस्सलाम नहीं कहते तो ना कहें। मैं आपको बिल्कुल नहीं कह मजबूर रहा। नहीं करता। एक मिनट बात सुन लें। हजरत नहीं कहते तो ना कहें, लेकिन कम अज़ कम अगर इंसाफ करते हो कि ला इलाहा इल्लल्लाह मोहम्मद रसूलुल्लाह पढ़ते हो तो उनका नाम तो पूरा लो। जनाब हम तो मिर्जा साहब क्या के मुखातिब कर रहे हैं, 12वां नहीं तो नहीं, उसने कहा है। और यहाँ जो नाम लिया जा रहा है, एक मिनट बात सुन लेना, आप अच्छे भाई हैं। जो कह रहे हैं कि मिर्ज़ा गुलाम मिर्ज़ा गुलाम मिर्ज़ा गुलाम, मिर्ज़ा गुलाम अहमद अगर कादियानी भी नहीं कहना तो ना कहो। हमें ठीक हो गया। कोई मजबूरी नहीं है कि आप जैसे लोगों से हम ये सुने कि आप लोगों का जमालुद्दीन नाम साहब लें। अभी आज दूसरा या तीसरा बात दिन है, सुन लो। आप चाहते हैं कि एक दिन में फरिश्ते बन जाए, वो मुमकिन नहीं है, लेकिन कोशिश यही नहीं, कर रहा हूँ फरिश्ते तो आप नहीं कोई बनेंगे। अहमदी बात हो सुन या लें, ना हो, ठीक है, लेकिन मिर्जा साहब क्या के मुखातिब करें। अगले दिन बात सुन रसूल लें। भी आया, उसको भी आज कहा है, उसने मैंने मिर्जा साहब क्या के बेरिल मुखातिब भाई, किया। जी बेरिल जी भाई, मैंने ना आज आप भाइयों की बातें सुनी, यानी कि ठीक। बकौल आपके आपको सिर्फ कह रहा हूँ, बाकियों को तो मैंने सुना हुआ है। आप यकीन करो कि आज मुझे खुशी हुई, बहुत खुशी हुई मुझे, और मैं अल्लाह ताला का शुक्रगुजार हूँ कि या रब्बिल आलमीन, मैं तेरा शुक्र अदा करता हूँ कि आज उस फूल ने वो खुशबू का रंग छोड़ दिया कि आज मुझे ये पता चला कि जो ईसाई हैं वो रसूल पाक सल्लल्लाहु अलैहि वसल्लम के ऊपर जो बातें करते हैं, इनकार होने के ऊपर, मुनकर होने के ऊपर, आप लोगों ने उस तालीम का सबूत दिया है मुझे, और मैं खुश हूँ। आप लगे रहो, जो दिल में आता है कहो। शायद मैं इमरान कहा कि ठीक मिर्जा है। साहब ने बड़ी गलत जमाल बातें साहब, करता था जमाल यार, साहब शायद भी देखें, जितने भी मिर्जा एक साहब मिनट मैं दे दे। और 24 आकाश भी घंटे देखें। हम नीडो उसको 2 मिनट कंडेम खामोश हो जाओ। करते हैं। नीडो नीडो साहब, 2 मिनट आपने खामोश जो हो जाओ। कहना है आप कहते रहना, मैं आपको मना बिल्कुल नहीं चौधरी साहब, करूँगा। हम कंडेम करते हैं। शायद ने ब्रांड लगाई हुई है, मिर्जा साहब की तस्वीर लगाई हुई है, हम कंडेम्ड करते हैं। और आकाश ने भी नहीं, लगाई ठीक हो हुई है। गया। जमाल साहब ये देखें, जो उन्होंने होस्ट बहुत है, गलत ये किया जो हुआ है। होस्ट है, ये नहीं, जो तो 2 आपका मिनट सब्र होस्ट कर है, लें। ये कह दे, ये आपका होस्ट कह दे, मैं अभी उतर जाऊंगा। नहीं, जरूरत नहीं है जमाल साहब आपको जाने की कहीं भी, ठीक है। जैसे ही आप महबूब हैं वैसे ही बाकी दोस्त भी यार महबूब हैं। अफसोस है हम कि जितनी तुम सल्लम करते दफ़ा हो मुखातिब कर रहे तो हैं, मिर्जा वही साहब क्या ईसाइयों मुखातिब वाली करें, फितरत रखते हो। कोई भी बंदा ठीक है आप बेरिल ये भाई, दफ़ा बात जबरदस्ती करे ना। कर सकते हैं, आप यहूदी देखिए, हैं। आप ये जज़ाकल्लाह गलत बेरिल बात करें भाई, मैं जमाल साहब। समझ गया, मैं तो समझ जमाल गया साहब बेरिल भाई। अल्लाह कोशिश यही आपको कर खुश रहे हैं कि रखे। एहतराम जज़ाकल्लाह। से ही नाम लिया जाए आपके अकाबरीन का, ठीक है, लेकिन एक दिन के अंदर चेंज नहीं हो सकता। जी मैं भी लेकिन मिर्जा एक साहब के मुखातिब कर रहा हूँ, नजफ भी मिर्जा साहब के मुखातिब हिंदू कर मतलब रहा यहाँ है, सिफत नीडो भी रखते मिर्जा साहब खत्म कर रहा है, एक लेकिन फिर ममासलत भी एक उन्होंने दिन। जी जी असद साहब, एक ममासलत उन्होंने कायम करने की कोशिश की है, और यही इब्तदा होती है, इनकी तरफ से यही पहल होती है कि इनका ईमान बढ़ गया। हमारा भी ईमान बढ़ जाता है जब हम देखते हैं कि मुसैलमा कज़्ज़ाब के पैरोकारों ने भी ये हरकत नहीं की। मुसैलमा कज़्ज़ाब ने भी ये दावा नहीं किया कि नबी अलैहिस्सलातु वस्सलाम से बढ़कर मेरे निशानात हैं। उनके लिए सिर्फ चांद ने गवाही दी, मेरे लिए चांद और सूरज दोनों ने गवाही दी। हमारा भी ये देखकर ईमान बढ़ जाता है कि हम जिस बंदे का ताक़ुब कर रहे हैं, जिसको दुनिया के सामने बातिल साबित कर रहे हैं, उसने वो काम किए हैं जो मुसैलमा कज़्ज़ाब और अतबा तनसी ने भी नहीं किए। हमारा भी ईमान बढ़ता है इन तहरीरों से। ये है नहीं, ममासलत। बिल्कुल बढ़े, लेकिन वो हमें तमसील दे रहे हैं ईसाइयों के साथ। आप हमेशा ईसाइयों के कंधों के ऊपर रख के चलाने की कोशिश करते हैं जी, मुल्हिदीन के कंधों पे रख के चलाने की कोशिश करते हैं, तो आप कहें जी हम उनके एतराज़ को दुरुस्त समझते हैं, आके खुद वो एतराज़ करें। आप लोग कोशिश यही कर रहे हैं कि मिर्जा अगर कोई अहमदी है ऊपर या नहीं है, मिर्जा साहब का मुखातिब किया जाए। अभी आपके सामने हफीज शेख ने इमाम गायब को गाली दी, लेकिन आप लोगों में से किसी ने ऊपर आके नहीं कहा किसने गलत किया। जवाबन नजफ जवाब भी देने लगा, उसको फिर भी रोक दे, वो तो उधर रुक गया, उसने फिर भी गांधी फेंका। लेकिन आप लोग साबित करेंगे जो मिर्जा साहब की तालीम आपको मिली है वो इसी रंग में ही मिली है, और गलीज गाली बाज हैं आप लोग, लेकिन आप लोग नहीं बाज आएंगे।
جو بھی کوئی احمدی گالی دے گا وہ گالی نہیں ہوگی، لیکن کوئی مسلمان گالی دے گا جو سو کالڈ آپ کے حساب سے 72 فرقوں کا کوئی شخص اسی زبان میں آپ کو جواب دے دے گا تو وہ گالی ہو جائے گی۔ یہ بہت اچھی تمثیل آپ پیش کرتے ہیں۔ آپ کے تو معلم جو ہے اعظم سیفی، اس نے تو اتنی گندی گندی گالی دی، مجھے گالی دی، چلے مجھے تو دے لے، ٹھیک ہو گیا۔ عامر عزیز صاحب کو فون کے اوپر اس نے اتنی گندی گالی دی، میں نے آج تک نہیں ڈسکس کی، وہ بھی چھوڑا، ہماری ذات پہ دیتے ہیں دیں۔ وہ تو ایسے خبیث اور لعنتی ہے، اس نے تو استنباط جو اس روایت سے نکالا کہ جی پتہ چلتا کہ زبان جلتی ہے وہ بولتے ہوئے، کیوں؟ کیونکہ مرزا صاحب جو ہے وہ صادق القول ثابت ہو جائے کہ اگر جو استنباط مسلمان نکالتے ہیں مرزا صاحب پہ، وہی استنباط جو ہے ہم نکال کے نبی کریم صلی اللہ علیہ وآلہ وسلم کے اوپر رکھیں گے۔ آپ کے اندر سے کوئی احمدی ہے جس نے اس چیز کی جو ہے تردید کی ہو؟ اس سلیم ککڑی آپ کہتے ہیں کہ یزید جو ہے پلیت ہے، امام علی کے ساتھ اس نے مشابہت دی ہے، آپ کے اندر سے کوئی احمدی اٹھا ہے بولنے کے لیے کہ یہ ابن بغا ہے، اس نے بغیرتی کی، امام علی پہ شاتمیت کی ہے؟ عامر نذیر صاحب نے تو روایت پیش کی ہے، اور روایت بھی وہ لکھی ہوئی ہے، ٹھیک ہے، وہ تو شریعت کا حکم تھا، اس پہ تو کوئی دو رائے نہیں، لیکن پھر بھی آپ لوگ ایسے بے شرم ہیں جو آپ کسی اور کے اوپر لگانا چاہ رہے ہیں۔ آپ خالی اتنا ہی کر دیں، وہ سیفی جو کہہ رہا تھا توبہ نعوذ باللہ نبی کریم صلی اللہ علیہ وآلہ وسلم کو جن اور چڑیل چمڑ گئی، آپ لوگوں کے اندر سے کسی کے اندر اتنی ہمت ہے آن دا مائک کہ کہہ سکے کہ یہ حرام زادے ہیں، ابن بغا ہیں؟ کبھی بھی نہیں کہیں گے آپ۔ علی اکبر ابن بغا اتنی گندی گالی دے کے گیا اگلے دن امام علی کو، ٹھیک ہے، اور اما عائشہ کا نام لے کے اس نے شاتمیت کی ہے، لیکن وہ آپ کو نہیں شاتمیت نظر آئے گی کیونکہ ادھر احمدیت کا رشتہ سامنے آ جائے گا۔ بحرین بھائی میری بات سنیں، ان کو ہم نے مرزا صاحب کا ایک فتویٰ سامنے لگایا، ملفوظات جلد 3 صفحہ اور 210 آخری بات مرزا صاحب، جتنے بھی بھائی آتے ہیں مرزا صاحب کہہ کے مخاطب کر لیں، ٹھیک ہے، ان کا یہ گلہ بھی نہیں رہے، اگر ان لوگوں کو تمیز نہیں، ان لوگوں نے شاتمیت کرنی ہے نبی کے اہل بیت پہ، مرزا صاحب ہی کہہ رہے ہیں، لیکن ٹھیک ہے، اس نے بغیرتی کی، حفیظ شیخ نے شاتمیت شروع کی ہے، جب جواب دیا گیا ہے اس کو بھی روک دیا گیا ہے، اس کے اوپر بھی اس نے غلط زبان استعمال کی ہے، اور پھر میری ہمیں بات مثال دیتے ہیں کہ جی آپ لوگوں کی مثال عیسائیوں کی جیسی، آپ ایسے نہ بولیں، آپ لوگ بولیں کہ آپ ہمیں مسلمان نہیں سمجھتے، آپ لوگوں کا لٹریچر بھرا ہوا ہے اس چیز سے کہ آپ ہمیں مسلمان نہیں سمجھتے، تو کس منہ سے گلہ کرتے ہیں کہ ہم جو ہے آپ کو مسلمان سمجھیں؟ آپ کا گلہ کرنے سے پہلے ہی مرزا صاحب ہمیں دار اسلام سے خارج کر گئے، تو پھر آپ کا گلہ بنتا نہیں ہے۔ جی اب کوئی بھائی بات کرنا چاہتا کر لیں۔ دیکھیں اسد بھائی، ہم نے ان کو مرزا صاحب کا حوالہ سامنے لگایا کہ وہ یہ کہہ رہے ہیں کہ جو بندہ رسول پاک کی شان میں ہتک والا کلمہ بھی ادا کرتا ہے وہ حرامی اور ولد الزنا ہے، ٹھیک ہے، سامنے لگا کے ہم نے یہ اعظم سیفی کی ریکارڈنگ چلا کے کہا کہ اب بتاؤ یہ حرامی ہے یا نہیں ہے، کسی کا منہ نہیں کھلا، نہ جواد کا نہ ڈاکٹر زکریا کا، سامنے سارے بیٹھے ہوئے تھے، سب بھاگ گئے، کسی نے نہیں کہا۔ سویرے کنے مرزئی آئی نا خالی آئی پوچھے جناب تسی لا الہ الا اللہ محمد رسول اللہ دے اندر مرزا صاحب نو شامل کر دیو بشمول تمام انبیاء، اتنا سا ہوتے تھلا تھلے، کتنا عرصہ ہو گیا میں انہوں اعظم سیفی دی براٹ تو جاننا نہیں، اسی جا کے کریں گے تو وہ جواب دے گا، آج خالد بن ولید جواب دے گا۔ ایسے بے شرم لوگ نے، ایک بندے نے تو کلمہ پڑھ کے آخی یار میں تو جدوں دا جمع میں تو تیرے منہ تو آج پہلی دفعہ سنے، یار ایڈی کو بغیرتی ہوندی ہے، تو پھر کہیں گے بھی ساڈے جماعت لٹریچر دی آن لائن پڑھے تو کھول کے پڑھو۔ خلیفہ خامس نے کدی تقریر کے اندر آخیا کہ جناب اسی لا الہ الا اللہ محمد رسول اللہ تو مراد مرزا صاحب نے بھی لینے کدی پڑھیا ہوئے کوئی تقریر کے سکول ہوئے تو سانو دو، اسی بھی اتنے لا کے سنائیے کہ تسی لیندے ہو مراد مرزا صاحب نے دیں، لیکن نہیں، رفع ہو جائے گا اتنے۔ ہاں جی، اور ایک آڈیو سی ناصر بٹ صاحب دی، انہوں نے کہا جی میری آڈیو تسی جیڑی ہے آن لائن چلانی ہے تو سنانی ہے، انہوں نے کچھ تصویرات میرے کو موجود سن، ٹھیک ہے، تو کدی بھی میں کسی دے نال شیئر نہیں کی، انہوں نے جڑا انہوں نے دماغ کے اندر گند سی وہ پیش کیتا اور کہا کہ جی میری تصویریں جڑا استاد نو دے دے۔ تے ناصر بٹ صاحب اگر تمہیں مشہور ہونے کا شوق ہے کہ تسی جیڑی حرکت کرن لگے ہو اتنے ڈیلی کسی دی تصویر لا کے تے گانا کڈن لگے ہو، اگر تمہیں شوق ہے تواڈے کول نمبر موجود ہے احمد نذیر صاحب دا، اپنی تصویر آپ انہوں دو، ٹھیک ہے، اگر تسی تصویر میسج تو سنا نا، آڈیو سناؤ میسج تے سناؤ، میں کھلو جو سنانا اور انہاں دی فرمائش تے ہی سنا رہا، پرائیویٹ کنورزیشن سی، ایتھے براڈ چینل لگی تو آ کے منو پرائیویٹ شروع ہو گئے نے، میری جڑی تصویراں نے دے اپنے استاد نو، تینوں شرم آنی چاہیے جڑا کام کر رہا ہے، تو گالاں پوا رہے، چلو جی میں سنا دینا انہاں دا میسج یا انہاں دی فرمائش دے ہی سنان لگا۔
ਇਹ ਕੰਮ ਹੋਣਾ ਸੀ, ਬਰਾੜ ਜੁਲਾਈ ਇਹ ਤਾਂ ਲਾਜ਼ਮੀ ਹੋਣਾ ਹੀ ਹੋਣਾ ਸੀ। ਕਿਉਂਕਿ ਉੱਥੇ ਗੱਲ ਅੰਦਰ ਅੰਦਰ ਸੀ। एक मिनट खलो जाओ साजी, थोड़ा जब मैं थोड़ा म्यूट ला रहा शोर आ रहा ताकि गल क्लियर हो सके, है ना हो कि बाद च कहना मैं अपने तरफों गल की थी। ਸਲਾਮ ਅਲੈਕੁਮ। ਤੇਰੇ ਕੋਲ ਉਹ ਮੌਕਾ ਹੈ ਜੇ ਸਾਰੇ ਕੰਮ ਕਰ ਬੈਠਾ ਨਾ, ਤੂੰ ਕਹਿੰਦਾ ਸਾਂ ਮੇਰੇ ਤੇ ਇਤਬਾਰ ਨਹੀਂ ਕਰਦੇ। ਉਹ ਜਿਹੜੀਆਂ ਚੀਜ਼ਾਂ ਤੂੰ ਮੇਰੇ ਆਪਣੀਆਂ ਸੇਵ ਕਰਕੇ ਰੱਖੀਆਂ ਨਾ ਮੇਰੀਆਂ, ਅਮਰ ਰਜ਼ੀਰ ਨੂੰ ਦੇ ਦੇ। ਇਸ ਵਾਸਤੇ ਮੈਂ ਤੈਨੂੰ ਕਹਿੰਦਾ ਸਰ ਤੇਰੇ ਤੇ ਮੈਨੂੰ ਇਤਬਾਰ ਨਹੀਂ। ਉਹ ਤੈਨੂੰ ਦੱਸ ਦਿੱਤਾ, ਆਓ ਜੀ WhatsApp ਉੱਥੇ ਆਓ, WhatsApp ਉੱਥੇ ਆਓ। ਉਹ ਜਿਹੜੇ ਕੰਮ ਤੂੰ ਕਰਵਾਉਣੇ ਨਾ ਉਹ ਤੂੰ ਕਰਵਾ ਬੈਠਾ। ਤੇ ਤੂੰ ਜਿਹੜਾ ਨਾ, ਮੈਂ ਤੈਨੂੰ ਇੱਕ ਚੀਜ਼ ਦੱਸਾਂ, ਤੂੰ ਉਹਦੇ ਲਈ ਕੰਮ ਕਰਨ ਲੱਗੇ। हाँ जी, ਹੁਣ ਤੁਸੀਂ ਸੁਣ ਲਈ ਆਡੀਓ, ਠੀਕ ਹੈ। ਅਸੀਂ ਉਹਨਾਂ ਦੇ ਵਾਲੇ ਕੰਮ ਕਰਨ ਲੱਗੇ। ਅਸੀਂ ਇੱਥੇ ਲਾਈਏ WhatsApp ਦੀ ਫੋਟੋ, ਉਹਨਾਂ ਦੇ ਵਾਲਦ ਸਾਹਿਬ ਦੀ ਫੋਟੋ ਲਾਈਏ ਇੱਥੇ, ਉਹ ਕੰਮ ਕਰ ਰਹੇ ਹਾਂ ਅਸੀਂ। ਕਪਤਨ ਨੇ अगर ਉਹਨਾਂ ਦੀ और कली भी आप ही है, ठीक है ना, और आपने कली जिस सोशल मीडिया ऐप तो मैं ली है उन्होंने वाले साहब भी मौजूद, लेकिन मैं कभी ऐस हरामजदगी हरामजदगी समझना किसी की फोटो ला के अगर किसी दी मिल भी गई है तो वो काम करी जड़ा आप करन लगे ने, किसी कुत्ते दे मुंह ते ला के, किसी सूर दे मुंह ते ला के ਤੇ ਕਹਿੰਦੇ ਜਿਹੜੀ ਤੁਸੀਂ ਸੇਵ ਕਰਕੇ ਰੱਖਿਓ ਨਾ ਦੇ ਦੇ ਅਮਨ ਨਜ਼ੀਰ ਨੂੰ। ਅਗਰ ਤੁਹਾਨੂੰ ਸ਼ੌਕ ਹੈ ਆਪਣੀ ਤਸ਼ਹੀਰ ਕਰਨ ਦਾ, 100 ਬਿਸਮਿਲ੍ਲਾ ਆਪ ਦੋ, ਸੈਂਡ ਕਰੋ, ਆਪ ਲਾ ਲੈਣਗੇ। ਸ਼ਰਮ ਨਹੀਂ ਆਉਂਦੀ ਇੱਕ ਬੰਦੇ ਤੇ ਇਲਜ਼ਾਮ ਲਾਉਂਦਿਆਂ ਵੀ ਕਿ ਤੋਬਾ ਇਸਤਗਫਾਰ ਕਹਿੰਦੇ ਤੁਹਾਡੇ ਤੋਂ ਹਰ ਗੰਦ ਦੀ ਅਸੀਂ ਉਮੀਦ ਰੱਖ ਸਕਦੇ ਹਾਂ। ਕਿਉਂ? ਕਿਉਂਕਿ ਇੱਥੇ ਬਰਾੜ ਖੋਲ ਕੇ ਕਿਸੇ ਅੱਛੇ ਤਰੀਕੇ ਦੇ ਨਾਲ ਗੁਫ਼ਤਗੂ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਬੜਾ ਬੰਬ ਹੋਣ ਵੱਜ ਗਿਆ। ਔਰ ਸਵਾਲ ਫਿਰ ਅਜੀ ਅਸੀਂ ਇਹ ਕਰਨੇ ਆ, ਇਹ ਜਿਹੜਾ ਕੰਮ ਤੁਸੀਂ ਕਰਨ ਲੱਗੇ ਹੋ, ਅੱਜ ਵੀ ਅਮਨ ਨਜ਼ੀਰ ਦੀ ਫੋਟੋ ਤੁਸੀਂ ਕਿਸੇ ਸ਼ਾਇਦ ਤੇ ਲਾ ਕੇ ਰੱਖੀਏ, ਸਵਾਲ ਬਿਲਕੁਲ ਨਹੀਂ ਹੈ, ਸਿਰਫ ਇੱਕ ਸਿੰਪਲ ਹੈ, ਇਹ ਕੰਮ ਅਸੀਂ ਕਰੀਏ ਤੁਹਾਡੀ ਤਸਵੀਰਾਂ ਦੇ ਨਾਲ, ਤੁਹਾਡੇ ਵਾਲਿਦ ਦੀ ਤਸਵੀਰਾਂ ਦੇ ਨਾਲ, ਤੇ ਜਾਇਜ਼ ਹੈ ਕਿਉਂਕਿ ਤੁਸੀਂ ਇੱਕ ਕੁਲੀਆ ਦੇ ਸਕੇ। ਔਰ ਜਵਾਬ ਨਾਸਰ ਭੱਟ ਸਾਹਿਬ ਆਪ ਦੇਣਗੇ ਕਿ ਜਿਹੜਾ ਕੰਮ ਅੱਜ ਉਹ ਅਮਨ ਨਜ਼ੀਰ ਦੀ ਤਸਵੀਰ ਲਾ ਕੇ ਕਰ ਰਹੇ ਨੇ, ਅਸੀਂ ਉਹਨਾਂ ਦੀ ਤਸਵੀਰ ਦੀ, ਉਹਨਾਂ ਦੇ ਘਰ ਦੀ ਤਸਵੀਰ ਲਾ ਕੇ ਕਰੀਏ, ਜਾਇਜ਼ ਹੈ ਜਾਂ ਨਹੀਂ ਜਾਇਜ਼। ਇੱਕ ਆਡੀਓ ਰੱਖੀ ਹੈ 100 ਸਾਲ ਤੋਂ ਕਿ ਜੀ ਇਹਨਾਂ ਦੀ ਖਲੀਫਾ ਦੀ ਫੋਟੋ ਲਾਓ, ਇਹਨਾਂ ਦੀ ਖਲੀਫਾ ਦੀ ਜਨਾਨੀ ਦੀ ਫੋਟੋ ਲਾਓ ਤਾਂ ਮੈਨੂੰ ਮੇਰਾ ਮਾਰ ਲੈਣਾ। ਵਜ੍ਹਾ ਕੀ ਸੀ ਕੋਈ ਪਤਾ ਨਹੀਂ। ਇੱਕ ਦਫਾ ਅਗਰ ਉਹਨਾਂ ਨੇ ਕਹਿ ਛੜਿਆ ਤੁਸੀਂ, ਇੱਕ ਦਫਾ ਲਾਸ ਦੀ ਖਤਮ ਹੋ ਗਿਆ, ਤੁਸੀਂ ਡੇਲੀ ਹੁਣ ਕੰਮ ਫੜਿਆ ਤੇ 365 ਦਿਨ ਲਾਉਣ ਦਾ ਇਰਾਦਾ ਵੀ ਰੱਖਦੇ ਹੋ, ਠੀਕ ਹੈ ਨਾ, ਔਰ ਦਿਨ ਦੀ ਤਾਰੀਖ ਵੀ ਨਾਲ ਰੱਖ ਰਹੇ ਹੋ। ਇਹੀ ਕੰਮ ਅਗਰ ਹੁਣ ਅਸੀਂ ਕਰੀਏ ਤੇ ਉਹ ਜਾਇਜ਼ ਹੋਏਗਾ ਜਾਂ ਨਾਜਾਇਜ਼ ਹੋ ਜਾਏਗਾ? ਜਵਾਬ ਨਾਸਰ ਭੱਟ ਸਾਹਿਬ ਦੇਣਗੇ ਇਨਸ਼ਾਅੱਲਾ ਤਾਲਾ। ਉਹ ਕਦੀ ਇੱਥੇ ਆ ਕੇ ਦੇਣ ਤੇ ਨਹੀਂ ਲੱਗੇ, ਉਹ WhatsApp ਤੇ ਦੇ ਦੇਣਗੇ, ਲੇਕਿਨ ਜਵਾਬ ਆਏਗਾ ਤਾਂ ਇਨਸ਼ਾਅੱਲਾ ਤੁਹਾਨੂੰ ਜ਼ਰੂਰ ਪੇਸ਼ ਕਰਾਂਗੇ। ਦੇਣਗੇ WhatsApp ਤੇ ਦੇਣਗੇ, ਪਿੱਛੇ ਜਾ ਕੇ WhatsApp ਤੇ ਜਵਾਬ ਸੁਣਾਂਗੇ। यानी एक बंदा नहीं कि सामने आके बैठ के गल कर सके। मैं माइक दे कहना ना नासर भट्ट साहब ने जोगे, ना अहमद भट्ट साहब ने, ना वो सलीम कुकड़ी है जो सारा दिन अहले बैत नूं गालां करदा। इन्हां दे अंदरों एक नहीं है, बशमूल इन्हां दे मुअल्लम साहब जिहड़े ने कल्ले मैदान दे कोले ने ते कल्ले भज सकदे ने। अहमद भट्ट साहब ने 12 सवाल लिख के दिता कीदा इमामत ते, ठीक है, जवाब दिता है तो मैं उत्थे इनवाइटेड ही नहीं हाँ। मेरी तहरीर फड़ के 3 घंटे की रिकॉर्डिंग कर सकती। मैं कहा भट्ट साहब मेरी तहरीर ने तो ਤੁਹਾਨੂੰ परत के जवाब नहीं ना देना, तुसी ते इमाम बुखारी दी हदीसां दे नाल जिहड़ा काम करन लगे हो, ठीक है भाई, लेकिन मेरे नाकस इल्म वाले बंदे से यह काम करो, कहना मुश्किल है, तुसी 6 घंटे दी रिकॉर्ड करा लो। इन्ने जोगे नहीं क्या आमने सामने बह के कालमा कर सकन, को मुबासा कर सकन, को नॉर्मल गुफ्तगू कर सकन। ते जी ਅਸੀਂ 214 ਮੁਲਕਾਂ 'ਚ ਫੈਲ ਗਏ ਤੇ ਫੈਲੋ, ਜਿੱਥੇ ਤੁਹਾਨੂੰ ਬੁਲਾਓ ਉੱਥੋਂ ਤੁਸੀਂ ਚੋਰ ਦਰਵਾਜ਼ਾ ਬਣਾਇਆ ਨਸੇ ਨਸੇ, बहाना बनाया नसे नसे। एक वाकये ਨੂੰ ਫੜਿਆ ਜੀ, ਮੇਰੇ ਨਾਲ ਮੁਨਾਜ਼ਰਾ ਤੈਅ ਕਰਕੇ ਅਮਰ ਨਜ਼ੀਰ ਨਸ ਗਿਆ ਤੇ ਇਹਨੇ ਡੈਂਟਿਸਟ ਦੀ ਅਪਾਇੰਟਮੈਂਟ ਦਾ ਜਿਹੜਾ ਉਹ ਪਾਇਆ, ਮੈਂ 2 ਘੰਟੇ ਬੈਠਾ ਰਿਹਾ, ਸਾਰਾ ਦਿਨ ਇੱਥੇ ਬੈਠੇ ਰਹਿੰਦੇ ਨੇ। ਅਸੀਂ ਫਿਰ कहना नासर भट्ट साहब ने 100 बिस्मिल्लाह आओ, ਇਹ ਕੋੜਾ ਤੇ ਇਹ ਮੈਦਾਨ ਹੈ, आओ दोबारा वो मौजूद खोलो। अगर एक दिन एक बंदा बिजी हो गया तो दूसरे दिन तो मरते नहीं गया, पहुंचते नहीं हो गया। 20 मिनट अपनी गुफ्तगू करके 2 मिनट दूसरे ਦੀ सुन लो। ਜਦੋਂ ਇਹ ਇੰਨਾ ਵੀ ਮਿਆਰ ਤੁਹਾਡੇ ਕੋਲ ਨਹੀਂ ਹੈ ਕਿ ਦੂਸਰੇ ਦੀ ਤੁਸੀਂ ਸੁਣ ਹੀ ਨਹੀਂ ਸਕਦੇ, ਤੇ ਫਿਰ ਤਾਂ ਤੁਹਾਨੂੰ ਕਹਿਣ ਦਾ ਹੱਕ ਹੀ ਨਹੀਂ ਕਿ ਤੁਸੀਂ ਕਿਸੇ ਹੱਕ ਦੇ ਵਾਲੀ ਸਾਈਡ ਤੇ ਹੋ। ਔਰ ਮੈਂ ਅੱਜ ਫਿਰ ਕਹਿਣਾ, 44 ਬੰਦੇ ਬੈਠੇ ਨੇ, ਜਿਹੜਾ ਅਹਿਮਦੀ ਉੱਤੇ ਆ ਕੇ ਗੁਫ਼ਤਗੂ ਕਰਨਾ ਚਾਹੁੰਦਾ ਬਾਕੀ ਸਾਰੇ ਥੱਲੇ ਲੈ ਜਾਣ, 1-on-1 ਗੁਫ਼ਤਗੂ ਕਰੇ, ਮੋਡ ਬਣ ਕੇ ਆਏ, ਮੋਡਰੇਟਰ ਬਣ ਕੇ ਆਏ, ਤਾਂ ਕਿ ਜਨਾਨੀਆਂ ਵਾਲਾ ਮੈਨਾਂ ਨਾ ਮਾਰੇ ਜੀ ਕਮੈਂਟਾਂ ਦੇ ਅੰਦਰ ਸਾਨੂੰ ਗਾਲ ਕੱਢ ਰਹੇ ਨੇ ਜਾਂ ਉੱਤੇ ਕਿਸੇ ਨੇ ਜ਼ਿਆਦਤੀ ਕੀਤੀ।
ਲੇਕਿਨ ਫਿਰ ਵੀ ਅਗਰ ਤੁਸੀਂ ਨਹੀਂ ਆਉਣਾ ਚਾਹੁੰਦੇ ਤੇ ਫਿਰ ਦੁਨੀਆ ਆਪ ਹੀ ਵੇਖ ਲੈਂਦੀ ਕਿ ਕਿੰਨੇ ਕੁ ਜੋਗੇ ਤੁਸੀਂ। ਉਹ ਮੁਅੱਲਮ ਡੇਲੀ ਦਿਨ ਦੇ ਅੰਦਰ 3 ਫੋਨ ਮਾਰਦਾ ਸੀ। ਮੈਂ ਕਿਹਾ ਪਹਿਲੇ ਮੈਨੂੰ ਦੱਸ ਦੇ ਇਹ ਆਡੀਓ ਦੇ ਅੰਦਰ ਲਫ਼ਜ਼ ਮੌਜੂਦ ਨੇ ਜਾਂ ਮੈਨੂੰ ਦੇ ਦੇ, ਮੈਂ ਸੁਣ ਲਵਾਂ ਤੇ ਗੱਲ ਦਫਾ ਦਫਾ ਹੋ ਜਾਏ, ਲੋਕੀ ਭੁੱਲ ਜਾਣਗੇ 2-3 ਦਿਨ ਦੇ ਅੰਦਰ। ਉਹਦੇ ਧੌਣ ਦੇ ਅੰਦਰ ਸਰੀਆ ਸੀ, नहीं ऑडियो तो मैं वहीं लोगों के सामने सुनाऊंगा। तो मैं क्या उस्ताद उत्थे गारंटी मंग रहे थे, कहना अपने उस्ताद कह तू अपनी दुबर दे दे तो मैं तेरी गारंटी देना। दुबर मैं आख्या इन्हें उर्दू के अंदर अल्फाज बोले ने, एडा को गलीज गालीबाज है। तो फैसला उसके खिलाफ आया, मैं खुदा दी कसम चुक के फैसला दे, फैसला उसके खिलाफ आया तो वो गाली गलोच ते आ गए नाल। ऐसे को लानती नहीं ਜਦੋਂ ਭੌਂਕਣਗੇ ਨਬੀ ਦੀ ਜ਼ਾਤ ਤੇ ਭੌਂਕਣਗੇ, ਅਸੀਂ ਕਹਿੰਦੇ ਚਲੋ ਠੀਕ ਹੈ ਸਾਨੂੰ ਗਾਲਾਂ ਕੱਢੋ, ਨਹੀਂ ਮੁਸ਼ਕਿਲ ਨਹੀਂ ਹੈ, ਠੀਕ ਹੈ। ਤੁਸੀਂ ਤੇ ਉਹ ਹਰਾਮਜ਼ਾਦੇ ਹੋ ਕਿ ਸਾਈਆਂ ਦੇ ਪਿੱਛੇ ਛੁਪ ਕੇ ਤੇ ਤੁਸੀਂ ਕਹਿੰਦੇ ਬਈ ਇਹ ਜੀ ਮੁਲਹਿਦੀਨ ਦਾ ਇਤਰਾਜ਼ ਹੈ ਤੇ ਇਹ ਸਾਈਆਂ ਦਾ ਇਤਰਾਜ਼ ਹੈ। ਤੁਸੀਂ ਤੇ ਫਿਰ ਇਹਦਾ ਇਹੀ ਮਤਲਬ ਹੈ ਕਿ ਤੁਸੀਂ ਉਹਨਾਂ ਦੇ ਇਤਰਾਜ਼ ਨੂੰ ਦਰੁਸਤ ਸਮਝਦੇ ਤਾਂ ਹੀ ਆਪ ਪੇਸ਼ ਕਰਨ ਲੱਗੀ। ਉਸਤਾਦ ਜੀ ਤੁਸੀਂ ਕੋਈ ਗੱਲ ਕਰਨੀ ਤਾਂ ਕਰ ਲਓ। ਸਵਾਲ ਹੈ ਮੇਰਾ ਕਿ ਜਿਹੜਾ ਕੰਮ ਹੈ ਕਰਨ ਲੱਗੇ ਨੇ ਇਹਨਾਂ ਦੀ ਤਰਫੋਂ ਹੁਣ ਅਸੀਂ ਅਗਰ ਸਾਡੀ ਤਰਫੋਂ ਅਗਰ ਕਿਸੇ ਨੂੰ ਕੋ ਤਫਸੀਰ ਛਾਇਆ ਹੋ ਜਾਂਦੀ ਔਰ ਆਹੀ ਕੰਮ ਹੁੰਦਾ ਜਿਹੜਾ ਕਰਨ ਲੱਗੇ ਨੇ ਤੇ ਫਿਰ ਤੇ ਇਹਨਾਂ ਨੂੰ ਇਤਰਾਜ਼ ਨਹੀਂ ਨਾ ਹੋਣਾ ਚਾਹੀਦਾ। ਬਿਲਕੁਲ ਬਿਲकुल। ਤਾਕ ਮਾਸਟਰ ਸਾਹਿਬ ਉੱਤੇ ਤਸ਼ਰੀਫ ਲਿਆਓ। ਅਸਦ ਸਾਹਿਬ ਨੇ ਕੋਈ ਗੱਲਾਂ ਰੱਖੀਆਂ ਨੇ, ਤੁਸੀਂ ਸੁਣੀਆਂ ਨੇ, ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ, ਇਸ ਗੱਲ ਦੇ ਬਾਰੇ? ਗੋਨਾ ਬਾਈ ਅੱਲਾ ਦਾ ਨਾਂ ਜੇ ਆ ਕੇ ਤੇ ਦਲੇਰੀ ਨਾਲ ਸੱਚ ਬੋਲਣ ਦੀ ਕੋਸ਼ਿਸ਼ ਕਰੋ। ਲੋਕਾਂ ਨੂੰ ਦੱਸੋ ਕਿ ਬਈ ਇਹਨਾਂ ਦੀ ਗਾਲਾਂ ਦੀ ਆਦਤ ਹੈ, ਗਾਲਾਂ ਤੋਂ ਬਗੈਰ ਇਹ ਗੱਲ ਨਹੀਂ ਕਰ ਸਕਦੇ ਕਿਉਂਕਿ ਦਲਾਇਲ ਹੈ ਨਹੀਂ, ਦਲਾਇਲ ਹੈ ਨਹੀਂ, ਇਹ ਸਿਰਫ ਔਰ ਸਿਰਫ ਗਾਲਮ ਗਲੋਚ ਕਰ ਸਕਦੇ ਨੇ। ਲੋਕਾਂ ਦੀਆਂ ਪਿਕਚਰਾਂ ਐਡਿਟ ਕਰਕੇ ਲਾ ਕੇ ਗਾਲਾਂ ਕੱਢ ਸਕਦੇ ਨੇ। 365 ਦਿਨ ਉਹਨਾਂ ਆਖਿਆ ਤੇਰੀ ਤਸਵੀਰ ਲਾਣੀ, ਲਾਓ ਬੇਸ਼ੱਕ ਲਾਓ, ਵੈਲਕਮ। ਲੇਕਿਨ ਤੁਸੀਂ ਦਰਅਸਲ ਆਪਣੀ ਇੱਜ਼ਤ ਦਾ ਇਜ਼ਹਾਰ ਪੇ ਕਰਦੇ ਹੋ ਕਿ ਤੁਹਾਡੇ ਕੋਲ ਦਲੀਲਾਂ ਹੈ ਨਹੀਂ, ਤੁਸੀਂ ਸਿਰਫ ਗਾਲਾਂ ਤਾਂ ਕੱਢਣਾ ਚਾਹੁੰਦੇ ਹੋ। ਅਗਰ ਹਿੰਮਤ ਹੈ ਤੇ ਤੁਹਾਨੂੰ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਉਸਤਾਦ ਸਾਹਿਬ ਕਹਿੰਦੇ ਪਏ ਨੇ, ਔਰ ਬੇਸ਼ੱਕ ਮੇਰਾ ਪ੍ਰਾਈਵੇਟ ਵਾਲਾ ਮੈਸੇਜ ਵੀ ਮੈਂ ਇਹਨਾਂ ਨੂੰ ਕਹਾਂਗਾ ਕੱਲ ਤੋਂ ਤੁਸੀਂ ਉਹ ਬਰਾਡ ਲਾਓ ਦੂਜੀ ਕੈਮਰੇ ਵਾਲੀ, ਤੇ ਮੇਰਾ ਪ੍ਰਾਈਵੇਟ ਜਿਹੜਾ ਮੈਸੇਜ ਮੈਂ ਤੁਹਾਨੂੰ ਕੀਤਾ ਉਹਦਾ ਸਕਰੀਨਸ਼ਾਟ ਇੱਥੇ ਲਾਓ। ਕਦੇ ਵੀ ਮੈਂ ਤੁਹਾਨੂੰ ਕਿਹਾ ਹੋਵੇ ਕਿ ਸਾਨੂੰ ਫੇਵਰ ਦਿਓ ਤੇ ਇਹਨਾਂ ਨੂੰ ਥੱਲੇ ਸੁੱਟੋ, ਮੈਂ ਤੁਹਾਨੂੰ ਪ੍ਰਾਈਵੇਟ ਮੈਸੇਜ ਕੀਤਾ ਹੈ, ਉਹਦਾ ਸਕਰੀਨਸ਼ਾਟ ਲਾਓ। ਮੈਂ ਕਿਹਾ ਬਰਾਬਰੀ ਦਾ ਸਲੂਕ ਕਰੋ ਸਭ ਨਾਲ। ਅਗਰ ਸਾਡਾ ਕੋਈ ਭਾਈ ਗਾਲ ਕੱਢਦਾ ਬੇਸ਼ੱਕ ਉਹਨੂੰ ਥੱਲੇ ਸੁੱਟੋ, ਮੇਰਾ ਕੋਈ ਇਤਰਾਜ਼ ਨਹੀਂ ਹੈ। ਅਗਰ ਪਹਿਲ ਕਰਦਾ ਉਹਨੂੰ ਥੱਲੇ ਸੁੱਟੋ, ਲੇਕਿਨ ਸਿਰਫ ਔਰ ਸਿਰਫ ਬੈਲੈਂਸ ਰੱਖੋ। ਨਾ ਮੈਂ ਕਹਿੰਦਾ ਕਿ ਤੁਸੀਂ ਇਹਨਾਂ ਨਾਲ ਜ਼ਿਆਦਾ ਮੁਸਲਮਾਨਾਂ ਦੀ ਸਾਈਡ ਤੇ ਝੁਕਾਓ ਰੱਖੋ, ਨਾ ਮੈਂ ਕਹਿੰਦਾ ਤੁਸੀਂ ਉਹਨਾਂ ਨੂੰ ਫੇਵਰ ਦਿਓ, ਬਰਾਬਰ ਰੱਖੋ ਸਭ ਨੂੰ ਇੱਕੋ ਜਿਹਾ। ਲੇਕਿਨ ਇਹ ਬਰਾਬਰੀ ਦੀ ਸਤਹ ਤੇ ਗੱਲ ਕਰ ਸਕਦੇ ਨਹੀਂ ਹਨ ਮੇਰੇ ਮੁਹਤਰਮ। ਇਹੋ ਹੀ ਗੱਲ ਮੈਂ ਕਹਿਣਾ ਚਾਹੁੰਦਾ ਸੀ ਕਿ ਅਗਰ ਇਹ ਬਰਾਬਰੀ ਦੀ ਸਤਹ ਉੱਤੇ ਗੱਲ ਕਰ ਸਕਦੇ ਹੁੰਦੇ ਤੇ ਅੱਜ ਇਹਨਾਂ ਦੇ ਇਹ ਹਾਲਾਤ ਨਾ ਹੁੰਦੇ। ਇਹਨਾਂ ਦੀ ਇਹ ਜਿਹੜੀ ਪਰਸੀਕਿਊਸ਼ਨ ਜਿਹਨੂੰ ਵੇ ਕਹਿੰਦੇ ਨੇ ਨਾ, ਇਹ ਤਾਂ ਹੀ ਹੁੰਦੀ ਪਈ ਹੈ ਕਿ ਕਿਉਂਕਿ ਇਹਨਾਂ ਕੋਲ ਦਲੀਲ ਵੀ ਹੈ ਨਹੀਂ ਤੇ ਜ਼ਿੱਦੀ ਵੀ ਹੈ ਨਹੀਂ। ਬਗੈਰ ਦਲੀਲ ਤੋਂ ਸਿੱਧੇ ਚੜੇ ਨੇ। ਅਸੀਂ ਕਹਿੰਦੇ ਹਾਂ ਇਹ ਦੁਨੀਆ ਦਾ ਆਖਰੀ ਸੱਚ, ਤੁਸੀਂ ਸਾਰੇ ਝੂਠੇ ਵਲਦੁ ਜ਼ਨਾ, ਤੁਸੀਂ ਫਲਾਣੇ ਕੰਜਰੀਆਂ ਦੇ ਬੱਚੇ, ਸਾਰਾ ਕੁਝ ਕਹਿ ਕੇ ਜੇ ਕੋਈ ਬੰਦਾ ਸਿਰਫ ਅੱਗੂ ਜਵਾਬ ਚ ਕਹਿ ਦੇ ਕਿ ਇਹੋ ਹੀ ਸੇਮ ਟੂ ਯੂ, ਤੇ ਜਨਾਬ ਸਾਨੂੰ ਫਲਾਂਟਿੰਗ ਸਾਡੀ ਦੇਣੀ ਸ਼ੁਰੂ ਕਰ ਦਿੰਦੇ ਨੇ, ਮਜ਼ਲੂਮੀਆਂ ਦਾ ਰੋਣਾ ਸ਼ੁਰੂ ਕਰ ਦਿੰਦੇ ਨੇ ਕਿ ਸਾਡੇ ਨਾਲ ਜਨਾਬ ਜ਼ਿਆਦਤੀ ਹੋ ਗਈ, ਜ਼ੁਲਮ ਹੋ ਗਿਆ। ਉਹ ਭਾਈ ਤੁਹਾਡਾ ਤੇ ਲਿਟਰੇਚਰ, ਤੁਹਾਡੀ ਤੇ ਤਾਲੀਮ ਹੀ ਹੈ, ਤੁਹਾਡੀ ਤੇ ਬੁਨਿਆਦ ਹੀ ਹੈ ਵੇ। ਤੁਸੀਂ ਤੇ ਸਾਨੂੰ ਜੋ ਕੁਝ ਕਿਹਾ ਕਿਤਾਬਾਂ ਭਰੀਆਂ ਨੇ ਗਾਲਾਂ ਨਾਲ। ਅੱਜ ਕੋਈ ਬੰਦਾ ਅਗਰ ਸ਼ਾਤਮੀਅਤ ਕਰਦਾ ਹੈ ਜਾਂ ਕਿਸੇ ਬੰਦੇ ਨੂੰ ਗਾਲ ਕੱਢਦਾ ਨਾ, ਉਹ ਖੁਦ ਆ ਕੇ ਪ੍ਰੂਵ ਕਰਦਾ ਹੈ, ਔਰ ਉਹਨੇ ਪ੍ਰੂਵ ਕੀਤਾ ਹੈ। ਆਜ਼ਮ ਸੈਫੀ ਨੇ ਜਾ ਕੇ ਸਫੀਆ ਸਿਸਟਰ ਦੀ ਬਰਾੜ ਦੇ ਉੱਤੇ ਕੀ ਕਿਹਾ ਸੀ? ਉਹਨੇ ਕਿਹਾ ਜਿਸ ਤਰੀਕੇ ਨਾਲ ਮੈਂ ਨਬੀ ਅਲੈਹਿਸਸਲਾਤੁ ਵਸਲਾਮ ਦੀ ਸ਼ਾਤਮੀਅਤ ਕੀਤੀ ਹੈ, ਉਹ ਨਾਲ ਸ਼ਰਾਬ ਦੀ ਨਿਸਬਤ ਕੀਤੀ ਹੈ, ਸੇਮ ਹੀ ਮਸੀਹ ਮੌਦ ਦਾ ਤਰੀਕਾ ਤਬਲੀਗ ਸੀ। ਐਸੇ ਤਰ੍ਹਾਂ ਇਲਜ਼ਾਮੀ ਜਵਾਬ ਉਹ ਦਿੰਦੇ ਸਨ। ਹੁਣ ਇਸ ਤੋਂ ਅੱਗੇ ਕਿਹੜਾ ਬੰਦਾ ਹੈ ਜਿਹੜਾ ਇਹਦੇ ਨਾਲੋਂ ਜ਼ਿਆਦਾ ਇਲਮ ਰੱਖਦਾ ਹੋਵੇ, ਇਹਦੇ ਨਾਲੋਂ ਜ਼ਿਆਦਾ ਉਹ ਜਮਾਤ ਦਾ ਯਾਨੀ ਆਫੀਸ਼ੀਅਲ ਮੁਰੱਬੀ ਹੋਵੇ, ਆਫੀਸ਼ੀਅਲ ਉਹਨਾਂ ਦਾ ਅਪਾਇੰਟਡ EMPLOYE ਹੋਵੇ, ਤੇ ਉਹ ਇਹ ਗੱਲ ਕਰੇ। ਤੁਸੀਂ ਤਾਂ ਬਾਕੀ ਤਾਂ ਸਭ ਤੇ ਆਮ ਆਪਣੀ ਤੌਫੀਕ ਨਾਲ ਲੱਗੇ ਹੋ ਨਾ ਕਰਨਾ। ਉਹ ਤੇ ਤਨਖਾਹ ਲੈਂਦਾ ਜਮਾਤ ਕੋਲੋਂ, ਉਹ ਤੇ ਤਨਖਾਹ ਲੈਂਦਾ ਜਮਾਤ ਕੋਲੋਂ, ਤੇ ਜਮਾਤ ਦਾ ਅਪਾਇੰਟਡ EMPLOYE ਹੈ। ਉਹਨੇ ਇਹ ਗੱਲ ਕਹਿ ਦਿੱਤੀ ਹੈ ਕਿ ਜਿਹੜੀ ਮੈਂ ਗੱਲ ਕੀਤੀ ਹੈ, ਜਿਸ ਤਰ੍ਹਾਂ ਮੈਂ ਨਬੀ ਪਾਕ ਅਲ ਸ਼ਰਾਬ ਦੀ ਨਿਸਬਤ ਕੀਤੀ ਹੈ, ਇਹੋ ਹੀ ਸਾਡੇ ਮਸੀਹ ਮੌਊਦ ਦਾ ਤਰੀਕਾ ਤਬਲੀਗ ਹੈ। ਤੁਹਾਨੂੰ ਪਸੰਦ ਆਉਂਦਾ ਹੈ ਤਸਲੀਮ ਕਰ ਲਓ, ਕਬੂਲ ਕਰ ਲਓ, ਇਹਨੂੰ ਫਾਲੋ ਕਰੋ। ਨਹੀਂ ਪਸੰਦ ਆਉਂਦਾ ਤੇ ਉਹਨੇ ਆਖਿਆ ਵਾਮ ਕਾਲੇ ਨਾਮ ਹੋ ਤੁਸੀਂ, ਔਰ ਉਹਦੀ ਦਲੀਲ ਵੀ ਮੌਜੂਦ ਹੈ, ਤੁਸੀਂ ਉਹਨੂੰ ਖੋਲ ਕੇ ਵੇਖੋਗੇ ਰਿਵਿਊ
ਟ੍ਰੇਨਿੰਗ ਸਾਡੇ ਤੇ ਅਪਲਾਈ ਵੀ ਹੁੰਦੀ। ਗੱਲ ਤੇ ਇੰਨੀ ਹੈ ਕਿ ਜਿਹੜੀ ਗੱਲ ਅਸੀਂ ਮਿਰਜ਼ਾ ਸਾਹਿਬ ਦੇ ਬਾਰੇ ਕਰਨੀ ਹੈ, ਇਹਨਾਂ ਇਲਜ਼ਾਮੀ ਰੰਗ ਚੋਂ ਨਬੀ ਪਾਕ ਸੁੱਟ ਦੇਣੀ ਹੈ। ਆਉਂਦਿਆਂ ਸ਼ੁਰੂ ਹੀ ਇੱਥੋਂ ਕਰਨਗੇ ਕਿ ਮੇਰਾ ਈਮਾਨ बढ़ गया है, यहूदी और ईसाई तवक्कुआत रखियां ने। ਜਿਹੜੇ साहब आए सन वो कहते सन अगर आप ले सलाम नहीं भी कह सकते तो कम से कम उनका नाम आराम से ले। यार ਤੁਹਾਨੂੰ ਮੁਸਲਮਾਨਾਂ ਦੇ ਅਕੀਦੇ ਦਾ ਪਤਾ ਹੀ ਨਹੀਂ ਹੈ, ਤੁਹਾਨੂੰ ਇਸਲਾਮ ਦਾ ਮੇਰੇ ਹਾਲੇ ਹਵਾ ਵੀ ਨਹੀਂ ਲੱਗੀ ਹੈ। ਤੁਸੀਂ ਇਹ ਸਮਝਦੇ ਹੋ ਕਿ ਜਿਸ ਤਰ੍ਹਾਂ ਮੁਸਲਮਾਨਾਂ ਦੇ ਅਕਾਬਰ ਨੇ ਤੇ ਉਹ ਇੱਕ ਹੀ ਦੂਜੇ ਦੇ ਦਰਮਿਆਨ ਆਂਦੇ ਨੇ ਕਿ ਫਰੋਈ ਮਾਮਲਾਤ ਛੋਟੇ ਛੋਟੇ ਹੁੰਦੇ ਨੇ, ਇਹਨਾਂ ਦੀ ਵਜ੍ਹਾ ਤੋਂ ਕਿਸੇ ਦੀ ਤੋਹੀਨ ਨਾ ਕਰੋ, ਉਹ ਦੂਜੇ ਦੇ ਅਕਾਬਰ ਨੂੰ ਇਤਰਾਮ ਔਰ ਇੱਜ਼ਤ ਨਾ ਬੁਲਾਓ। ਤੁਹਾਡੇ ਦਰਮਿਆਨ ਝਗੜਾ ਤੇ ਹੈ ਹੀ ਕੋਈ ਨਹੀਂ, ਬੁਨਿਆਦ ਤੇ ਹੈ ਹੀ ਕੋਈ ਨਹੀਂ, ਤੇ ਕਿਉਂ ਇੱਕ ਦੂਜੇ ਦੇ ਕਾਬਰ ਨੂੰ ਬੁਰਾ ਭਲਾ ਕਹਿੰਦੇ ਹੋ? ਇਹ ਵੇ ਮੁਸਲਮਾਨਾਂ ਦੇ ਦਰਮਿਆਨ ਇਖਤਲਾਫ ਕਿ ਭਈ ਇੱਕ ਦੂਜੇ ਦੇ ਕਾਬਰੀਨ ਨੂੰ ਨਰਮੀ ਨਾਲ, ਇਤਰਾਮ ਨਾਲ, ਇੱਜ਼ਤ ਨਾਲ ਬੁਲਾਓ। ਤੁਸੀਂ ਆਪਣੇ ਮਤਲਬ ਇਹ ਤਵੱਕੋ ਰੱਖਦੇ ਹੋ ਕਿ ਮੁਸਲਮਾਨ ਤੁਹਾਡੇ ਇਸ ਬੰਦੇ ਨੂੰ, ਅਕਾਬਰ ਨੂੰ, ਜਿਹਨੂੰ ਤੁਸੀਂ ਨਬੀ ਬਣਾਇਆ, ਉਹਦੇ ਬਾਰੇ ਤੁਸੀਂ ਇਹ ਤਵੱਕੋ ਰੱਖਦੇ ਹੋ ਕਿ ਲੋਕੀ ਉਹਨੂੰ ਲੈ ਸਲਾਮ ਆਖਣਗੇ? ਆਊਜ਼ ਬਿল্লাহি ਮਿਨਸ਼ ਸ਼ੈਤਾਨਿਰ ਰਜੀਮ। ਜਿਹੜਾ ਉਹਨੂੰ ਲੈ ਸਲਾਮ ਆਖੇਗਾ ਉਹ ਤਾਂ ਇਸਲਾਮ ਚ ਨਿਕਲ ਗਿਆ, ਉਹਨੇ ਨਬੀ ਪਾਕ ਦੀ ਗੱਲ ਨੂੰ ਝੁਟਲਾ ਦਿੱਤਾ। ਨਬੀ ਪਾਕ ਨੇ ਕਜ਼ਾਬ ਕਿਹਾ ਹੋਵੇ ਤੇ ਤੁਸੀਂ ਉਹਨੂੰ ਲੈ ਸਲਾਮ ਆਖੋਗੇ ਤੇ ਦੱਸੋ ਤੁਹਾਡੇ ਈਮਾਨ ਪੱਲੇ ਕਿੱਥੇ ਰਹਿ ਗਿਆ? ਤੁਹਾਡਾ ਤਾਂ ਈਮਾਨ ਖਤਮ ਹੋ ਗਿਆ। ਸੋ ਤੁਸੀਂ ਤਵੱਕੁਆਤ ਜ਼ਿਆਦਾ ਵਬਸਤਾ ਕਰ ਲੀਆਂ ਨੇ ਮੁਸਲਮਾਨਾਂ ਤੋਂ। ਅਸੀਂ ਆਨੇ ਆ ਕਿ ਤੁਸੀਂ ਮਿਹਰਬਾਨੀ ਕਰੋ, ਜੇ ਗੱਲ ਕਰਨੀ ਹੈ ਤੇ ਨਾ ਤੁਹਾਡੀ ਤਵੱਕੁਆਤ ਨੂੰ ਠੇਸ ਪਹੁੰਚੇ, ਬਰਾਬਰੀ ਦੀ ਸਤਹ ਤੇ ਆ ਕੇ ਗੱਲ ਕਰ ਲਓ। ਨਾ ਅਸੀਂ ਉਹਨਾਂ ਨੂੰ ਗਾਲ ਕੱਢਣ ਦੇ ਹੱਕ ਵਿੱਚ ਹਾਂ, ਨਾ ਅਸੀਂ ਕਿਸੇ ਆਪਣੇ ਭਾਈ ਨੂੰ ਗਾਲ ਕੱਢਣ ਦੇਵਾਂਗੇ, ਬਲਕਿ ਰੋਕਾਂਗੇ। ਜਿਹੜਾ ਗਾਲ ਕੱਢੇਗਾ ਉਹਨੂੰ ਮਨਾ ਕਰਾਂਗੇ। ਨਜਫ ਬੋਲਿਆ, ਅਬੂ ਬਕਰ ਭਾਈ ਬੋਲੇ, ਮੈਂ ਉਹਨਾਂ ਨੂੰ ਮਨਾ ਕੀਤਾ ਕਿ ਨਾ ਕੋਈ ਇਹੋ ਜਿਹਾ ਲਫ਼ਜ਼ ਇਸਤੇਮਾਲ ਕਰੋ। ਲੇਕਿਨ ਹਫੀਜ਼ ਸ਼ੇਖ ਸਾਹਿਬ ਨੇ ਆਪ ਹੀ ਸਿਰ ਦੇ ਉੱਤੇ ਟੋਕਰਾ ਰੱਖਿਆ ਗਾਲਾਂ ਦਾ, ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਤੇ ਹੋਸਟ ਕੀ ਕਰੇ, ਦੂਜਾ ਕੀ ਕਰੇ, ਤੀਜਾ ਕੀ ਕਰੇ? ਅਗਰ ਤੁਸੀਂ ਗਾਲਾਂ ਨਾ ਕੱਢੋਗੇ, ਇਧਰੋਂ ਕੋਈ ਬੰਦਾ ਗਾਲ ਕੱਢੇਗਾ, ਸਾਨੂੰ ਦੱਸਿਓ। ਤੁਸੀਂ ਇਸ ਸਕਿੰਟ ਤੋਂ ਪਹਿਲੇ ਮੈਂ ਤੁਹਾਨੂੰ ਕਹਿਣਾ, ਤੁਸੀਂ ਮੇਰਾ ਸਕਰੀਨਸ਼ਾਟ ਲਓ ਪ੍ਰਾਈਵੇਟ ਮੈਸੇਜ ਦਾ ਕਿ ਮੈਂ ਤੁਹਾਨੂੰ ਕੀ ਕਿਹਾ। ਮੈਂ ਤੁਹਾਨੂੰ ਕਿਹਾ ਕਿ ਇਹਨਾਂ ਕੋਲ ਗਾਲਾਂ ਕਢਾਓ, ਇਹਨਾਂ ਨੂੰ ਇਜਾਜ਼ਤ ਦਿਓ। ਮੈਂ ਤੁਹਾਨੂੰ ਕਿਹਾ ਬਰਾਬਰੀ ਦਾ ਸਲੂਕ ਕਰੋ ਸਭ ਨਾਲ। ਜੇ ਕੋਈ ਬੰਦਾ ਸਾਡੇ ਚ ਪਹਿਲ ਕਰੇ, ਬੇਸ਼ੱਕ ਉਹਨੂੰ ਚੁੱਕ ਕੇ ਥੱਲੇ ਮਾਰੋ। ਮੈਨੂੰ ਸਭ ਤੋਂ ਜ਼ਿਆਦਾ ਮੇਰੇ ਵਾਸਤੇ ਜ਼ਿਆਰ ਰਸੂਲ ਮੁਫਤੀ ਮੁਬਸ਼ਰ ਹੋ ਰਹੀ ਹੈ ਕਾਬਲੇ ਤਰ੍ਹਾਂ। ਮੈਂ ਉਹਨੂੰ ਆਖਿਆ, ਜ਼ਿਆਰ ਭਾਈ ਨੂੰ ਵੀ ਕਿਹਾ, ਜ਼ਿਆ ਭਾਈ ਨੂੰ ਵੀ ਕਿਹਾ ਕਿ ਕੋਈ ਗਾਲ ਗੋਲ ਨਾ ਕੱਢਿਆ ਜੇ, ਕੋਈ ਨਜਾਇਜ਼ ਲਫ਼ਜ਼ ਨਾ ਬੋਲਿਆ ਜਾਏ। ਮੈਂ ਉਹਨਾਂ ਨੂੰ ਇੱਕ ਦਾਅਵਤ ਦਿੱਤੀ ਕਿ ਬਰਾਬਰੀ ਦੀ ਸੱਤਾ ਤੇ ਗੱਲ ਕਰਾਓ ਤੇ ਉਹਨਾਂ ਨੂੰ ਬੁਲਾਓ ਜਿਹੜਾ ਬਰਾਬਰੀ ਦੀ ਸੱਤਾ ਤੇ ਗੱਲ ਕਰ ਸਕੇ। ਉਹਨਾਂ ਤੋਂ ਬਾਅਦ ਹੋਰ ਕੌਣ ਨੇ? ਇਹ ਤੇ ਨਿੱਕੇ ਨੇ ਉਹਨਾਂ ਨਾਲੋਂ, ਸਾਰੇ ਮੇਰੇ ਵੀਰ ਨੇ, ਲੇਕਿਨ ਉਹਨਾਂ ਨਾਲ ਉਮਰ, ਤਜਰਬੇ, ਇਲਮ, ਤਾਲੀਮ ਦੇ ਹਿਸਾਬ ਨਾਲ ਨਿੱਕੇ ਨੇ। ਇਹਨਾਂ ਨੂੰ ਤਾਂ ਅਸੀਂ ਫੌਰਨ ਮਨਾ ਕਰ ਸਕਨੇ, ਨਾ ਬੋਲੋ ਲਫ਼ਜ਼, ਨਾ ਬੋਲੋ, ਇਹਨਾਂ ਤੇ ਥੱਲੇ ਸੁੱਟ ਸਕਨੇ। ਸੋ ਸਾਡੀ ਤਰਫੋਂ ਦਾਵਤ ਹੈ ਕਿ ਜੇ ਗੱਲ ਕਰ ਸਕਦੇ ਹੋ ਤੇ ਬਗੈਰ ਗਾਲਮ ਗਲੋਚ ਤੋਂ, ਬਗੈਰ ਤੋਹੀਨ ਤੋਂ ਆ ਕੇ ਗੱਲ ਕਰਕੇ ਵੇਖ ਲਓ। ਤੇ ਜੇ ਤੁਸੀਂ ਗੱਲ ਨਹੀਂ ਕਰ ਸਕਦੇ, ਛੜੀਆਂ ਗਾਲਾਂ ਕੱਢਣੀਆਂ, ਬਿਸਮਿਲ੍ਲਾ, ਮੇਰੀ ਫੋਟੋ ਲਾਓ, ਮੇਰੀ ਮਾਂ ਦੀ ਫੋਟੋ ਲਾਓ, ਮੇਰੇ ਬਾਪ ਦੀ ਫੋਟੋ ਲਾਓ, 365 ਦਿਨ ਐਡਿਟ ਕਰਕੇ ਲਾਓ, ਤਿਲ ਲਾ ਲਓ। हजार बार बशोयम दहन बमुश्क गुलाब हनूज नाम तू गुफ्तन कमाल बेअदबीस्त। और नबी पाक सल्लल्लाहु अलैहि वसल्लम दी जात तू साडे मां प्यो, साडे बच्चे, साडे भैणा भरा, हर शै साडी, साडा नफ्स, साडी जान, हर शै कुर्बान। यार तुसीं क्या समझदे हो कि ਅਸੀਂ ਨਬੀ ਪਾਕ ਦੀ ਤੋਹੀਨ ਬਰਦਾਸ਼ਤ ਕਰ ਲਾਂਗੇ ਕਿ ਸਾਡੇ ਤੁਸੀਂ ਮਾਂ ਪਿਓ ਦੀਆਂ ਫੋਟੋਆਂ ਟੰਗੀਆਂ? ਆਹ ਵਾਹ 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 ਵਾਹ। ਇਹ ਬਲੈਕਮੇਲਿੰਗ ਨਹੀਂ ਚੱਲਣੀ। ਇਸ ਗੱਲ ਤੋਂ ਅਸੀਂ ਬਲੈਕਮੇਲ ਨਹੀਂ ਹੁੰਦੇ। 101 ਵਾਰੀ ਲਾਓ ਦਿਹਾੜੀ ਚ, 24 ਘੰਟੇ ਨੇ, 24 ਘੰਟੇ 24 ਤਸਵੀਰਾਂ ਬਦਲ ਕੇ ਐਡਿਟ ਕਰਕੇ ਮੇਰੀ ਲਾਓ, ਮੇਰੀ ਮਾਂ ਦੀ ਲਾਓ, ਮੇਰੇ ਬਾਪ ਦੀ ਲਾਓ, ਲੇਕਿਨ ਨਬੀ ਅਲੈਹਿਸ ਸਲਾਮ ਦੀ ਤੋਹੀਨ ਕਰੋਗੇ, ਇੰਜ ਦਾ ਜਵਾਬ ਲੱਭੇਗਾ। ਉਹ ਨਹੀਂ ਅਸੀਂ ਬਰਦਾਸ਼ਤ ਕਰਾਂਗੇ। ਇਹ ਬਲੈਕਮੇਲਿੰਗ ਸਾਨੂੰ ਨਹੀਂ ਚਾਹੀਦੀ ਕਿ ਸਾਨੂੰ ਆਪਣੀ ਫੈਮਿਲੀ ਦੀ ਇੱਜ਼ਤ ਅਜ਼ੀਜ਼ ਹੈ, ਸਾਨੂੰ ਆਪਣੇ ਮਾਂ ਪਿਓ ਦੀ ਇੱਜ਼ਤ, ਸਾਨੂੰ ਆਪਣੇ ਨਬੀ ਦੀ ਇੱਜ਼ਤ ਅਜ਼ੀਜ਼, ਸਾਨੂੰ ਆਪਣੇ ਮਹਿਬੂਬ ਦੀ ਇੱਜ਼ਤ ਅਜ਼ੀਜ਼ ਹੈ। ਉਹਨਾਂ ਦੀ ਇੱਜ਼ਤ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ। ਜੋ ਕੋਈ ਤੁਸੀਂ ਪੇ ਕਰਦੇ ਹੋ, ਕੋਈ ਦਿਨ ਐਸਾ ਨਹੀਂ ਜਾਂਦਾ ਜਿਸ ਦਿਨ ਤੁਸੀਂ ਇਹ ਹਰਕਤ ਨਹੀਂ ਕਰਦੇ। ਇਹ ਰਾਤੀ ਕਰਕੇ ਆਇਆ ਸ਼ਾਤਮੀ ਸਾਨੀ ਸਾਹਿਬ ਦੀ ਬਰਾੜ ਦੇ ਉੱਤੇ, ਕਿਹੜਾ ਦਿਨ ਗੁਜ਼ਰਿਆ ਜਿਸ ਦਿਨ ਤੁਸੀਂ ਨਬੀ ਪਾਕ ਨੂੰ ਗਾਲ ਨਹੀਂ ਕੱਢੀ? ਡੇਲੀ ਬੇਸਿਸ ਤੇ ਨਬੀ ਪਾਕ ਨੂੰ ਤੁਸੀਂ ਗਾਲਾਂ ਪੇ ਕੱਢਦੇ ਹੋ। ਤੇ ਤੁਸੀਂ ਇਹ ਤਵੱਕੋ ਰੱਖਦੇ ਹੋ ਕਿ ਤੁਹਾਡੇ ਨਾਲ ਅਸੀਂ ਪਿਆਰ ਨਾਲ ਤੇ ਮੁਹੱਬਤ ਨਾਲ ਗੱਲ ਕਰਾਂਗੇ, ਹਾਂ ਬਰਾਬਰੀ ਸਤਹ ਗੱਲ ਕਰਾਂਗੇ, ਲੇਕਿਨ ਤੁਹਾਡੇ ਨਾਲ ਕੋਈ ਪਿਆਰ अस्सलामुअलैकुम रहमतुल्लाहि व बरकातुहू। अमन जी साहब बहरीन भाई है मौजूद हो? जी करो गल मंसूर साहब करो। वालेकुम अस्सलाम रहमतुल्लाहि व बरकातुहू। जी मौजूद है मंसूर साहब। हाँ जी बहरीन भाई क्या हाल है? ठीक ठाक हो? तुसी भी ब्रॉड ला लीजिए। जी लग गई है, तीसरा दिन है, मुखालफत जोरा शोरत है। जोहरन का टाइम है, अगर कोई गल करनी है बिस्मिल्लाह करो, कंक्लूजन की तरफ जाना है, जोहरन के बाद मिलने हैं। बिस्मिल्लाह करो, की कहना चाहोगे? बहरीन भाई मैं सुन रहा सी गल्लां, कुछ गल्लां दे नाल मैं जी इतफाक करदा ते कुछ गल्लां दे नाल मैं इतफाक नहीं करदा तुहाडियां। देखो मैं साडा काम है ना, देखो जेड़ी रख देना एतराज या हवाला, अवाम फैसला कर दी है
کون سچ بول رہے ہیں, کون صحیح ہے, کون غلط. ساڈا کام نہیں کیسی کہے کہ بھی جماعت احمدیت غلط ہے, احمدیت کہن کہ بھائی اسی غلط ہے. اسی بھی دلائل رکھنا ہے, جماعت احمدیت بھی دلائل رکھتی ہے. فیصلہ جیڑی عوام کرتی اور عوام نے کرن دا حق ہے. پہلی گل تو یہ کہ میں کسی بھی شخصی جڑی ہوندی ہے نا شخصیت نو ٹارگٹ کرنا وہ میں خلاف ہاں. علمی جڑی گل ہے وہ میں حق دے وچ ہاں. اے میرا پہلا موقف ہے تے کسی بھی شخصیت نو ٹارگٹ نہیں کرنا چاہیے. علمی گفتگو ضرور ہونی چاہیے اور عزت و احترام دے دائرے دے وچ ہونی چاہیے اور برابری دی سطح تے ہونی چاہیے. یہ بھی گل ٹھیک ہے. جڑی ایک میرا سوال ہے تہاڈے دوستاں واسطے, میں ہمیشہ میں یاد رکھنا کہ جدوں بھی میں گل کراں گا میں اپنی گل کراں گا, میں کسے دا ذمہ دار نہیں, نہ تہاڈا نہ کسے ہور دا کہ فلانے نے انج کیتا ہے فلانے نے انج کیتا ہے. ہر انسان نے اپنے اعمال دا حساب کتاب خود دینا ہے, نہ میں کسے دا دینا ہے نہ کسے نے میرا دینا ہے. تے اس لیے برابری دی سطح ٹھیک ہے, بڑی اچھی گل کر رہے تھے امن نذیر صاحب کہ برابری دی سطح تے گل ہونی چاہیے. تے میرا یہ سوال ہے کہ چلو تہاڈی نظر دے وچ اسی مسلمان نہیں, تے اگر کوئی غلط گل کردا ہے کیا ایک مسلمان ہون دے ناطے انہوں اپنے اخلاق تو گرنا چاہیے اور ایسی الفاظ یوز کرنے چاہیے اور انہوں اے نام دینا کہ یہ برابری دی سطح ہے, اے دی اسلام اجازت دیندا ہے؟ اے میرا سوال ہے. جزاک اللہ. قرآن کے اندر کیا اللہ تعالیٰ فرماندا ہے کہ تانوں اونا حق کے جنہ ظلم تواڈے تے ہویا ہے اونا بدلہ لین دا تانوں حق ہے, لیکن تسی اس کو تجاوز نہیں کرنا. ٹھیک ہے, اج کنے دن ہو گئے نے اور جدوں بھی ہن پہل ہو رہی ہے وہ احمدی کی طرف ہی ہو رہی ہے. تواڈے سامنے وہ لاہوری احمدی جماعت تو تشریف رکھ رہے سن. ٹھیک ہے, جدوں انہوں نے سامنے اقتباسات پیش کیتے کہ جناب اس تو استنباط لیتا جا سکتا ہے کہ جنوں تسی کہندے افضل ہے وہ افضل نہیں. نبی کریم صلی اللہ علیہ وآلہ وسلم دی ذات تو بھی افضل تسی میرے سب دی ذات نوں سمجھن لگے ہو. نہیں تے اقتباسات اور انہیں دلائل کی مطلب ہے کہ اگوں نے ننگی گال جڑی ہے امام مہدی نوں کڈی. جس طرح تسی بقول تواڈے جڑے نے مرزا صاحب امام مہدی نے, ٹھیک ہے, کسی نے بھی غلط کلام نہیں کیتا. نجف اوتھے بولن لگے مینوں انہوں بھی روک سڑے, نیڈو بیٹھا ہے وہ بولن لگے انہوں بھی روک سڑے. سویرے ایتھے آیا وہ احمدی ہے جڑا کہندے نے جی میرا کزن ہے سبحان, انہیں آ کے سوال کی کیتا ہے کہ جی اسلام دے اندر عورتاں دے ختنے جائز نہیں, اے کی کفر اسلام دا مسئلہ ہے. لیکن جان بوجھ کے جڑی سینسٹیو ہستیاں ہیں نے اما عائشہ دے بارے دے اندر انہیں اما عائشہ دی بھتیجیاں دے بارے جو گل کیتی ہے وہ کیوں کرنا چاہ رہے, وہ تاں سی کرنا چاہ رہے کیونکہ پتہ کہ ایہو جہا کوئی اعتراض جڑا احمدیت تے بھی ہو جانا. پھر اسی قطعاً اس شے دے حق دے اندر نہیں ہے کہ کوئی بندہ احمدی آ کے گال کڈے تے جواباً اتھوں ہی کوئی گال کڈی جائے. لیکن ایک دن دے اندر کم برابر نہیں ہو سکتا. کیا یہ رہا کہ اگر مخاطب کرے تو مرزا صاحب کہہ کے مخاطب کرو, تو دوسرا لفظ نہ بولو کہ انہوں نے تکلیف ہوئے نہ آن گل ہی نہ ہو سکے. جتنے دیگر ورڈز سے جڑا کام ہو رہا ہے وہ بھی اتنے ہوتا رہے. اور قطعاً کسی نے بھی تہذیب کا پہلو نہیں چھڑنا چاہیے اور ابھی تک چھڑیا بھی نہیں ہے اور نہ ہی کوئی اگے کوئی ارادہ ہے. وے امن نذیر صاحب بیٹھے انہوں نے کہا بھائی برابری کا پہلو رکھو, کوئی مسلمان بھی کہو جی حرکت کرو انہوں تھلے سٹو چک کے گل مک گئی. جہاں اجازت دو حکمت پڑھ کے ظہران دا وقت ہے, اجازت لواں گے. حکمت نمبر 219 نہج البلاغہ. اکثر عقلوں کو ٹھوکر کھا کر گرنا تما و حفظ کے بجلی چمکنے پر ہوتا ہے. وآخر دعوانا الحمدللہ رب العالمین. اللہ آپ کو بھی ہمیں بھی تم اور حفظ سے بچائے رکھے. صلوات علی محمد وعلی محمد, اللہم صلی علی محمد وعلی محمد. ساجی اجازت دو ظہران کے بعد حاضر ہونے ان شاء اللہ تعالی دوبارہ پروڈ لانے بہتر سمجھو کہ آ جائیں. خدا حافظ.